शेरे पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 9:15 ਹੋਏ ਨੇ ਤੇ 12 ਜਨਵਰੀ ਦਾ ਦਿਨ ਹੈ, ਵਰਾ 2022 ਦਾ ਬੁੱਧਵਾਰ ਹੈ। 29 ਪੋਹ ਨਾਨਕੀ ਸੰਮਤ 553। ਨਿੱਘਾ ਹਾਰਦਿਕ ਸਵਾਗਤ ਹੈ। ਪੰਜਾਬ ਨੂੰ ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਸਰਦਾਰ ਨਵਕਿਰਨ ਸਿੰਘ ਪੱਤੀ ਗੱਲਬਾਤ ਕਰਨਗੇ। ਉਸ ਤੋਂ ਬਾਅਦ ਵੈਦ ਰੂਬਲ ਜੀ ਆਉਣਗੇ। ਵੈਦ ਰੂਬਲ ਜੀ ਤੋਂ ਬਾਅਦ ਮੰਦਾਵਣੀ ਦ ਗ੍ਰੇਟ ਰਿਡਲ ਬੁਝਾਰਤ ਹੈ ਜਿਹੜੀ ਉਸ ਨੂੰ ਸੁਲਝਾਉਣ ਦਾ ਯਤਨ ਹੋਏਗਾ। ਅਗਲੀ ਕੜੀ ਮੰਦਾਵਣੀ ਦੇ ਵਿੱਚ ਸਰਦਾਰ ਅਮਰਦੀਪ ਸਿੰਘ ਜੀ ਵਲਗੂਲਗਾ ਤੋਂ ਕੌਪਸ ਹਾਰਬਰ ਆਸਟ੍ਰੇਲੀਆ ਤੋਂ ਸ਼ਾਮਲ ਹੋਣਗੇ। ਤੇ ਅਗਲਾ ਜਿਹੜਾ ਪੱਖ ਪਿਛਲੀ ਵਾਰ ਮੂਲ ਮੰਤਰ ਦੀ ਉਹਨਾਂ ਨੇ ਵਿਆਖਿਆ ਕੀਤੀ ਸੀ, ਅੱਜ ਉਹਨਾਂ ਤੋਂ ਪੁੱਛ ਕੇ ਕੋਸ਼ਿਸ਼ ਕਰਾਂਗੇ। ਤੁਹਾਡੇ ਸਵਾਲ ਜਿਹੜੇ ਨੇ ਉਹ ਤੁਸੀਂ ਵੀ ਸ਼ਾਮਲ ਕਰਨਾ। 604 204 0600 6042040600 ਤੇ ਤੁਸੀਂ ਸ਼ਾਮਲ ਹੋਣਾ। ਤਾਂ 604 738 1224 WhatsApp ਤੇ ਟੈਕਸਟ ਲਈ ਨੰਬਰ ਹੈ 604 204 0600। ਕੇਸ ਜੂਹੇ ਨੀ ਚੁਗਣ ਮਿਰਗੜੇ, ਕੇਸ ਜੂਹੇ ਨੀ ਆਉਂਦੇ ਮੋਰ, ਕੇਸ ਜੂਹੇ ਨੀ ਵਗਦੀ ਵਾਦਾ, ਸੁੱਤਿਆਂ ਸਾਹਾਂ ਵਰਗਾ ਸ਼ੋਰ। ਕੇਸ ਜੂਹੇ ਨੀ ਟੁਕ ਟੁਕ ਪੰਖੂ ਭੁੰਜੇ, ਸੁੱਟ ਗਏ ਅਖਰੋਟ, ਕੇਸ ਜੂਹੇ ਨੀ ਆਪ ਵਿਧਾਤਾ, ਪੰਖੜੀਆਂ ਦੀ ਕਰਦਾ ਸੋਟ। ਸਿਰ ਤੇ ਚੌਂਕਾਂ ਨੱਕ ਵਿੱਚ ਨੱਥਾਂ, ਘੱਗਰ ਪਾ ਕੇ ਸਾਵੇਂ ਲਾਲ, ਕੇਸ ਜੂਹੇ ਨੀ ਗੱਦਣ ਕੁੜੀਆਂ ਟੁਰਦੀਆਂ ਬੇਪਰਵਾਹੀਆਂ ਨਾਲ। ਕੇਸ ਜੂਹੇ ਨੀ ਬਾਂਸਾਂ ਵਿੱਚੋਂ ਲੰਘ ਲੰਘ ਜਾਵਣ ਭੀੜੇ ਰਾਹ, ਕੇਸ ਜੂਹੇ ਨੀ ਡੁੱਲਦੀ ਰਹਿੰਦੀ ਸੁਚੜੀ ਹਰੜ ਵਹੇੜੀ ਛਾਂ। ਕੇਸ ਜੂਹੇ ਇੱਕ ਲੱਜਿਆ ਬੰਤੀ ਫੇਰ ਅਡਾਉਂਦੀ ਢੀਂਗ ਤਲੋਰ, ਕੇਸ ਜੂਹੇ ਪਦਮਾ ਛਾਵੇਂ ਸੱਪਣੀਆਂ ਦੀ ਤੁਰਦੀ ਤੋਰ। ਕੇਸ ਜੂਹੇ ਫੁੱਲ ਖਰਮਾਣੀ ਦੇ ਖਿੱਚਣ ਉਹਨੂੰ ਆਪਣੇ ਔਰ, ਕੇਸ ਜੂਹੇ ਉਹ ਜਾਦੂਗਰਨੀ ਘੁੰਮ ਜਾਵੇ ਫਿਰ ਅੱਖ ਦੇ ਫੋਰ। ਮਾਣ ਵਾਂਗਰਾਂ ਸਿੱਧ ਸਪਾਟੇ ਸਿਮਲਾਂ ਦੀ ਇੱਕ ਸੁੰਜੀ ਪਾਲ, ਕੇਸ ਜੂਏ ਨੀ ਜੰਗਲੀ ਨਾਕਾਂ ਖੇਡਣ ਚਿੱਟਿਆਂ ਫੁੱਲਾਂ ਨਾਲ। ਕੇਸ ਜੂਏ ਨੀ ਪਾਣੀਆਂ ਉੱਤੇ ਮਰਗਾਈਆਂ ਲਥਾਵਣ ਕੇ, ਦੁੱਧ ਚਾਨਣੀਆਂ ਰਾਤਾਂ ਅੰਦਰ ਗੰਧਾਂ ਵੀ ਅਲਸਾਵਣ। ਕੇਸ ਜੂਏ ਮੇਰੇ ਤਿੱਤਰ ਉੱਡਣੇ ਕਿੱਥੇ ਇੱਜੜ ਚਰਨਾ, ਕੇਸ ਜੂਏ ਵੇ ਕੇਸਰੀਆ ਮੈਂ ਸੀਸ ਤੇਰੇ ਪਗ ਧਰਨਾ। ਕੇਸ ਜੂਏ ਨੀ ਚੁਗਣ, ਕੇਸ ਜੂਏ ਨੀ ਚੁਗਣ ਮਿਰਗੜੇ, ਕੇਸ ਜੂਏ ਨੀ ਆਉਂਦੇ ਮੋਰ, ਕੇਸ ਜੂਏ ਨੀ ਵਗਦੀ ਬਾਂਦਾ, ਸੁੱਤਿਆਂ ਸਾਹਾਂ ਵਰਗਾ ਸ਼ੋਰ। ਹਰਮਨਜੀਤ ਲਿਖਦਾ ਹੈ। ਧੰਨਵਾਦ ਜੀ ਸਾਰਿਆਂ ਦਾ ਜਿੱਥੇ ਵੀ ਬੈਠੇ ਹੋ। ਸਭ ਤੋਂ ਪਹਿਲਾਂ ਕੱਲ੍ਹ ਦੀ ਇੱਕ ਵੱਡੀ ਗਲਤੀ, ਕੱਲ੍ਹ ਦੇ ਦਿਨ 11 ਜਨਵਰੀ 1915 ਨੂੰ ਸ਼ਹੀਦ ਭਾਈ ਸਾਹਿਬ ਭਾਈ ਮੇਵਾ ਸਿੰਘ ਲੋਪੋਂਕੇ ਹੋਣਾ ਦਾ ਸ਼ਹੀਦੀ ਦਿਨ ਸੀ। ਕੱਲ੍ਹ ਸਵੇਰ ਦੇ 7:45 ਵਜੇ ਉਹਨਾਂ ਨੂੰ ਫਾਂਸੀ ਦਿੱਤੀ ਸੀ। ਹੌਪਕਿੰਸਨ ਜਿਹੜਾ ਮੂਹਰਿਓਂ ਘੇਰ ਕੇ ਮਜ਼ਾਕ ਕਰਦਾ ਸੀ ਸਾਡੇ ਭਾਈਚਾਰੇ ਨੂੰ, ਤੇ ਇੱਥੇ ਦੇ ਲੋਕ ਕੁਲੀ ਕਹਿੰਦੇ ਸੀ। ਜਿੱਦਣ ਸਿੰਘ ਸਾਹਿਬ ਨੇ ਮੂਹਰਿਓਂ ਘੇਰ ਕੇ ਦੱਸਿਆ, ਫਿਰ ਰਾਹ ਛੱਡ ਕੇ ਤੁਰਦੇ ਰਹੇ ਇਸੇ ਵੈਨਕੂਵਰ 'ਚ। ਉਹਨਾਂ ਸ਼ਹੀਦਾਂ ਕਰਕੇ ਭਾਈ ਸਾਹਿਬ ਭਾਈ ਭਾਗ ਸਿੰਘ ਜੀ, ਭਾਈ ਸਾਹਿਬ ਭਾਈ ਬਦਨ ਸਿੰਘ ਹੋਣਾ ਕਰਕੇ ਇੱਥੇ ਬੈਠੇ ਹਾਂ। ਯਾਦ ਕਰਨਾ ਸੀ ਕੱਲ੍ਹ, ਕਿਤੇ ਗਲਤੀ ਹੋ ਗਈ, ਬਹੁਤ ਵੱਡੀ, ਵਿਸਰ ਗਿਆ, ਮਾਫੀ ਦੇ ਦਿਓ ਤੇ ਯਾਦ ਕਰਿਓ ਸ਼ਹੀਦਾਂ ਯੋਧਿਆਂ ਨੂੰ। ਸਰਦਾਰ ਨਵਕਿਰਨ ਸਿੰਘ ਪੱਤੀ ਪੰਜਾਬ ਤੋਂ, ਦੇਸ਼ ਪੰਜਾਬ ਦੇ ਝਰੋਖੇ 'ਚੋਂ ਮੇਰੇ ਨਾਲ ਨੇ। ਸਰਦਾਰ ਨਵਕਿਰਨ ਸਿੰਘ ਜੀ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕੀ ਗਿੱਲ ਸਾਹਿਬ, ਕੇਜਰੀਵਾਲ ਪੰਜਾਬ ਆ ਗਏ ਤੇ ਭਗਵੰਤ ਮਾਨ ਦਾ ਹਲੇ ਤੱਕ ਗੋਗਾ ਗਾਇਆ ਹੀ ਨਹੀਂ, ਕਦ ਬੋਲਣਗੇ ਸੀਐਮ ਦਾ ਨਾਂ? ਜੀ ਗਿੱਲ ਸਾਹਿਬ, ਸੋ ਵਾਕਈ ਅਰਵਿੰਦ ਕੇਜਰੀਵਾਲ ਇੱਕ ਤਾਂ ਪੰਜਾਬ ਬਹੁਤ ਆਉਂਦੇ ਨੇ। ਖੈਰ, ਉਹਨਾਂ ਨੇ ਨਵਾਂ ਸਾਲ ਵੀ ਪੰਜਾਬ 'ਚ ਹੀ ਮਨਾਇਆ ਸੀ ਤੇ ਹੁਣ ਲੋਹੜੀ ਮੌਕੇ ਵੀ ਉਹ ਪੰਜਾਬ ਪਹੁੰਚੇ ਹੋਏ ਨੇ। ਕੱਲ੍ਹ ਲੋਹੜੀ ਦਾ ਦਿਨ ਹੈ ਤੇ ਅੱਜ ਉਹ ਪੰਜਾਬ ਦੇ ਵਿੱਚ ਘਰ ਤੋਂ ਘਰ ਗਏ ਨੇ। ਡੋਰ ਟੂ ਡੋਰ ਕੰਪੇਨ ਉਹਨਾਂ ਨੇ ਕੀਤੀ ਆ ਪੰਜਾਬ ਦੇ ਵਿੱਚ। ਸੋ ਇਹ ਵੀ ਇੱਕ ਵੱਡੀ ਗੱਲ ਹੈਗੀ ਕਿ ਅਰਵਿੰਦ ਕੇਜਰੀਵਾਲ ਪੰਜਾਬ ਆ ਰਹੇ ਨੇ ਲਗਾਤਾਰ। ਰਾਹੁਲ ਗਾਂਧੀ ਇੱਕ ਵਾਰ ਵੀ ਨਹੀਂ ਆਇਆ। ਪਿੱਛੇ ਜੇ ਚੜ੍ਹਦੇ ਵਰੇ ਆਉਣ ਦੀ ਉਮੀਦ ਸੀ, ਪਰ ਪਤਾ ਲੱਗਿਆ ਨਾਨਕੀ ਜਾ ਵੜਿਆ। ਹੁਣ ਵੀ ਪੰਜਾਬ ਦੇ ਵਿੱਚ ਉਹਨਾਂ ਦੀ ਆਮਦ ਆ ਜਿਹੜੀ, ਉਹਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ। ਚਲੋ, ਪ੍ਰਧਾਨ ਮੰਤਰੀ ਜੀ ਵੀ ਪਹੁੰਚੇ ਸੀ, ਉਹ ਕੀ ਕਾਰਨ ਰਹੇ ਵੱਖਰਾ ਵਿਸ਼ਾ, ਲੇਕਿਨ ਕੇਜਰੀਵਾਲ ਲਗਾਤਾਰ ਪੰਜਾਬ ਆ ਜਿਹੜਾ ਉਹ ਆ ਰਿਹਾ। ਸੋ ਅੱਜ ਅਰਵਿੰਦ ਕੇਜਰੀਵਾਲ ਦੇ ਵੱਲੋਂ ਗਿੱਲ ਸਾਹਿਬ ਵਾਕਈ ਜਿਵੇਂ ਤੁਸੀਂ ਜ਼ਿਕਰ ਕੀਤਾ, ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਕਾਨਫਰੰਸ ਤੋਂ ਪਹਿਲਾਂ ਸਾਰੇ ਮੀਡੀਆ ਨੂੰ ਲੱਗਦਾ ਸੀ ਕਿ ਅੱਜ ਤਾਂ ਅਨਾਊਂਸ ਕਰਕੇ ਜਾਣਗੇ, ਕਿਉਂਕਿ ਇਹ ਚਰਚਾ ਵੀ ਚੱਲ ਰਹੀ ਸੀ ਕਿ ਲੋਹੜੀ ਮੌਕੇ ਅਨਾਊਂਸਮੈਂਟ ਆ ਜਿਹੜੀ ਉਹ ਕਰਨਗੇ। ਔਰ
ਇਹ ਲੋਕਾਂ ਨੂੰ ਲੱਗਦਾ ਸੀਗਾ ਕਿ ਵੱਡੀ ਗੱਲ ਹੋਊਗੀ, ਕਿ ਭਗਵੰਤ ਮਾਨ ਨੂੰ ਵੀ ਲੱਗਦਾ ਹੋਊਗਾ ਵੀ ਲਓ ਜੀ ਅੱਜ ਤਾਂ ਅਨਾਉਂਸ ਕਰਕੇ ਹੀ ਜਾਣਗੇ। ਪਰ ਐਨ ਮੌਕੇ ਦੇ ਉੱਤੇ ਆ ਕੇ ਅਰਵਿੰਦ ਕੇਜਰੀਵਾਲ ਨੇ ਫਿਰ ਕਹਿਤਾ, ਕਹਿੰਦਾ ਅਗਲੇ ਹਫ਼ਤੇ ਅਨਾਉਂਸ ਕਰਾਂਗੇ CM ਕੈਂਡੀਡੇਟ। ਤੁਹਾਨੂੰ ਮਾਣ ਹੋਊ, ਤੁਸੀਂ ਮਾਣ ਕਰੋਗੇ। ਅਜੇ ਤੱਕ ਵੀ ਬੁਝਾਰਤਾਂ ਹੀ ਬਣਾ ਕੇ ਰੱਖਦੇ ਨੇ, ਪਤਾ ਨਹੀਂ ਤਾਂ ਮਾਰਕੀਟਿੰਗ ਵਾਲਾ ਕੰਮ ਹੈ, ਜਿਵੇਂ ਮਾਰਕੀਟਿੰਗ ਵਾਲੇ ਕਰਦੇ ਹੁੰਦੇ ਨੇ ਵੀ ਕਿਸੇ ਚੀਜ਼ ਦੀ ਕਿਉਰਿਓਸਿਟੀ ਪੈਦਾ ਕਰੋ, ਕਿਉਰਿਓਸਿਟੀ ਪੈਦਾ ਕਰਕੇ ਫਿਰ ਉਹਨੂੰ ਜਦੋਂ ਤੁਸੀਂ ਲੋਕਾਂ ਦੇ ਵਿੱਚ ਦਿੰਦੇ ਹੋ, ਕਈ ਵਾਰ ਜ਼ਿਆਦਾ ਵੀ ਪੱਕ ਜਾਂਦੇ ਅੰਬ। ਗੱਲ ਇਹ ਵੀ ਹੁੰਦੀ ਹੈ ਗਿੱਲ ਸਾਹਿਬ, ਤਾਂ ਇਹ ਵੀ ਮੌਕਾ ਹੀ ਹੁੰਦਾ ਹੈ। ਤਾਂ ਇਸ ਕਰਕੇ ਇਹ ਵੀ ਵੱਡੀਆਂ ਗੱਲਾਂ ਨੇ। ਖੈਰ ਉਹਨਾਂ ਨੂੰ ਲਾਭ ਹੁੰਦਾ ਜਾਂ ਕੀ ਹੁੰਦਾ, ਪਰ ਉਹਨਾਂ ਨੇ ਅਨਾਊਂਸਮੈਂਟ ਨਹੀਂ ਕੀਤੀ। ਹੋ ਸਕਦਾ ਉਹ ਹਜੇ ਹੋਰ ਪਾਸੇ ਨੂੰ ਝਾਕਦੇ ਹੋਣ, ਕਿਸੇ ਅਜੇ ਵੀ ਕੋਈ ਚਾਂਸ ਉਹਨਾਂ ਨੂੰ ਕਿਸੇ ਪਾਸੇ ਹੋਰ ਨਜ਼ਰ ਆਉਂਦਾ ਹੋਵੇ। ਉਹਨਾਂ ਨੇ ਖੈਰ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਸ ਤੋਂ ਬਾਅਦ ਗਿੱਲ ਸਾਹਿਬ ਉਹ ਡੋਰ ਟੂ ਡੋਰ ਕੰਪੇਨ ਖਾਰਡ ਦੇ ਵਿੱਚ ਉਹਨਾਂ ਨੇ ਕੀਤੀ, ਇੱਕ ਤਰੀਕੇ ਨਾਲ ਆਪਦੇ ਵਲੰਟੀਅਰਾਂ ਨੂੰ, ਆਪਦੇ ਵਰਕਰਾਂ ਨੂੰ ਜੋਸ਼ ਭਰਨ ਦਾ ਯਤਨ ਕੀਤਾ। ਦੂਸਰਾ ਇਹ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਚੋਣ ਕਮਿਸ਼ਨ ਨੇ ਕਿਹਾ ਕਿ ਤੁਸੀਂ ਵੱਡੀਆਂ ਰੈਲੀਆਂ ਨਹੀਂ ਕਰ ਸਕਦੇ, 15 ਜਨਵਰੀ ਤੱਕ ਤਾਂ ਮੁਕੰਮਲ ਰੋਕ ਹੈ, ਔਰ ਤੁਹਾਨੂੰ ਕੋਵਿਡ ਦੇ ਨਿਯਮਾਂ ਦਾ ਖਿਆਲ ਰੱਖਣਾ ਪਊ। ਉਹਦੇ ਕਰਕੇ ਨਾ ਅਕਾਲੀ ਦਲ ਵੱਡੀ ਰੈਲੀ ਕਰ ਸਕਦਾ ਹੈ, ਨਾ ਕਾਂਗਰਸ ਕਰ ਸਕਦੀ ਹੈ, ਨਾ ਆਮ ਆਦਮੀ ਪਾਰਟੀ ਕਰ ਸਕਦੀ ਹੈ। ਤਾਂ ਅੱਜ ਜਦੋਂ ਉਹ ਪੰਜਾਬ ਪਹੁੰਚੇ ਅਰਵਿੰਦ ਕੇਜਰੀਵਾਲ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਉਸ ਤੋਂ ਬਾਅਦ ਡੋਰ ਟੂ ਡੋਰ ਕੰਪੇਨ ਸ਼ੁਰੂ ਕਰਤੀ। ਔਰ ਚੋਣ ਕਮਿਸ਼ਨ ਦਾ ਸਾਫ਼ ਹੈ, ਸਿਹਤ ਵਿਭਾਗ ਦਾ ਸਾਫ਼ ਹੈ ਕਿ ਤੁਸੀਂ 5 ਤੋਂ ਵੱਧ ਇਕੱਠੇ ਨਹੀਂ ਹੋ ਸਕਦੇ। ਪਰ ਜਦੋਂ ਹੁਣ ਕੋਈ ਮੁੱਖ ਮੰਤਰੀ ਡੋਰ ਟੂ ਡੋਰ ਕੰਪੇਨ ਕਰੂਗਾ ਤਾਂ 5 ਵਾਲੇ ਦਾ ਮਤਲਬ ਹੀ ਨਹੀਂ, ਸਾਰਾ ਲੋਕਾਂ ਨੇ ਦੇਖਣ ਵਾਲਿਆਂ ਨੇ ਇਕੱਠੇ ਹੋ ਜਾਣਾ, ਫੋਟੋਆਂ ਖਿਚਾਉਣ ਵਾਲਿਆਂ ਨੇ ਇਕੱਠੇ ਹੋ ਜਾਣਾ। ਤਾਂ ਉੱਥੇ ਫਿਰ ਇਕੱਠ ਹੋ ਗਿਆ ਵੱਡਾ ਜੀ। ਜਦੋਂ ਤੁਰ ਰਹੇ ਸੀ ਉਹ ਇੱਕ ਵੱਡਾ ਇਕੱਠ ਨਾਲ ਤੁਰ ਰਿਹਾ ਸੀ ਉਹਨਾਂ ਦੇ, ਉਹਨੂੰ ਲੈ ਕੇ ਨੋਟਿਸ ਵੀ ਜਾਰੀ ਹੋ ਗਿਆ। ਉਹਨਾਂ ਨੂੰ SDM ਦੇ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ, ਫੌਰੀ ਜਵਾਬ ਦੇਣ ਦੇ ਲਈ ਕਿਹਾ ਗਿਆ ਕਿ ਤੁਸੀਂ ਕੋਰੋਨਾ ਨਿਯਮਾਂ ਦੀਆਂ ਜਿਹੜੀਆਂ ਧੱਜੀਆਂ ਨੇ ਉਹ ਉਡਾ ਰਹੇ ਹੋ, ਔਰ ਜੋ ਹੁਕਮ ਨੇ ਚੋਣ ਕਮਿਸ਼ਨ ਦੇ ਉਹਨਾਂ ਨੂੰ ਅਣਗੌਲਿਆਂ ਕਰ ਰਹੇ ਹੋ। ਨੋਟਿਸ ਵੀ ਜਾਰੀ ਹੋ ਗਿਆ। ਖੈਰ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਿੱਲ ਸਾਹਿਬ, ਜੇ ਆਪਾਂ ਉਹਦੇ ਤੇ ਚੱਲੀਏ, ਉਹਨਾਂ ਨੇ 10 ਨੁਕਤੇ ਨੇ ਜਿਹੜੇ ਉਹ ਪੇਸ਼ ਕੀਤੇ। ਜਿਵੇਂ ਪਹਿਲਾਂ ਉਹ ਹਰੇਕ ਵਾਰ ਆਉਂਦੇ ਨੇ, ਵਾਅਦਾ ਕਰਦੇ ਆ ਵੀ ਆਹ ਵਾਅਦਾ ਜੀ ਅਸੀਂ 1000 ਰੁਪਇਆ ਔਰਤਾਂ ਨੂੰ ਦੇਵਾਂਗੇ, ਏਦਾਂ ਦੇ ਵਾਅਦੇ ਕੀਤੇ। ਹੁਣ ਐਤਕੀ ਉਹਨਾਂ ਨੇ 10 ਨਕਾਤੀ ਪੰਜਾਬ ਮਾਡਲ ਪੇਸ਼ ਕੀਤਾ। ਜਿਵੇਂ ਕੱਲ ਸਿੱਧੂ ਲਈ ਬੈਠਾ ਸੀ ਵੀ ਮੇਰਾ ਮਾਡਲ, ਤਾਂ ਅੱਜ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਵੀ ਆਹ 10 ਨਕਾਤੀ ਸਾਡਾ ਮਾਡਲ। ਉਹਦੇ ਚ ਉਹਨਾਂ ਨੇ ਪਹਿਲੀ ਗੱਲ ਰੁਜ਼ਗਾਰ ਦੀ ਕਹੀ ਹੈ। ਉਹਨਾਂ ਨੇ ਕਿਹਾ ਜਿਹੜੇ ਬੱਚੇ ਕੈਨੇਡਾ ਚਲੇ ਗਏ 5 ਸਾਲਾਂ ਚ ਉਹ ਵੀ ਵਾਪਸ ਆ ਜਾਣਗੇ, ਅਸੀਂ ਇਹੋ ਜਿਹਾ ਰੁਜ਼ਗਾਰ ਦੇਵਾਂਗੇ। ਪਤਾ ਨਹੀਂ ਇਹ ਗੱਲ ਗਿੱਲ ਸਾਹਿਬ ਕਿੱਡੀ ਵੱਡੀ ਹੈ ਕਿ ਦਿੱਲੀ ਚ ਅਜੇ ਤੱਕ ਰੁਜ਼ਗਾਰ ਉਸ ਰੂਪ ਚ ਮਿਲਿਆ ਨਹੀਂ। ਦਿੱਲੀ ਚ ਵੀ ਇੱਥੇ ਕਿਹਾ ਕੱਚੇ ਕੰਮ ਪੱਕੇ ਕਰਾਂਗੇ, ਦਿੱਲੀ ਚ ਅਜੇ ਕੱਚੇ ਨੇ। ਇੱਥੇ ਕਿਹਾ 1000 ਦੇਵਾਂਗੇ ਔਰਤਾਂ ਨੂੰ, ਦਿੱਲੀ ਚ ਤਾਂ ਦਿੱਤਾ ਨਹੀਂ ਗਿਆ। ਤਾਂ ਇਹ ਚੀਜ਼ਾਂ ਵੀ ਜਿਹੜੀਆਂ ਉਹ ਲੋਕ ਮੈਟਰ ਕਰਦੇ ਨੇ। ਖੈਰ ਦੂਜਾ ਮਸਲਾ ਉਹਨਾਂ ਨੇ ਨਸ਼ਿਆਂ ਦਾ ਉਠਾਇਆ। ਉਹ ਕਹਿੰਦੇ ਨਸ਼ੇ ਅਸੀਂ ਜਿਹੜੇ ਉਹ ਕੰਟਰੋਲ ਕਰਾਂਗੇ, ਨਸ਼ੇ ਨਹੀਂ ਉਸ ਰੂਪ ਦੇ ਵਿੱਚ ਚੱਲਣਗੇ। ਸ਼ਾਂਤੀ ਬਹਾਲੀ ਦੀ ਗੱਲ ਕੀਤੀ ਹੈ, ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਗੱਲ ਕੀਤੀ ਹੈ, ਸਿੱਖਿਆ ਤੇ ਸਿਹਤ ਦੀ ਗੱਲ ਕੀਤੀ ਹੈ, ਬਿਜਲੀ ਦੀ ਗੱਲ ਕੀਤੀ ਹੈ। ਦੁਬਾਰੇ ਫਿਰ 10 ਨਕਾਤੀ ਦੇ ਵਿੱਚ ਜਿਹੜਾ ਉਹਨਾਂ ਨੇ ਔਰਤਾਂ ਨੂੰ ਹਰ ਮਹੀਨੇ 1000 ਦੇਣ ਦੀ ਗੱਲ ਕੀਤੀ ਹੈ। ਖੇਤੀ ਮੁੱਦਿਆਂ ਦੇ ਹੱਲ ਤੇ ਕਾਰੋਬਾਰ ਤੇ ਸਨਅਤ ਦੀ ਗੱਲ ਆ ਜਿਹੜੀ ਉਹਨਾਂ ਨੇ ਇਸ ਏਜੰਡੇ ਦੇ ਵਿੱਚ ਕੀਤੀ ਹੈਗੀ। ਤਾਂ ਇੱਕ ਗੱਲ ਜਿਹੜੀ ਉਹਨਾਂ ਨੇ ਮੰਨੀ ਆ ਗਿੱਲ ਸਾਹਿਬ, ਉਹਨਾਂ ਨੇ ਮੰਨਿਆ ਕਿ ਸੰਯੁਕਤ ਸਮਾਜ ਮੋਰਚਾ ਜਿਹੜਾ ਰਾਜੇਵਾਲ ਹੋਰਾਂ ਨੇ ਬਣਾਇਆ, ਉਹ ਕਹਿੰਦੇ ਸਾਡੀ ਗੱਲ ਚੱਲੀ ਸੀ ਇਹਨਾਂ ਨਾਲ, ਗੱਲ ਚੱਲੀ ਸੀ। ਕਹਿੰਦੇ ਰਾਜੇਵਾਲ ਸਾਹਿਬ 60 ਸੀਟਾਂ ਮੰਗਦੇ ਸੀ, ਹੁਣ ਅਸੀਂ 60 ਕਿੱਥੋਂ ਦੇ ਦਈਏ। ਉਹ ਕਹਿੰਦੇ 15 ਕਿਹਾ ਸੀ, ਉਹਦੇ ਤੇ ਇਹ ਨਹੀਂ ਮੰਨੇ, ਇਸ ਕਰਕੇ ਸਾਡੀ ਗੱਲ ਟੁੱਟ ਗਈ। ਦੂਸਰਾ ਹੈ ਕਿ ਉਹਨਾਂ ਨੇ ਮੰਨਿਆ ਕਿ ਇਹਦਾ ਨੁਕਸਾਨ ਸਾਨੂੰ ਪਊਗਾ, ਜਿਹੜੇ ਅਲੱਗ ਚੋਣ ਲੜ ਰਹੇ ਨੇ, ਅਲੱਗ ਗੱਲ ਲੈ ਕੇ ਆ ਰਹੇ ਨੇ, ਉਹਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋਊ। ਇਹ ਗੱਲ ਉਹਨਾਂ ਨੇ ਐਕਸੈਪਟ ਕੀਤੀ ਆ। ਪਰ ਜਿਹੜੀ ਇੱਕ ਗੱਲ ਪਿਛਲੇ ਦਿਨਾਂ ਤੋਂ ਚੱਲ ਰਹੀ ਆ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਕੁਝ ਟਿਕਟਾਂ ਨੇ ਜਿਹੜੀਆਂ ਉਹ ਅਜਿਹੇ ਲੋਕਾਂ ਨੂੰ ਦਿੱਤੀਆਂ ਗਈਆਂ ਜਿਹੜੇ ਨਾ ਤਾਂ ਇਹਨਾਂ ਦੇ ਵਰਕਰ ਸੀਗੇ, ਔਰ ਉਹਦੇ ਚ ਇਹ ਇੱਥੋਂ ਤੱਕ ਕਿਹਾ ਗਿਆ ਬਹੁਤ ਸਾਰੇ ਲੋਕਾਂ ਦੇ ਵੱਲੋਂ ਕਿ ਉਹਨਾਂ ਨੇ ਸੇਲ ਕੀਤੀਆਂ ਟਿਕਟਾਂ, ਔਰ ਉਹਦੇ ਚ ਕੁਝ ਲੋਕਾਂ ਦੇ ਗੱਲ ਵੀ ਉੱਠ ਰਹੀ ਆ। ਹੁਣ ਗਿੱਲ ਸਾਹਿਬ ਇਹ ਸਵਾਲ, ਪਰ ਉਹਦੇ ਤੇ ਉਹ ਟਾਲਾ ਵੱਟ ਗਏ ਉਹਨਾਂ ਨੇ, ਮਤਲਬ ਉਹਦੇ ਤੇ ਕੁਛ ਗੱਲ ਨਹੀਂ ਕੀਤੀ। ਹੁਣ 2017 ਚ ਜਿਹੜਾ ਬੰਦਾ ਬਠਿੰਡੇ ਤੋਂ ਅਕਾਲੀ ਦਲ ਵੱਲੋਂ ਚੋਣ ਲੜ ਰਿਹਾ ਸੀ, ਅੱਜ ਉਹ ਬੰਦਾ 5 ਸਾਲ ਬਾਅਦ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਿਹਾ ਉਸੇ ਸੀਟ ਤੋਂ। ਹੁਣ ਕੁਲਵੰਤ ਸਿੰਘ ਮੋਹਾਲੀ ਨੂੰ ਸਭ ਜਾਣਦੇ ਨੇ, ਕੁਲਵੰਤ ਸਿੰਘ ਮੋਹਾਲੀ ਨੇ ਨੋਟਿਸ ਵੀ ਭੇਜਤੇ ਲੋਕਾਂ ਨੂੰ, ਲੇਕਿਨ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਬਣ ਗਏ। ਇਸ ਤਰੀਕੇ ਦੇ ਨਾਲ ਹੋਰ ਬਹੁਤ ਥਾਵਾਂ ਦੇ ਉੱਤੇ ਵਰਕਰਾਂ ਨੇ ਕਿਹਾ ਵੀ ਸਾਨੂੰ ਤਾਂ 7-7 ਸਾਲ ਹੋ ਗਏ, 8-8 ਸਾਲ ਹੋ ਗਏ ਦਰੀਆਂ ਵਿਛਾਉਂਦਿਆਂ ਨੂੰ, ਪੋਸਟਰ ਲਾਉਂਦਿਆਂ ਨੂੰ, ਸਾਨੂੰ ਤਾਂ ਹੋ ਗਏ ਡੋਰ ਟੂ ਡੋਰ ਜਾਂਦਿਆਂ ਨੂੰ। ਹੁਣ ਜਦੋਂ ਵਾਰੀ ਆਈ, ਹੁਣ ਤੁਸੀਂ ਕਹਿੰਦੇ ਸੀ ਰਾਜਨੀਤੀ ਕਰਨੀ ਬਦਲਣਾ ਆ, ਤਾਂ ਰਾਜਨੀਤੀ ਬਦਲਦੇ ਤੁਸੀਂ ਉਹਨਾਂ ਲੋਕਾਂ ਨੂੰ ਟਿਕਟਾਂ ਦੇਤੀਆਂ ਜਿਹੜੇ ਕਾਂਗਰਸ ਚੋਂ ਆ ਗਏ ਨਾਰਾਜ਼ ਹੋ ਕੇ, ਜਿਹੜੇ ਅਕਾਲੀ ਦਲ ਚੋਂ ਆ ਗਏ ਨਾਰਾਜ਼ ਹੋ ਕੇ। ਜੀ ਗਿੱਲ ਸਾਹਿਬ, ਰਾਜੇਵਾਲ ਹੋਰਾਂ ਨੇ ਲਿਸਟ ਕਰਤੀ ਜਾਰੀ ਜੀ, ਆਪ ਫਿਰ ਸਮਰਾਲਿਓਂ ਸਾਡੇ ਉੱਥੋਂ ਲੜਨਗੇ। ਜੀ ਬਾਕੀ 10 ਉਮੀਦਵਾਰ ਜਿਹੜੇ ਅਨਾਉਂਸ ਕੀਤੇ ਨੇ ਜੀ ਰਾਜੇਵਾਲ ਹੋਰਾਂ ਦੀ ਪਾਰਟੀ ਨੇ, ਸੰਯੁਕਤ ਸਮਾਜ ਮੋਰਚੇ ਨੇ।
ਔਰ 10 ਉਮੀਦਵਾਰਾਂ ਦੇ ਵਿੱਚ ਜਿਹੜੇ ਬਲਵੀਰ ਸਿੰਘ ਰਾਜੇਵਾਲ ਉਹ ਖੁਦ ਸਮਰਾਲਾ ਤੋਂ ਚੋਣ ਲੜਨਗੇ, ਐਡਵੋਕੇਟ ਪ੍ਰੇਮ ਸਿੰਘ ਭੰਗੂ ਘਨੌਰ ਤੋਂ ਚੋਣ ਲੜਨਗੇ, ਰਜਿੰਦਰ ਸਿੰਘ ਉਹ ਖਡੂਰ ਸਾਹਿਬ ਤੋਂ ਚੋਣ ਲੜਨਗੇ, ਰਵਨੀਤ ਸਿੰਘ ਬਰਾੜ ਮੋਹਾਲੀ ਤੋਂ ਚੋਣ ਲੜਨਗੇ, ਡਾਕਟਰ ਸੁਖਮਨਦੀਪ ਸਿੰਘ ਢਿੱਲੋਂ ਇਹ ਤਰਨਤਾਰਨ ਤੋਂ, ਰਜੇਸ਼ ਕੁਮਾਰ ਕਰਤਾਰਪੁਰ ਤੋਂ, ਰਮਨਦੀਪ ਸਿੰਘ ਜੈਤੋ ਤੋਂ, ਅਜੇ ਕੁਮਾਰ ਫਲੌਰ ਤੋਂ, ਬਲਰਾਜ ਸਿੰਘ ਕਾਦੀਆਂ ਤੋਂ, ਨਵਦੀਪ ਸਿੰਘ ਸੰਘਾ ਇਹ ਮੋਗਾ ਤੋਂ ਚੋਣ ਲੜਨਗੇ। ਹੁਣ ਇਹਦੇ ਤੇ ਵੀ ਗਿੱਲ ਸਾਹਿਬ ਸਵਾਲ ਖੜੇ ਹੋ ਗਏ, ਇਹਨਾਂ ਦੀ ਜਿਹੜੀ ਲਿਸਟ ਜਾਰੀ ਕੀਤੀ ਆ। ਹੁਣ ਇਹ ਜਿਹੜਾ ਨਵਦੀਪ ਸਿੰਘ ਸੰਘਾ ਮੋਗੇ ਤੋਂ ਉਮੀਦਵਾਰ ਅਨਾਉਂਸ ਕੀਤਾ ਇਹਨਾਂ ਨੇ, ਇਹ ਆਮ ਆਦਮੀ ਪਾਰਟੀ ਦੀ ਟਿਕਟ ਮੰਗਦਾ ਸੀ ਨਵਦੀਪ ਸਿੰਘ। ਆਮ ਆਦਮੀ ਪਾਰਟੀ ਵਾਲਿਆਂ ਨੇ ਇਹਨੂੰ ਟਿਕਟ ਨਹੀਂ ਦਿੱਤੀ, ਇਹ ਨਾਰਾਜ਼ ਹੋ ਗਿਆ ਰਾਜੇਵਾਲ ਸਾਹਿਬ ਨੇ ਟਿਕਟ ਦਿੱਤੀ। ਹੁਣ ਇਹ ਫਿਰ ਕਹਿੰਦੇ ਅਸੀਂ ਕਿਸਾਨਾਂ ਦੀ ਪਾਰਟੀ ਆ, ਅਸੀਂ ਸਿਰਫ ਤਾਂ ਕਾਰਪੋਰੇਟ ਦੀਆਂ ਪਾਰਟੀਆਂ ਨੇ ਦੂਜੀਆਂ। ਤਾਂ ਨਵਦੀਪ ਸਿੰਘ ਸੰਘਾ ਨੂੰ ਜੇ ਆਮ ਆਦਮੀ ਪਾਰਟੀ ਦੀ ਟਿਕਟ ਮਿਲ ਜਾਂਦੀ ਫਿਰ ਤਾਂ ਰਾਜੇਵਾਲ ਹੋਰਾਂ ਨੇ ਉਹਦੇ ਬਰੋਬਰ ਤੇ ਕੈਂਡੀਡੇਟ ਖੜਾ ਕਰਨਾ ਸੀ। ਹੁਣ ਉਧਰੋਂ ਟਿਕਟ ਨਹੀਂ ਮਿਲੀ ਤਾਂ ਰਾਜੇਵਾਲ ਸਾਹਿਬ ਨੇ ਟਿਕਟ ਦਿੱਤੀ ਹੈ। ਜੇ ਤਾਂ ਪਹਿਲੇ 10 ਨੇ ਨਾ ਇਹਨਾਂ ਦੇ ਵਿੱਚ ਵੀ ਜੇ ਇਦਾਂ ਦੀ ਗੱਲ ਹੋਈ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤਾਂ ਜਿਹੜੇ ਕੇਜਰੀਵਾਲ ਹੋਰਾਂ ਦੇ ਉੱਤੇ ਗੱਲਾਂ ਉੱਠ ਰਹੀਆਂ ਵੀ ਉਹਨਾਂ ਨੇ ਅਕਾਲੀ ਦਲ ਚੋਂ ਆਇਆ ਨੂੰ ਟਿਕਟ ਦਿੱਤੀ, ਉਹਨਾਂ ਨੇ ਕਾਂਗਰਸ ਚੋਂ ਆਇਆ ਨੂੰ ਟਿਕਟ ਦਿੱਤੀ, ਫਿਰ ਤਾਂ ਇਹਨਾਂ ਨੇ ਵੀ ਆਮ ਆਦਮੀ ਪਾਰਟੀ ਚੋਂ ਆਏ ਬੰਦੇ ਨੂੰ ਟਿਕਟ ਦਿੱਤੀ ਜੀ। ਲਓ ਜੀ, ਖਬਰਾਂ ਰੋਮਨਪ੍ਰੀਤ ਤੋਂ ਸੁਣ ਕੇ ਫਿਰ ਕਰਤਾਰਪੁਰ ਸਾਹਿਬ 74 ਵਰ੍ਹਿਆਂ ਬਾਅਦ ਦੋ ਭਾਈ ਮਿਲੇ। ਜਿਹੜਾ ਵੀ ਉਹ ਵੀਡੀਓ ਦੇਖਦਾ ਰੋਂਦਾ ਹੈ ਉਹਦੇ ਬਾਰੇ ਸਰਦਾਰ ਨਵਕਿਰਨ ਸਿੰਘ ਉਹਨਾਂ ਤੋਂ ਪੁੱਛਾਂਗੇ। ਅੱਛਾ ਜੀ, ਕਰਤਾਰਪੁਰ ਸਾਹਿਬ ਵਿਖੇ ਭਾਈ ਫਿਰ ਕਿਹੜੇ ਮਿਲੇ, ਕਿੰਨੇ ਸਾਲ 74 ਵਰ੍ਹਿਆਂ ਬਾਅਦ, ਇਸ ਦੇ ਬਾਰੇ ਦੱਸੋ ਜੀ। ਜੀ ਗਿੱਲ ਸਾਹਿਬ, ਬਹੁਤ ਵੱਡੀ ਗੱਲ ਹੈ ਇਹ, ਬਹੁਤ ਵੱਡੀ ਗੱਲ ਹੈ। ਔਰ 1947 ਦੇ ਵਿੱਚ ਜਿਹਨੂੰ ਦੇਸ਼ ਦੀ ਆਜ਼ਾਦੀ ਕਿਹਾ ਜਾਂਦਾ, ਮੈਂ ਕਹਿੰਦਾ ਜਿਹੜਾ ਬੰਦਾ ਇਹ ਦੋਨੇ ਭਰਾਵਾਂ ਦਾ ਇਹ ਦਰਦ ਦੇਖ ਲੂ, ਇਹ ਮਹਿਸੂਸ ਕਰ ਲੂ ਕਿ 74 ਸਾਲ ਉਹਨਾਂ ਨੇ ਕਿਵੇਂ ਲੰਘਾਏ ਹੋਣਗੇ, ਉਹ ਇਹ ਨਹੀਂ ਕਹੂਗਾ ਕਿ 1947 ਚ ਆਜ਼ਾਦੀ ਮਿਲੀ। ਉਹ ਜਿਹੜਾ ਆਪਣੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਨਾ ਵੀ ਵੜਾ ਟੁਕੀ ਹੋਈ, ਕੋਈ ਕਹਿੰਦਾ ਵੰਡ ਹੋਈ, ਕੋਈ ਕਹਿੰਦਾ ਦੰਗਿਆਂ ਵੇਲੇ, ਉਹ ਉਹੀ ਸ਼ਬਦ ਆ ਜਿਹੜੇ ਉਹ ਕਹਿਣਗੇ। ਤਾਂ ਗਿੱਲ ਸਾਹਿਬ 74 ਵਰ੍ਹੇ ਪਹਿਲਾਂ 1947 ਦੇ ਵਿੱਚ ਇਹਨਾਂ ਦਾ ਹੋਇਆ ਇਹ ਕਿ ਇਹਨਾਂ ਦਾ ਪਿੰਡ ਸੀਗਾ ਜਗਰਾਵਾਂ ਨੇੜੇ, ਉੱਥੋਂ ਇੱਕ ਪੁੱਤ ਆਪਦੀ ਮਾਂ ਦੇ ਨਾਲ ਨਾਨਕੇ ਪਿੰਡ ਫੂਲੇ ਵਾਲਾ ਆਇਆ ਹੋਇਆ ਸੀ ਬਠਿੰਡਾ ਜ਼ਿਲ੍ਹੇ ਦੇ ਵਿੱਚ, ਔਰ ਦੂਜਾ ਜਿਹੜਾ ਉਹਦਾ ਭਰਾ ਉਹ ਆਪਦੇ ਬਾਪ ਨਾਲ ਪਿੰਡ ਸੀ। ਉਧਰੋਂ ਗਿੱਲ ਸਾਹਿਬ 1947 ਦੇ ਵਿੱਚ ਜਿਹੜੀ ਉਹ ਵੜਾ ਟੁਕੀ ਸ਼ੁਰੂ ਹੋ ਗਈ, ਉਹਦੇ ਚੋਂ ਭਾਈ ਨੂੰ ਲੈ ਕੇ ਬਾਕੀ ਪਰਿਵਾਰਕ ਮੈਂਬਰਾਂ ਦੇ ਨਾਲ ਬਾਪ ਆ ਜਿਹੜਾ ਉਹ ਪਾਕਿਸਤਾਨ ਚਲਿਆ ਗਿਆ ਔਰ ਮਾਂ ਪੁੱਤ ਰਹਿ ਗਏ ਨਾਨਕੀ। ਉਸ ਤੋਂ ਬਾਅਦ ਮਾਂ ਪੁੱਤ ਤਾਂ ਇੱਥੇ ਹੀ ਰਹਿ ਗਏ, ਲੇਕਿਨ ਭਰਾ ਉਹਦਾ ਤੇ ਪਿਤਾ ਉਹ ਪਾਕਿਸਤਾਨ ਚਲੇ ਗਏ। 74 ਸਾਲਾਂ ਤੋਂ ਹੁਬਕੀ ਰੋਂਦੇ ਉਹਦੀ ਮਾਂ ਜ਼ਿੰਦਗੀ ਕੱਟ ਕੇ ਇਸ ਜਹਾਨੋਂ ਤੁਰ ਗਈ, ਹੁਬਕੀ ਰੋਂਦਾ ਉਹਨਾਂ ਦਾ ਬਾਪ ਉੱਥੋਂ ਜਹਾਨੋਂ ਤੁਰ ਗਿਆ। ਔਰ ਦੋਨੇ ਭਾਈਆਂ ਨੂੰ ਵੀ ਪਤਾ ਨਹੀਂ ਸੀਗਾ ਕਿ ਮੇਰਾ ਭਾਈ ਜਿਉਂਦਾ ਹੋਊ ਜਾਂ ਨਹੀਂ ਜਿਉਂਦਾ ਹੋਊ। ਇੰਟਰਨੈਟ ਦਾ ਯੁੱਗ ਚੱਲਿਆ, ਉਹਦੇ ਚ ਕੁਛ ਲੋਕਾਂ ਨੇ ਗਿੱਲ ਸਾਹਿਬ ਸੋਸ਼ਲ ਮੀਡੀਆ ਦੇ ਉੱਤੇ ਜਿਨ੍ਹਾਂ ਦੇ ਕੋਈ ਵਿਛੜੇ ਨੇ ਉਹਨਾਂ ਨੂੰ ਮਿਲਾਉਣ ਦੇ ਲਈ ਪੇਜ ਸ਼ੁਰੂ ਕੀਤੇ, ਫੇਸਬੁੱਕ ਤੇ WhatsApp ਤੇ ਪੋਸਟਾਂ ਪਾਉਣੀਆਂ ਸ਼ੁਰੂ ਕੀਤੀਆਂ, ਗਰੁੱਪ ਬਣਾਉਣੇ ਸ਼ੁਰੂ ਕੀਤੇ WhatsApp ਦੇ ਉੱਤੇ। ਔਰ ਉਹਦੇ ਚੋਂ ਲਾਇਲਪੁਰ ਤੋਂ ਇੱਕ ਵੀਡੀਓ ਇੰਟਰਨੈਟ ਦੇ ਉੱਤੇ ਪਾਈ ਗਈ। ਉਹ ਵੀਡੀਓ ਜਿਹੜੀ ਲਾਇਲਪੁਰ ਤੋਂ ਲਵਲੀ ਨਾਂ ਦੇ ਬੰਦੇ ਨੇ ਪਾਈ, ਉਹਦੇ ਚ ਉਹਨੇ ਦੱਸਿਆ ਕਿ ਦੇਸ਼ ਦੀ ਵੰਡ ਦੇ ਵੇਲੇ ਮਾਂ ਤੇ ਭਰਾ ਜਿਹੜੇ ਨੇ ਇਹ ਬੰਦੇ ਦੇ ਉਹ ਵਿਛੜ ਗਏ ਸੀਗੇ। ਔਰ ਉਹਨੇ ਦੱਸਿਆ ਵੀ ਫੂਲੇ ਵਾਲਾ ਪਿੰਡ ਬਠਿੰਡਾ ਜ਼ਿਲ੍ਹੇ ਦੇ ਵਿੱਚ ਮਾਂ ਨਾਨਕੇ ਪਿੰਡ ਗਈ ਹੋਈ ਸੀ ਭਰਾ ਨੂੰ ਲੈ ਕੇ ਔਰ ਉੱਥੇ ਰਹਿ ਗਈ। ਔਰ ਉਹਨੇ ਗਿੱਲ ਸਾਹਿਬ ਇਹ ਸਾਰੀ ਕਹਾਣੀ ਜੋ ਦੱਸੀ ਵੀ ਹਬੀਬ ਉਰਫ ਸ਼ੈਲਾ ਉਹ ਬੰਦੇ ਦਾ ਨਾਂ ਗਾ। ਤਾਂ ਫੂਲੇ ਵਾਲੇ ਪਿੰਡ ਦੇ ਕਿਸੇ ਬੰਦੇ ਨੇ ਉਹ ਦੇਖ ਲਈ, ਡਾਕਟਰ ਜਗਸੀਰ ਹੈ ਫੂਲੇ ਵਾਲੇ ਦੇ ਵਿੱਚ, ਉਹਨੇ ਦੇਖ ਲਈ, ਉਹਨੇ ਦੇਖਿਆ ਵੀ ਹਬੀਬ ਤਾਂ ਸਾਡੇ ਪਿੰਡ ਦਾ ਬੰਦਾ। ਉਹਨੇ ਜਾ ਕੇ ਹਬੀਬ ਨੂੰ ਪੁੱਛਿਆ ਵੀ ਤੇਰੀ ਮਾਂ ਤੇ ਤੁਸੀਂ ਇੱਥੇ ਰਹਿ ਗਏ ਸੀ, ਤੇਰਾ ਭਰਾ ਤੇ ਤੇਰਾ ਬਾਪ ਪਾਕਿਸਤਾਨ ਚਲੇ ਗਏ ਸੀ? ਉਹ ਕਹਿੰਦਾ ਹਾਂ। ਉਹਨੇ ਸਾਰੀ ਗੱਲ ਗਿੱਲ ਸਾਹਿਬ ਜੋ ਦੱਸੀ, ਉਹਨਾਂ ਨੇ ਫਿਰ ਫੋਨ ਤੇ ਉਹਨਾਂ ਦੀ ਗੱਲ ਕਰਾਈ ਆਪਸ ਦੇ ਵਿੱਚ, ਬਹੁਤ ਭਾਵੁਕ ਹੋਏ ਦੋਨੇ ਭਰਾ। 80 ਸਾਲਾਂ ਦੀ ਉਮਰ ਦਾ ਮੁਹੰਮਦ ਸਦੀਕ ਜਿਹੜਾ ਪਾਕਿਸਤਾਨ ਦੇ ਵਿੱਚ ਰਹਿੰਦਾ, ਔਰ ਫੈਸਲਾਬਾਦ ਤੋਂ ਫੂਲੇ ਵਾਲਾ ਦਾ ਜਿਹੜਾ ਰਸਤਾ 74 ਸਾਲ ਲੱਗੇ ਰਸਤੇ ਨੂੰ, ਫੈਸਲਾਬਾਦ ਤੋਂ ਫੂਲੇ ਵਾਲੇ ਨੂੰ। ਫਿਰ ਗਿੱਲ ਸਾਹਿਬ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ। ਹੁਣ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਉਹ ਭਰਾ ਵੀ ਆਇਆ, ਇੱਧਰੋਂ ਇਹ ਭਰਾ ਵੀ ਗਿਆ। ਫੋਨ ਤੇ ਉਹਨਾਂ ਦੋਨਾਂ ਦੀ ਗੱਲ ਕਰਵਾਈ, ਜਿਹੜੇ ਕੁਝ ਚੰਗੇ ਬੰਦੇ ਦੋਨੇ ਮੁਲਕਾਂ ਦੇ ਵਿੱਚ ਸਹਿਯੋਗ ਦੇ ਲਈ ਕੰਮ ਕਰ ਰਹੇ ਨੇ। ਔਰ ਉੱਥੇ ਦੋਨੇ ਭਾਈ ਮਿਲੇ 74 ਸਾਲਾਂ ਬਾਅਦ। ਉਹਨਾਂ ਦਾ ਮਿਲਾਪ, ਉਹਨਾਂ ਦਾ ਰੋਣਾ, ਇੱਕ ਦੂਜੇ ਦੇ ਗਲੇ ਲੱਗਣਾ। ਇੱਕ ਨੇ ਤਾਂ ਵਿਆਹ ਵੀ ਨਹੀਂ ਕਰਾਇਆ ਹੋਇਆ ਔਰ ਦੂਸਰੇ ਦਾ ਪਰਿਵਾਰ ਹੈਗਾ ਜਿਹੜਾ ਪਾਕਿਸਤਾਨ ਦੇ ਵਿੱਚ ਰਹਿੰਦਾ। ਸੋ ਬੜੇ ਹੀ ਦਰਦਨਾਕ ਜਿਹੜੇ ਦ੍ਰਿਸ਼ ਨੇ ਜੀ। ਅੱਛਾ, ਲਹਿਰੇ ਖਾਨੇ ਗੋਲੀ ਚੱਲੀ ਹੈ ਜੀ? ਜੀ ਗਿੱਲ ਸਾਹਿਬ, ਇਹ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਜੀ। ਬਠਿੰਡਾ ਜ਼ਿਲ੍ਹੇ ਦੇ ਲਹਿਰਾ ਖਾਨਾ ਦੇ ਵਿੱਚ ਗੋਲੀਆਂ ਚੱਲੀਆਂ ਨੇ। ਗੋਲੀਆਂ ਦੇ ਵਿੱਚ 2 ਨੌਜਵਾਨਾਂ ਦਾ ਕਤਲ ਦਿਨ ਦਿਹਾੜੇ ਹੋਇਆਗਾ। ਦਰਅਸਲ ਇਹ ਦੋਨੇ ਨੌਜਵਾਨ ਨੇ ਜਿਹੜੇ
ਉਹ ਪਿਛਲੇ ਸਾਲ ਜੁਲਾਈ ਦੇ ਵਿੱਚ ਗੈਂਗਸਟਰ ਕੁਲਵੀਰ ਨਰੂਆਣਾ ਮਾਰਿਆ ਗਿਆ ਸੀ, ਔਰ ਗੈਂਗਸਟਰ ਕੁਲਵੀਰ ਨਰੂਆਣਾ ਦਾ ਵੀ ਜਿਹੜਾ ਇਸੇ ਰੂਪ ਦੇ ਵਿੱਚ ਪਿੰਡ ਦੇ ਵਿੱਚ ਦਿਨ ਦਿਹਾੜੇ ਕਤਲ ਹੋ ਗਿਆ ਸੀਗਾ, ਤਾਂ ਉਹਦੇ ਮਿੱਤਰ ਦੱਸੇ ਜਾਂਦੇ ਨੇ। ਔਰ ਇਹ ਇੱਕ ਮਨਪ੍ਰੀਤ ਸਿੰਘ ਛੱਲਾ ਮੁੰਡੇ ਦਾ ਨਾਮ, 32 ਸਾਲਾਂ ਦੀ ਉਹਦੀ ਉਮਰ ਆ, ਲਹਿਰਾ ਖਾਨਾ ਦਾ ਰਹਿਣ ਵਾਲਾ ਹੈ। ਦੂਜਾ ਉਹਦਾ ਮਿੱਤਰ ਮਨਪ੍ਰੀਤ ਸਿੰਘ ਵਿੱਕੀ, 26 ਸਾਲਾਂ ਦੀ ਉਮਰ ਹੈ ਉਹਦੀ, ਇਹ ਲਹਿਰਾ ਬੇਗਾ ਦੇ ਸਾਬਕਾ ਸਰਪੰਚ ਦਾ ਮੁੰਡਾ ਹੈ। ਇਹ ਦੋਨੇ ਇਕੱਠੇ ਰਹਿੰਦੇ ਸੀ ਗਿੱਲ ਸਾਹਿਬ। ਔਰ ਲਹਿਰਾ ਖਾਨਾ ਦੇ ਵਿੱਚ ਮਨਪ੍ਰੀਤ ਸਿੰਘ ਛੱਲਾ ਦੀ ਤਾਈ ਦਾ ਭੋਗ ਸੀ, ਭੋਗ ਤੇ ਇਹ ਆਏ ਸੀ। ਭੋਗ ਤੋਂ ਜਦੋਂ ਗੁਰਦੁਆਰਾ ਸਾਹਿਬ ਤੋਂ ਇਹ ਜਾਣ ਲੱਗੇ ਤਾਂ ਇੱਕ ਬਲੈਕ ਕਲਰ ਦੀ ਸਕੌਡਾ ਗੱਡੀ ਦੇ ਵਿੱਚ ਦੂਸਰੇ ਗੈਂਗ ਦੇ ਬੰਦੇ ਆਏ, ਉਹਨਾਂ ਨੇ ਆ ਕੇ ਅੰਨ੍ਹੇਵਾਹ ਗੋਲੀਆਂ ਚਲਾਤੀਆਂ। ਉਹ ਚੋਂ 10 ਖੋਲ ਪੁਲਿਸ ਨੂੰ ਮਿਲੇ ਨੇ, ਤਾਂ ਉੱਥੇ ਇਹਨਾਂ ਦੋਨਾਂ ਦੀ ਜਿਹੜਾ ਉਹ ਮੌਤ ਹੋ ਗਈ। ਉਸ ਤੋਂ ਬਾਅਦ ਪੁਲਿਸ ਦੇ ਵੱਲੋਂ, ਲੋਕਾਂ ਦੇ ਵੱਲੋਂ ਹਸਪੀਟਲ ਵੀ ਲਿਜਾਇਆ ਗਿਆ, ਪਰ ਉਦੋਂ ਤੱਕ ਇਹਨਾਂ ਦੀ ਮੌਤ ਹੋ ਗਈ ਸੀ। ਸੋ ਇਹ ਬੜੀਆਂ ਮੰਦਭਾਗੀਆਂ ਗੱਲਾਂ ਨੇ ਜੀ। ਚੋਣ ਜਾਬਤਾ ਲੱਗਿਆ ਹੋਇਆ, CRPF ਪੰਜਾਬ ਦੇ ਵਿੱਚ ਸਾਰੇ ਚੌਂਕਾਂ ਚ ਲਾਤੀ, BSF ਲਾਤੀ। ਚੋਣ ਜਾਬਤਾ ਹੋਣ ਦੇ ਬਾਵਜੂਦ ਕੱਲ ਆਪਾਂ ਗੱਲ ਕੀਤੀ ਕਿ ਪਟਿਆਲਾ ਦੇ ਵਿੱਚ ਇੱਕ ਸਾਬਕਾ ਸਰਪੰਚ ਦਾ ਕਤਲ ਹੋ ਗਿਆ, ਅਬੋਹਰ ਚ ਇੱਕ ਮੁੰਡੇ ਦਾ ਕਤਲ ਹੋ ਗਿਆ। ਅੱਜ ਬਠਿੰਡਾ ਦੇ ਲਹਿਰਾ ਖਾਨਾ ਦੇ ਵਿੱਚ 2 ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਹੋ ਗਿਆ। ਔਰ ਇੱਕ ਦੱਸਦੇ ਆ ਕਿ ਗਰੁੱਪ ਨੇ ਫੇਸਬੁੱਕ ਦੇ ਉੱਤੇ ਪੋਸਟ ਪਾ ਕੇ ਦੀ ਜ਼ਿੰਮੇਵਾਰੀ ਵੀ ਲੈ ਲਈ ਵੀ ਅਸੀਂ ਮਾਰੇ ਨੇ। ਇਹ ਸਾਰੇ ਜਿਹੜੇ ਗਿੱਲ ਸਾਹਿਬ ਗੈਂਗਸਟਰ ਸ਼ਬਦ ਅੰਗਰੇਜ਼ੀ ਦਾ ਕਹਿ ਦਿੱਤਾ ਜਾਂਦਾ ਹੈ, ਪਰ ਹਨ ਇਹ ਛੋਟੇ ਮੋਟੇ ਜਿਹੜੇ ਮੁੰਡੇ ਨੇ ਜਿਹੜੇ ਅੱਗੇ ਵਧਣਾ ਚਾਹੁੰਦੇ ਸੀ, ਸਿਆਸਤਦਾਨਾਂ ਦੇ ਧੱਕੇ ਚੜ੍ਹ ਕੇ, ਵੱਡੇ ਪੁਲਿਸ ਅਫਸਰਾਂ ਦੇ ਧੱਕੇ ਚੜ੍ਹ ਕੇ, ਪੁਲਿਸ ਤੇ ਸਿਆਸਤਦਾਨਾਂ ਦੇ ਗੱਠ ਜੋੜ ਨੇ ਇਹਨਾਂ ਨੂੰ ਗੈਂਗਸਟਰ ਬਣਾਤਾ। ਅੱਗੇ ਵਧਣਾ ਫੁਕਰਬਾਈ ਦੇ ਵਿੱਚ ਆ ਕੇ ਇਹਨਾਂ ਦੇ ਹੱਥਾਂ 'ਚ ਹਥਿਆਰ ਫੜਾਤੇ। ਔਰ ਇਹ ਆਪਸ ਵਿੱਚ ਦੋਸਤ ਹੁੰਦੇ ਨੇ ਜਿਹੜੇ ਇੱਕ ਦੂਜੇ ਦਾ ਕਤਲ ਕਰਦੇ ਨੇ। ਉਸ ਤੋਂ ਬਾਅਦ ਇਹਨੇ ਮੇਰੀ ਗੱਲ ਦੱਸਤੀ, ਕਿਉਂਕਿ ਕੋਈ ਮਕਸਦ ਹੈ ਨਹੀਂ, ਕੋਈ ਸੋਚ ਹੈ ਨਹੀਂ, ਕੋਈ ਉਸ ਰੂਪ ਦੀ ਗੱਲ ਹੈ ਨਹੀਂ, ਤਾਂ ਉਹਦੇ 'ਚੋਂ ਫਿਰ ਇਹ ਇੱਕ ਦੂਜੇ ਦੇ ਕਤਲਾਂ ਦੇ ਉੱਤੇ ਤਾਰੂ ਹੋਏ ਹੋਏ ਨੇ। ਇਹ ਪੰਜਾਬ ਦੇ ਗੱਭਰੂ ਨੇ, ਪੰਜਾਬ ਦੇ ਨੌਜਵਾਨ ਨੇ, ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਹੁੰਦਾ, ਇਹਨਾਂ ਨੌਜਵਾਨਾਂ ਨੂੰ ਸਹੀ ਸੇਧ ਦਿੱਤੀ ਹੁੰਦੀ ਤਾਂ ਅੱਜ ਇਹ ਸਹੀ ਪਾਸੇ ਹੁੰਦੇ ਜੀ। ਬਿਕਰਮਜੀਤ ਸਿੰਘ ਮਜੀਠੀਆ ਤੋਂ ਜੀ ਹੁਣ ਕਿਹੜੀ ਪੁਲਿਸ ਨੇ ਪੁੱਛਗਿੱਛ ਕੀਤੀ ਆ, ਕਾਹਦੇ 'ਚ? ਜੀ ਗੱਲ ਸਾਹਿਬ, ਜਿਹੜੀ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਡਰੱਗਸ ਦੇ ਨਾਲ ਸੰਬੰਧਿਤ ਅੰਤਰਰਾਸ਼ਟਰੀ ਡਰੱਗ ਦਾ ਮਸਲਾ ਹੈਗਾ, ਉਹਦੇ ਨਾਲ ਸੰਬੰਧਿਤ ਕੇਸ ਪਾਇਆ ਗਿਆ ਪਿਛਲੇ ਦਿਨਾਂ ਦੇ ਵਿੱਚ। ਉਹਦੇ 'ਚ ਉਹਨਾਂ ਨੂੰ ਜ਼ਮਾਨਤ ਮਿਲ ਗਈ ਅਦਾਲਤ ਤੋਂ, ਲੇਕਿਨ ਅਦਾਲਤ ਨੇ ਜਿਹੜੀ ਜ਼ਮਾਨਤ ਦਿੱਤੀ ਉਹਦੇ ਵਿੱਚ ਸ਼ਰਤਾਂ ਸੀ ਕਿ ਤੁਸੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਮੂਹਰੇ ਪੇਸ਼ ਹੋਵੋਗੇ, ਤੁਸੀਂ ਉੱਥੇ ਜਾਂਚ 'ਚ ਸਹਿਯੋਗ ਕਰੋਗੇ। ਉਹਦੇ 'ਚ ਅੱਜ ਬਿਕਰਮਜੀਤ ਸਿੰਘ ਮਜੀਠੀਆ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਮੂਹਰੇ ਪੇਸ਼ ਹੋਇਆ। ਮੋਹਾਲੀ ਦੇ ਵਿੱਚ ਲਗਭਗ 2.5 ਘੰਟੇ ਬਿਕਰਮਜੀਤ ਮਜੀਠੀਆ ਤੋਂ ਪੁੱਛਗਿੱਛ ਕੀਤੀ, ਸਵਾਲ ਜਵਾਬ ਕੀਤੇ, ਔਰ ਉਸ ਤੋਂ ਬਾਅਦ ਬਿਕਰਮਜੀਤ ਮਜੀਠੀਆ ਨੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਉਹਨੇ ਸਗੋਂ ਦੀ ਜਿਹੜਾ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ, ਮੁੱਖ ਮੰਤਰੀ ਚਰਨਜੀਤ ਚੰਨੀ ਤੇ ਕੁਝ ਪੁਲਿਸ ਅਫਸਰਾਂ ਦੀਆਂ ਜਿਹੜੀਆਂ ਮੀਟਿੰਗਾਂ ਹੋਈਆਂ ਉਹਦੀ ਵੀ ਜਾਂਚ ਕਰਨ ਦੀ ਮੰਗ ਕੀਤੀ ਆ। ਉਹਨੇ ਸਗੋਂ ਇਹਨਾਂ ਦੇ ਉੱਤੇ ਵੀ ਕੁਝ ਸਵਾਲ ਨੇ ਜਿਹੜੇ ਉਹ ਉਠਾਏ ਨੇ। ਠੀਕ, ਅਖੀਰ 'ਚ ਇਹ ਦੱਸਿਓ ਜੀ ਕਿ ਪ੍ਰਧਾਨ ਮੰਤਰੀ ਦੀ ਪੰਜਾਬ ਦੀ ਫੇਰੀ ਦੇ ਵਿੱਚ ਸੁਰੱਖਿਆ ਦੀ ਜਿਹੜੀ ਘਾਟ ਦਾ ਰੌਲਾ ਪੈ ਰਿਹਾ, ਉਹਦਾ ਹੁਣ ਪੈਨਲ ਕਿਹੜਾ ਜੀ, ਉਹ ਕਿਹਦੀ ਅਗਵਾਈ ਥੱਲੇ? ਜੀ ਗਿੱਲ ਸਾਹਿਬ, ਦੇਖੋ ਜਿਹੜਾ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਨੂੰ ਲੈ ਕੇ ਬਹੁਤ ਸਾਰੀ ਚਰਚਾ ਚੱਲ ਰਹੀ ਹੈ, ਉਹਦੇ ਤੇ ਪੰਜਾਬ ਵਾਲਿਆਂ ਨੇ ਅੱਡ ਟੀਮ ਬਣਾਤੀ ਸੀ ਇਨਵੈਸਟੀਗੇਸ਼ਨ ਲਈ, ਸੈਂਟਰ ਵਾਲਿਆਂ ਨੇ ਅੱਡ ਟੀਮ ਬਣਾਤੀ ਸੀ, ਕੁਝ ਸੰਸਥਾਵਾਂ ਸੁਪਰੀਮ ਕੋਰਟ ਚਲੀਆਂ ਗਈਆਂ ਸੀ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਸੂਬਾ ਸਰਕਾਰ ਤੇ ਸੈਂਟਰ ਸਰਕਾਰ ਦੋਨਾਂ ਦੀ ਜਾਂਚ ਦੇ ਉੱਤੇ ਉਹਨਾਂ ਨੇ ਰੋਕ ਲਾਉਂਦਿਆਂ ਆਪਣੀ ਟੀਮ ਗਠਿਤ ਕੀਤੀ ਸੀ। ਉਹਦੇ 'ਚੋਂ ਹੁਣ ਅੱਜ ਸੁਪਰੀਮ ਕੋਰਟ ਨੇ ਜਿਹੜੀ ਪੰਜਾਬ ਦੇ ਇਸ ਪੂਰੇ ਘਟਨਾਕ੍ਰਮ ਨੂੰ ਜਾਂਚਣ ਦੇ ਲਈ ਸਾਬਕਾ ਜਸਟਿਸ ਇੰਦੂ ਮਲਹੋਤਰਾ ਦੀ ਅਗਵਾਈ ਦੇ ਹੇਠ 5 ਮੈਂਬਰੀ ਟੀਮ ਬਣਾਈ ਆ। ਇਹਦੇ 'ਚ ਸਾਬਕਾ ਜਸਟਿਸ ਇੰਦੂ ਮਲਹੋਤਰਾ ਤੋਂ ਇਲਾਵਾ NIA ਦੇ IG ਹੋਣਗੇ, ਚੰਡੀਗੜ੍ਹ ਦੇ ਪੁਲਿਸ ਮੁਖੀ ਹੋਣਗੇ, ਪੰਜਾਬ ਦੇ ADGP ਹੋਣਗੇ ਤੇ 5ਵੇਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਹੋਣਗੇ। ਔਰ ਇਹ ਵੀ ਕਿਹਾ ਗਿਆ ਕਿ ਰਜਿਸਟਰਾਰ ਜਨਰਲ ਸਾਹਿਬ ਨੇ ਜਿਹੜੇ ਉਹ ਸਾਰੇ ਦਸਤਾਵੇਜ਼ ਉਹ ਸਾਬਕਾ ਜਸਟਿਸ ਇੰਦੂ ਮਲਹੋਤਰਾ ਜਿਹੜੇ ਇਸ ਟੀਮ ਦੀ ਅਗਵਾਈ ਕਰ ਰਹੇ ਨੇ ਉਹਨਾਂ ਨੂੰ ਸੌਂਪਣਗੇ। ਇਸ ਵਿਸ਼ੇ ਦੇ ਉੱਤੇ ਸਿਆਸਤ ਵੀ ਬਹੁਤ ਜ਼ੋਰਾਂ ਦੀ ਚੱਲ ਰਹੀ ਹੈ। ਅੱਜ ਅਸਾਮ ਦੇ CM ਨੇ, ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ, ਉਹਨਾਂ ਨੇ ਪੰਜਾਬ ਕਾਂਗਰਸ ਤੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਹੋਰਾਂ ਦੇ ਉੱਤੇ ਇਸ ਮਸਲੇ ਨੂੰ ਲੈ ਕੇ ਕਾਫੀ ਇਲਜ਼ਾਮਬਾਜ਼ੀ ਹੈ ਜਿਹੜੀ ਉਹ ਕੀਤੀ ਹੈ। ਸੋ ਇਹਨੂੰ ਲੈ ਕੇ ਕਾਫੀ ਸਿਆਸਤ ਵੀ ਭਖੀ ਹੋਈ ਹੈ। ਜੀ ਗਿੱਲ ਸਾਹਿਬ, ਕੱਲ ਸਵੇਰੇ ਜੀ 9:20 ਤੇ ਫਿਰ ਗੱਲਬਾਤ ਕਰਾਂਗੇ। ਸ਼ੁਭ ਸ਼ਾਮਾਂ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਉੱਗੇ ਵੈਦ ਰੂਬਲ ਜੀ ਮੇਰੇ ਨਾਲ ਨੇ ਹੁਣ, ਤੇ ਤੁਹਾਡੀ ਸਿਹਤ ਬਾਰੇ 15 ਦਿਨਾਂ ਬਾਅਦ ਉਹ ਸ਼ਾਮਲ ਹੁੰਦੇ ਨੇ। ਅੱਜ ਦਿਮਾਗੀ ਜਿਹੜੀ ਕਮਜ਼ੋਰੀ, ਭੁੱਲਣ ਦੀ ਬਿਮਾਰੀ, ਡੈਮੈਂਸ਼ੀਆ, ਇਹਨਾਂ ਦਾ ਦੇਸੀ ਇਲਾਜ ਕੀ ਹੈ? ਵੈਦ ਜੀ ਸਵਾਗਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਵੇਰ ਦੀ ਪਿਆਰ ਭਰੀ ਨਿੱਘੀ ਜਿਹੀ
ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਜ਼ੁਰਗੀ ਦੇ ਵਿੱਚ ਭੁੱਲਣ ਦੀਆਂ ਬਿਮਾਰੀਆਂ ਲੱਗ ਜਾਂਦੀਆਂ, ਡਿਮੈਂਸ਼ੀਆ ਕਹਿੰਦੇ ਨੇ, ਤੇ ਹੁਣ ਜਿਹੜੇ ਜਵਾਨ ਨੇ ਉਹਨਾਂ ਤੇ ਵਜ਼ਨ ਇੰਨਾ ਦਿਮਾਗ ਦਾ ਉਹ ਵੀ ਭੁੱਲ ਜਾਂਦੇ ਨੇ, ਕਿਸੇ ਨੂੰ ਯਾਦ ਨਹੀਂ ਰਹਿੰਦਾ। ਇਹਦੇ ਕਾਰਨ ਤੇ ਫਿਰ ਇਹਦਾ ਦੇਸੀ ਇਲਾਜ ਕੀ ਹੈ? ਗਿੱਲ ਸਾਹਿਬ, ਜਵਾਨ ਤੇ ਕੀ ਜਿਹੜੇ ਜਵਾਕ ਹੈ ਇਹ ਸਭ ਤੋਂ ਜ਼ਿਆਦਾ ਭੁੱਲਣ ਦੀ ਬਿਮਾਰੀ ਦੇ ਵਿੱਚ ਸ਼ਿਕਾਰ ਹੋ ਰਹੇ ਆ। ਸੋ ਛੋਟੇ ਬੱਚੇ ਜਿਹੜੇ ਹੈ ਵੱਡਿਆਂ ਦੇ ਨਾਲੋਂ ਇਹਨਾਂ ਨੂੰ ਜ਼ਿਆਦਾ ਪ੍ਰੋਬਲਮ ਆ ਰਹੀ ਹੈ। ਸੋ ਤੁਸੀਂ ਹੁਣ ਦੇਖੋ ਕਿ ਸਾਡੇ ਕੋਲ ਇੱਥੇ ਵੈਨਕੂਵਰ ਸਰੀ ਦੇ ਵਿੱਚ ਤੇ ਟੋਰਾਂਟੋ ਦੇ ਵਿੱਚ ਤੇ ਹੋਰ ਥਾਵਾਂ ਦੇ ਉੱਤੇ ਜਿਹੜੇ ਛੋਟੇ ਛੋਟੇ ਬੱਚੇ ਆ ਉਹ ਅੰਦਰੋਂ ਨਹੀਂ ਨਿਕਲਦੇ ਪਏ, ਇੰਨੇ ਡਿਪਰੈਸ਼ਨ ਦੇ ਵਿੱਚ ਜਾ ਚੁੱਕੇ ਆ, ਇੰਨੀ ਇਹਨਾਂ ਨੂੰ ਪ੍ਰੋਬਲਮ ਆਈ ਹੈ। ਕੁੜੀਆਂ ਜਿਹੜੀਆਂ ਹੈਗੀਆਂ ਸਾਡੀਆਂ 18 20 25 ਸਾਲ ਦੀਆਂ ਕੁੜੀਆਂ, ਉਹ ਡਿਪਰੈਸ਼ਨ ਦੇ ਵਿੱਚ ਬਹੁਤ ਜ਼ਿਆਦਾ ਅੰਦਰ ਹੀ ਬੈਠੀਆਂ ਰਹਿੰਦੀਆਂ। ਕੋਈ ਬੇਸਮੈਂਟ ਦੇ ਵਿੱਚ ਬੈਠੀ ਹੈ ਹਨੇਰਾ ਕਰਕੇ, ਉਹ ਆਪਣੇ ਘਰ ਦੇ ਵਿੱਚ ਹਨੇਰਾ ਕਰਕੇ ਬੈਠੀ ਹੈ। ਸੋ ਬੜੀ ਵੱਡੀ ਪ੍ਰੋਬਲਮ ਹੈ। ਮਾਂ ਪਿਓ ਵਿਚਾਰੇ ਜਿਹੜੇ ਆ ਉਹ ਉਦਾਂ ਹੀ ਉਹਨਾਂ ਨੂੰ ਦੇਖ ਦੇਖ ਕੇ ਛਦਾਈ ਹੋਏ ਫਿਰਦੇ ਆ। ਸੋ ਇਹ ਬਿਮਾਰੀ ਜਿਹੜੀ ਹੈ ਦਿਮਾਗ ਦੀ ਬਿਮਾਰੀ ਹੈ, ਇਹ ਭੁੱਲਣ ਦੀ ਬਿਮਾਰੀ ਹੈ, ਇਹ ਡਿਪਰੈਸ਼ਨ ਦੀ ਪ੍ਰੋਬਲਮ ਜਿਹੜੀ ਹੈ ਇਹ ਅੱਜ ਕੱਲ੍ਹ ਬਹੁਤ ਜ਼ਿਆਦਾ ਹੋ ਗਈ ਹੈ, ਕਿਉਂਕਿ ਸਾਡਾ ਜਿਹੜਾ ਦਿਮਾਗ ਹੈ ਉਹ ਇੰਨਾ ਪ੍ਰੋਪਰ ਕੰਮ ਨਹੀਂ ਕਰਦਾ ਤੇ ਸੋਚਦਾ ਜ਼ਿਆਦਾ। ਜਦੋਂ ਜ਼ਿਆਦਾ ਸੋਚਦਾ ਤੇ ਜਿਹੜੇ ਇਹਦੇ ਮਸਲ ਹੈਗੇ ਆ, ਨਾੜਾਂ ਹੈਗੀਆਂ, ਬ੍ਰੇਨ ਦਾ ਸਿਸਟਮ ਹੈਗਾ, ਬ੍ਰੇਨ ਦਾ ਉਹ ਸਾਰਾ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਤੇ ਉਹਦੇ ਨਾਲ ਫਿਰ ਸਾਨੂੰ ਜਿਹੜੀ ਹੈ ਡਿਮੈਂਸ਼ੀਆ ਦੀ ਪ੍ਰੋਬਲਮ ਆ ਜਾਂਦੀ ਹੈ। ਡਿਮੈਂਸ਼ੀਆ ਉਹਨੂੰ ਕਹਿੰਦੇ ਆ ਕਿ ਜਿਹੜਾ ਸਭ ਕੁਝ ਹੀ ਭੁੱਲ ਜਾਣਾ। ਸੋ ਗਿੱਲ ਸਾਹਿਬ, ਜਦੋਂ ਉਮਰ 50 ਸਾਲ 60 ਸਾਲ ਤੋਂ ਉੱਤੇ ਜਾਂਦੀ ਪਈ ਹੈ ਤੇ ਇਹ ਕੇਸ ਜਿਹੜੇ ਅੱਜ ਕੱਲ੍ਹ ਇੰਨੇ ਕੁ ਵੱਧਦੇ ਪਏ ਹੈ ਕਿ ਸਭ ਕੁਝ ਹੀ ਭੁੱਲ ਜਾਂਦਾ। ਨਾ ਉਹਨੂੰ ਪਤਾ ਲੱਗਦਾ ਇਹ ਮੇਰੀ ਧੀ ਹੈ, ਨਾ ਪਤਾ ਲੱਗਦਾ ਪੁੱਤ ਹੈ, ਨਾ ਪਤਾ ਲੱਗਦਾ ਭੈਣ ਹੈ ਕਿ ਭਰਾ ਹੀ ਕਿ ਕੌਣ ਹੈ। ਸੋ ਡਿਮੈਂਸ਼ੀਆ ਜਿਹੜਾ ਜਦੋਂ ਆਪਾਂ ਡਾਕਟਰਾਂ ਦੇ ਕੋਲ ਜਾਂਦੇ ਹਾਂ ਜਾਂ ਆਯੁਰਵੈਦਿਕ ਜਾਂ ਇਲਾਜ ਕਰਦੇ ਹਾਂ ਜਾਂ ਐਲੋਪੈਥੀ ਦਾ ਇਲਾਜ ਕਰਦੇ ਹਾਂ, ਐਲੋਪੈਥੀ ਦੇ ਵਿੱਚ ਸਿਰਫ ਤੇ ਸਿਰਫ ਇਹ ਨਸ਼ੇ ਦੀ ਹੀ ਜਿਹੜੀ ਦਵਾਈ ਆ ਉਹ ਦਿੱਤੀ ਜਾਂਦੀ ਹੈ ਤੇ ਮਰੀਜ਼ ਨੂੰ ਸਵਾਇਆ ਜਾਂਦਾ। ਸੋ ਇਹਦੇ ਵਾਸਤੇ ਆਪਾਂ ਗੱਲਬਾਤ ਕਰਦੇ ਹਾਂ। ਪਹਿਲੇ ਮੈਂ ਆਪਣਾ ਫੋਨ ਨੰਬਰ ਜ਼ਰੂਰ ਦੇ ਦੇਵਾਂ। ਸੋ 778 917 0444 778 917 0444 ਤੇ ਤੁਸੀਂ ਬਲਵਿੰਦਰ ਰੂਬਰ ਜੀ ਨਾਲ ਡਿਮੈਂਸ਼ੀਆ ਬਾਰੇ, ਦਿਮਾਗੀ ਕਮਜ਼ੋਰੀ ਬਾਰੇ ਜਾਂ ਡਿਪਰੈਸ਼ਨ ਬਾਰੇ ਜਾਂ ਹੋਰ ਜਿਹੜੀਆਂ ਇਹਦੇ ਨਾਲ ਰਿਲੇਟਡ ਬਿਮਾਰੀਆਂ ਉਹਦੇ ਨਾਲ ਵਾਸਤੇ ਤੁਸੀਂ ਸਲਾਹ ਮਸ਼ਵਰਾ ਸਰੀ ਦੇ ਵਿੱਚ ਕਰ ਸਕਦੇ ਹੋ। ਸੋ ਨਵਾਂ ਹੀ ਦੇਖ ਕੇ ਤੁਹਾਨੂੰ ਦੱਸ ਦਿੰਦੇ ਆ ਕਿ ਤੁਹਾਨੂੰ ਦਿਮਾਗੀ ਕਿਹੜੀ ਪ੍ਰੋਬਲਮ ਹੈਗੀ ਹੈ। ਸੋ ਗਿੱਲ ਸਾਹਿਬ, ਕਿ ਜਦੋਂ ਇਹੋ ਜਿਹੀਆਂ ਪ੍ਰੋਬਲਮਾਂ ਆਉਂਦੀਆਂ ਤੇ ਫਿਰ ਨਸ਼ੇ ਦੀਆਂ ਗੋਲੀਆਂ ਦੇ ਉੱਤੇ ਆਪਾਂ ਜ਼ਰੂਰ ਲੱਗ ਜਾਂਦੇ ਹਾਂ ਜੀ। ਡਾਕਟਰ ਕੋਸ਼ਿਸ਼ ਬਹੁਤ ਕਰਦੇ ਆ ਕਿ ਕੋਈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਡਿਮੈਂਸ਼ੀਏ ਚੋਂ ਜਾਂ ਡਿਪਰੈਸ਼ਨ ਚੋਂ ਕੱਢਣ ਵਾਸਤੇ ਜੀ, ਪਰ ਗੱਲ ਨਹੀਂ ਬਣਦੀ ਪਈ। ਸੋ ਬਹੁਤ ਬੀਬੀਆਂ, ਭੈਣਾਂ, ਭਰਾ, ਬਜ਼ੁਰਗ ਜਿਹੜੇ ਇਸ ਬਿਮਾਰੀ ਦੇ ਵਿੱਚ ਜਾ ਚੁੱਕੇ ਹੈ ਜੀ। ਸੋ ਇਲਾਜ ਤੋਂ ਵਾਂਝੇ ਉਹਨਾਂ ਕੋਲ ਕੋਈ ਇਲਾਜ ਨਹੀਂ ਰਹਿ ਗਿਆ ਤੇ ਫਿਰ ਹਾਰ ਕੇ ਹਾਲਾਤ ਕੀ ਹੁੰਦੇ ਆ ਕਿ ਡਿਮੈਂਸ਼ੀਆ ਜੀ ਭੁੱਲ ਗਿਆ ਤੇ ਚਲੋ ਤੁਰ ਗਿਆ ਰੱਬ ਦੇ ਕੋਲ। ਸੋ ਇਹਦੇ ਵਾਸਤੇ ਸਾਡੇ ਬਜ਼ੁਰਗਾਂ ਨੇ ਫਾਰਮੂਲੇ ਜਿਹੜੇ ਬਣਾਏ ਸੀ ਉਹ ਅੱਜ ਵੀ ਸਾਨੂੰ ਪਤਾ ਲੱਗਦਾ ਕਿ ਉਹ ਕਾਰਨਾਮੇ ਜਿਹੜੇ ਆ, ਫਾਰਮੂਲੇ ਜਿਹੜੇ ਆ ਬਹੁਤ ਵਧੀਆ ਫਾਰਮੂਲੇ ਆ ਜਿਹੜੇ ਕਿ ਡਿਮੈਂਸ਼ੀਆ ਚੋਂ ਮਾਲੀ ਖੋਲੀਆ, ਇਹਨੂੰ ਡਿਮੈਂਸ਼ੀ ਨੂੰ ਪੰਜਾਬੀ ਦੇ ਵਿੱਚ ਮਾਲੀ ਖੋਲੀਆ ਵੀ ਕਹਿੰਦੇ ਸੀ ਕਿ ਬੰਦਾ ਹੋਰ ਤਰੀਕੇ ਦੀਆਂ ਗੱਲਾਂ ਕਰਨ ਲੱਗ ਜਾਂਦਾ। ਕੋਈ ਕਹਿੰਦਾ ਜੀ ਜੰਮ ਆ ਗਏ, ਕੋਈ ਕਹਿੰਦਾ ਜੀ ਪੱਠੇ ਪਾਇਓ, ਕੋਈ ਕਹਿੰਦਾ ਜੀ ਆਹ ਕਰਿਓ, ਕੋਈ ਕਹਿੰਦਾ ਜੀ ਆਹ ਕਰਿਓ। ਸੋ ਉਹ ਬਿਮਾਰੀਆਂ ਦਾ ਇਲਾਜ ਜਿਹੜਾ ਅੱਜ ਵੀ ਹੈਗਾ, ਜੇ ਤੁਸੀਂ ਪ੍ਰੋਪਰ ਆਯੁਰਵੈਦਿਕ ਨੂੰ ਅਪਣਾ ਕੇ ਹਰਬਲ ਚੀਜ਼ਾਂ ਨੂੰ ਲੈ ਕੇ ਤੇ ਤੁਸੀਂ ਇਲਾਜ ਕਰ ਸਕਦੇ ਆ। ਜੇ ਬੱਚਿਆਂ ਨੂੰ ਭੁੱਲਣ ਦੀ ਬਿਮਾਰੀ ਹੈ, ਬੱਚਿਆਂ ਨੂੰ ਏਦਾਂ ਦੀ ਕੋਈ ਪ੍ਰੋਬਲਮ ਦੇਖਦੇ ਆ ਤੁਸੀਂ ਤੇ ਉਹਨੂੰ ਅਣਗਹਿਲੀ ਨਾ ਕਰੋ। ਉਹਨਾਂ ਨੂੰ ਖਸਖਾਸ, ਬਦਾਮ, ਬ੍ਰਹਮੀ, ਸ਼ੰਖ, ਪੁਸ਼ਪੀ ਚਾਰੇ ਚੀਜ਼ਾਂ ਘੋਟ ਕੇ ਪਾਊਡਰ ਬਣਾ ਕੇ ਅੱਧਾ ਕੁ ਚਮਚ ਜਿਹੜਾ ਰੋਜ਼ ਦੇ ਦਿਆ ਕਰੋ। ਬੱਚੇ ਪੜ੍ਹਾਈ ਦੇ ਵਿੱਚ ਵੀ ਤੇਜ਼ ਰਹਿਣਗੇ ਤੇ ਉਹਨਾਂ ਨੂੰ ਡਿਪਰੈਸ਼ਨ ਵਰਗੀ ਵੀ ਕੋਈ ਜਿਹੜੀ ਬਿਮਾਰੀ ਆ ਉਹ ਨਹੀਂ ਲੱਗੇਗੀ।
ਇਹ ਸਿਆਣੇ ਵੀ ਖਾ ਸਕਦੇ ਆ, ਬਜ਼ੁਰਗ ਵੀ ਖਾ ਸਕਦੇ ਆ, ਜਵਾਨ ਵੀ ਖਾ ਸਕਦੇ ਆ, ਬੱਚੇ ਵੀ ਖਾ ਸਕਦੇ ਆ। ਸੋ ਚੀਜ਼ਾਂ ਘਰੇਲੂ ਹੀ ਹੈ। ਜੇ ਘਰੇਲੂ ਚੀਜ਼ਾਂ ਅਸੀਂ ਖਾ ਕੇ ਠੀਕ ਹੋਈਏ, ਪਰ ਸਾਨੂੰ ਆਦਤ ਹੈ ਪੈਸੇ ਖਰਚਣ ਦੀ ਕਿ ਮਿਹਨਤ ਹੱਥੀਂ ਨਹੀਂ ਕਰਨੀ, ਤੇ ਆਲੇ ਦੁਆਲੇ ਬਣੀ ਦਵਾਈ ਜ਼ਰੂਰ ਲੈ ਆਣੀ ਹੈ, ਉਹ ਆਪਾਂ ਖਾਣੀ ਹੈ, 2-4 ਦਿਨ ਖਾਣੀ ਹੈ, ਕਹਿੰਦਾ ਆਰਾਮ ਤੇ ਆਇਆ ਕੋਈ ਨਹੀਂ। ਪਰ ਜਦੋਂ ਡਿਪਰੈਸ਼ਨ ਜਾਂ ਇਹੋ ਜਿਹੀਆਂ ਤੁਹਾਨੂੰ ਇਹਦੇ ਨਾਲ ਰਿਲੇਟਡ ਬਿਮਾਰੀਆਂ ਲੱਗ ਜਾਂਦੀਆਂ ਤੇ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਸੋ ਤੁਸੀਂ ਸਾਡੇ ਕਿਸੇ ਵੀ ਕਲੀਨਿਕ ਤੇ ਜਾ ਕੇ ਡਿਪਰੈਸ਼ਨ ਬਾਰੇ ਜੀ ਜਾਂ ਡਿਮੈਂਸ਼ੀਆ ਬਾਰੇ ਜਾਂ ਹੋਰ ਇਹਦੇ ਨਾਲ ਰਿਲੇਟਡ ਬਿਮਾਰੀਆਂ, ਕੰਨਾਂ ਦੇ ਵਿੱਚ ਛਾਂ ਹੋਣੀ ਲੱਗ ਜਾਂਦੀ ਹੈ, ਆਮ ਹੀ ਗੱਲ ਹੈ। ਹੁਣ ਇਹ ਬੜੇ ਮਰੀਜ਼ ਆਉਣ ਲੱਗੇ ਜੀ ਕੰਨਾਂ 'ਚ ਆਵਾਜ਼ਾਂ ਆਉਂਦੀਆਂ, ਛਾਂ ਦੀਆਂ, ਟੀਂ ਦੀਆਂ ਆਵਾਜ਼ਾਂ ਆਉਣ ਲੱਗ ਗਈਆਂ, ਜਾਂ ਮੈਨੂੰ ਕੋਈ ਇੱਧਰੋਂ ਆਵਾਜ਼ ਮਾਰਦਾ, ਕੋਈ ਮੈਨੂੰ ਇੱਧਰੋਂ ਮਾਰਦਾ, ਮੜ ਜਾ ਦਰਵਾਜ਼ਾ ਖੜਕਦਾ, ਮੈਨੂੰ ਘਬਰਾਹਟ ਹੋ ਜਾਂਦੀ ਹੈ, ਬੱਤੀ ਬੁਝਾ ਦਿੰਦੇ ਆ, ਘਬਰਾਹਟ ਹੋ ਜਾਂਦੀ ਹੈ। ਸੋ ਘਬਰਾਉਣ ਦੀ ਲੋੜ ਕੋਈ ਨਹੀਂ। ਉਹਦੇ ਵਾਸਤੇ ਜਿਹੜਾ ਮੈਂ ਫਾਰਮੂਲਾ ਦੱਸਿਆ, ਇਹ ਜੇ ਤੁਹਾਨੂੰ ਜ਼ਿਆਦਾ ਪ੍ਰੋਬਲਮ ਹੈ ਫਿਰ ਤੁਸੀਂ ਸਾਡੇ ਕਲੀਨਿਕ ਤੇ ਜਾ ਕੇ ਉਹਨਾਂ ਨਾਲ ਗੱਲਬਾਤ ਕਰੋ ਜਾਂ ਫੋਨ ਕਰੋ ਜੀ 7789170444 ਦੇ ਉੱਤੇ ਗੱਲਬਾਤ ਕਰਕੇ ਤੁਸੀਂ ਆਪਣੀ ਜਿਹੜੀ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਆ। ਤੇ ਡਿਪਰੈਸ਼ਨ ਤੇ ਡਿਮੈਂਸ਼ੀਆ ਤੇ ਇਹਦੇ ਨਾਲ ਐਂਗਜ਼ਾਇਟੀ ਜਾਂ ਘਬਰਾਹਟ ਜੋ ਵੀ ਤੁਹਾਨੂੰ ਹੁੰਦਾ, ਉਹ ਤੋਂ ਤੁਸੀਂ ਪਰਮਾਨੈਂਟਲੀ ਠੀਕ ਹੋ ਸਕਦੇ ਆ। ਤੇ ਨਾਲ ਹੀ ਸਾਡੇ ਜਿਹੜੇ ਕਲੀਨਿਕ ਹੈਗੇ ਆ ਜੀ, ਉਹਨਾਂ ਦੇ ਉੱਤੇ ਹੁਣ ਜਿਹੜੇ ਜੂਸ ਹੈਗੇ ਆ ਉਹ ਸਾਰੇ ਪਹੁੰਚ ਗਏ ਆ। ਸੋ ਉਹਦੇ ਵਿੱਚ ਮਰਿੰਗਾ ਜੂਸ, ਐਲੋਵੇਰਾ ਜੂਸ, 5 in 1 6 ਰਤਨ ਅੱਜ ਕੱਲ੍ਹ ਇਮਿਊਨਿਟੀ ਵਾਸਤੇ ਬੜੀ ਜ਼ਰੂਰਤ ਹੈ, ਕਿਉਂਕਿ ਇਮਿਊਨਿਟੀ ਨੂੰ ਸਟਰੋਂਗ ਕਰਨਾ, ਸਰੀਰ ਦਾ ਇਮਿਊਨ ਸਿਸਟਮ ਨੂੰ ਸਟਰੋਂਗ ਕਰਨਾ। ਸੋ ਉਹਦੇ ਵਿੱਚ ਵੀ ਅਸੀਂ 6 ਚੀਜ਼ਾਂ ਪਾ ਕੇ ਜਿਹੜਾ ਬਣਾਤਾ ਹੈਗਾ। ਉਹਦੇ ਵਿੱਚ ਵੀਟ ਗ੍ਰਾਸ ਹੈਗਾ, ਉਹਦੇ ਪਪੀਤੇ ਦੇ ਪੱਤਿਆਂ ਦਾ ਰਸ ਹੈ, ਗਲੋ ਹੈ, ਤੁਲਸੀ ਹੈ, ਐਲੋਵੇਰਾ ਹੈ ਤੇ ਸੁਹਾਂਜਨ ਦਾ ਰਸ। 6 ਰਤਨ ਜੂਸ ਜਿਹੜਾ ਇਮਿਊਨ ਸਿਸਟਮ ਨੂੰ, ਨਰਵਸ ਸਿਸਟਮ ਨੂੰ ਸਟਰੋਂਗ ਕਰਦਾ ਤੇ ਜਿਹੜੀਆਂ ਸਾਨੂੰ ਬਾਰ-ਬਾਰ ਬਿਮਾਰੀਆਂ ਲੱਗਦੀਆਂ, ਅਲਰਜੀਆਂ ਲੱਗਦੀਆਂ ਜਾਂ ਇਹੋ ਜਿਹੀਆਂ ਹੋਰ ਪ੍ਰੋਬਲਮ ਹੁੰਦੀਆਂ, ਉਹ ਉਹਦੇ ਨਾਲ ਠੀਕ ਹੁੰਦੀਆਂ ਜੀ। ਸਾਡੇ ਕੰਨੀ ਜਿਹੜਾ ਆਪਣਾ ਮੁੱਲਾਂਪੁਰ ਵਾਲਾ ਕਲੀਨਿਕ ਆ ਜੀ, ਉਹਦਾ ਫੋਨ ਨੰਬਰ ਦਿਓ, ਫਿਰ ਬਾਅਦ ਚ ਮੈਨੂੰ ਪੁੱਛਦੇ ਆ, ਦੱਸਿਓ ਜੀ। ਸੋ ਮੁੱਲਾਂਪੁਰ ਵਾਲਾ ਜਿਹੜਾ ਫੋਨ ਨੰਬਰ ਹੈ 9905 02000 9905 02000 ਦੇ ਉੱਤੇ ਤੁਸੀਂ ਮੁੱਲਾਂਪੁਰ ਕਲੀਨਿਕ ਦੇ ਉੱਤੇ ਜਾ ਸਕਦੇ ਆ ਫੋਨ ਕਰਕੇ। ਰਸ਼ ਬਹੁਤ ਹੁੰਦਾ ਉੱਥੇ, ਸੋ ਤੁਸੀਂ ਜਾ ਕੇ ਉੱਥੇ ਗੱਲਬਾਤ ਕਰ ਸਕਦੇ ਆ ਤੇ ਕੋਈ ਵੀ ਦਵਾਈ ਲੈ ਸਕਦੇ ਆ। ਜੇ ਤੁਸੀਂ ਮੈਨੂੰ ਮਿਲਣਾ 7574 ਤੇ ਅੱਗੇ ਸਾਰੀਆਂ 7574 0000 ਦੇ ਉੱਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਆ ਤੇ ਮੈਂ ਵੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿਣਾ। ਜੇ ਤੁਸੀਂ ਟੋਰਾਂਟੋ ਹੈ 905 874 3333 ਦੇ ਉੱਤੇ ਗੱਲਬਾਤ ਕਰ ਸਕਦੇ ਆ। ਤੇ ਜੇ ਤੁਸੀਂ ਵੈਨਕੂਵਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬੈਠੇ ਆ ਤੇ ਉੱਥੇ ਫਿਰ 778 917 0444 ਦੇ ਉੱਤੇ ਬਲਵਿੰਦਰ ਰੂਬਲ ਜੀ ਨਾਲ ਗੱਲ ਕਰ ਸਕਦੇ ਆ, ਜਿਹੜੇ ਕਿ ਤੁਹਾਡੀ ਨਬਜ਼ ਦੇਖ ਕੇ ਉਸੇ ਵੇਲੇ ਤੁਹਾਡੀ ਬਿਮਾਰੀ ਪਛਾਣ ਕੇ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਤੁਹਾਨੂੰ ਬ੍ਰਹਮੀ ਚਾਹੀਦੀ ਹੈ, ਤੁਹਾਨੂੰ ਸੰਖ ਪੁਸ਼ਪੀ ਚਾਹੀਦੀ ਹੈ, ਤੁਹਾਨੂੰ ਅਸ਼ਵਗੰਧਾ ਚਾਹੀਦਾ, ਤੁਹਾਨੂੰ ਕਿਹੜੀ ਚੀਜ਼ ਚਾਹੀਦੀ ਹੈ। ਸੋ ਉਹਦੇ ਨਾਲ ਡਿਪਰੈਸ਼ਨ, ਐਂਗਜ਼ਾਇਟੀ, ਟੈਨਸ਼ਨ ਤੇ ਇਹੋ ਜਿਹੀਆਂ ਡਿਮੈਂਸ਼ੀਆ ਦੀਆਂ ਬਿਮਾਰੀਆਂ ਜਿਹੜੀਆਂ ਉਹ ਠੀਕ ਹੁੰਦੀਆਂ। ਸੋ ਕੋਈ ਵੀ ਆਈਟਮ ਤੁਸੀਂ ਲੈਣੀ ਹੈ ਜਾਂ ਕੋਈ ਵੀ ਸਲਾਹ ਮਸ਼ਵਰਾ ਕਰਨਾ, ਜਿਵੇਂ ਲੱਕ ਦੀ ਦਰਦ ਹੋ ਗਈ, ਡਿਸਕ ਦੀ ਪ੍ਰੋਬਲਮ ਹੋ ਗਈ, ਸਰਵਾਈਕਲ ਦੀ ਪ੍ਰੋਬਲਮ ਹੋ ਗਈ, ਪੇਟ ਦੀ ਪ੍ਰੋਬਲਮ ਹੋ ਗਈ, ਲਿਵਰ ਫੈਟੀ ਹੋ ਗਿਆ, ਲਿਵਰ ਸਰੈਸਿਸ ਹੋ ਗਿਆ, ਜਾਂ ਲਿਵਰ ਕੰਮ ਨਹੀਂ ਕਰਦਾ ਪਿਆ, ਡਾਕਟਰਾਂ ਨੇ ਜਵਾਬ ਦੇ ਦਿੱਤਾ, ਤੇ ਫਿਰ ਤੁਸੀਂ ਬਲਵਿੰਦਰ ਰੂਬਲ ਜੀ ਕੋਲ ਜਾ ਕੇ ਆਪਣਾ ਜਿਹੜਾ ਟ੍ਰੀਟਮੈਂਟ ਹੈ ਬੜੇ ਤਸੱਲੀ ਦੇ ਨਾਲ ਕਰਾ ਸਕਦੇ ਹੋ। ਤੇ ਬੜਾ ਠੰਡੇ ਧੀਰੇ ਤੇ ਠੰਡੇ ਦਿਮਾਗ ਦੇ ਨਾਲ ਦੇਖ ਕੇ, ਮਰੀਜ਼ ਦੀ ਤਸਵੀਰ ਦੇਖ ਕੇ ਪ੍ਰੋਪਰ, ਤੇ ਫਿਰ ਇਹ ਇਲਾਜ ਕਰਦੇ ਆ ਜੀ। ਕਿਉਂਕਿ ਮੇਰੇ ਨਾਲੋਂ ਵੀ ਜ਼ਿਆਦਾ ਗੌਰ ਕਰਦੇ ਆ, ਕਿਉਂਕਿ ਜਦੋਂ ਜਿੱਥੇ ਮੈਂ ਆਪਣੇ ਬੰਦੇ ਛੱਡੇ ਆ, ਸੋ ਬੜੇ ਗੌਰ ਦੇ ਨਾਲ ਟ੍ਰੀਟਮੈਂਟ ਚੱਲਦਾ। ਕਿਉਂਕਿ ਹੈਵੀ ਰਸ਼ ਹੋਣ ਕਰਕੇ ਥੋੜਾ ਜਿਹਾ ਟਾਈਮ ਤੇ ਜ਼ਰੂਰ ਲੱਗਦਾ, ਪਰ ਤੁਸੀਂ ਠੀਕ ਹੁੰਦੇ ਆ। ਜਦੋਂ ਠੀਕ ਹੁੰਦੇ ਆ ਤੇ ਮੈਂ ਵੀ ਉਹਦੇ ਨਾਲ ਮੇਰੇ ਦਿਮਾਗ ਨੂੰ ਵੀ ਬੜੀ ਠੰਡਕ ਪਹੁੰਚਦੀ ਹੈ ਕਿ ਮੈਂ ਜਿਹੜੇ ਵੀ ਬੰਦੇ ਆਪਣੇ
ਮੇਰੇ ਨਾਲ ਕੰਮ ਕਰਦੇ ਪਏ ਹੈ, ਟੀਮ ਬਹੁਤ ਵਧੀਆ ਹੈਗੀ ਹੈ। ਸੋ ਜਦੋਂ ਸਾਡੀ ਟੀਮ ਪ੍ਰੋਪਰ ਕੰਮ ਕਰਦੀ ਹੈ, ਮੈਂ ਪਿੱਛੋਂ ਦਵਾਈਆਂ ਉਹਨਾਂ ਨੂੰ ਪ੍ਰੋਪਰ ਬਣਾ ਕੇ ਭੇਜਦਾ ਤੇ ਬੜੇ ਮਨ ਨੂੰ ਖੁਸ਼ੀ ਹੁੰਦੀ ਹੈ। ਸੋ ਕਿਸੇ ਵੀ ਵੀਰ ਭੈਣ ਨੂੰ ਕਿਸੇ ਤਰੀਕੇ ਦੀ ਦਿੱਕਤ ਹੈਗੀ ਹੈ ਤੇ ਉਹ ਸਾਡੇ ਨਾਲ ਰਾਬਤਾ ਜ਼ਰੂਰ ਕਾਇਮ ਕਰੇ, ਤਾਂ ਕਿ ਲੇਟ ਨਾ ਹੋਇਆ ਕਰੋ। ਲੇਟ ਹੋਣ ਦੇ ਨਾਲ ਬਿਮਾਰੀਆਂ ਵੱਧਦੀਆਂ ਹੀ ਹੈ, ਬਿਮਾਰੀਆਂ ਘਟਦੀਆਂ ਨਹੀਂ। ਸੋ ਲੇਟ ਨਾ ਹੋਇਆ ਕਰੋ, ਪ੍ਰੋਪਰ ਜਾ ਕੇ ਇਲਾਜ ਕਰਾਓ, ਠੀਕ ਹੋ ਕੇ ਤੇ ਤੰਦਰੁਸਤੀ ਪਾਓ ਜੀ। ਧੰਨਵਾਦ ਜੀ, ਬਹੁਤ ਬਹੁਤ ਬੈਦ ਜੀ, ਤੇ ਫੇਰ ਗੱਲਬਾਤ ਹੋਏਗੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਮਰਦੀਪ ਸਿੰਘ ਬਲਗੂਲਗਿਓਂ ਕੌਬਸਾਰਪੁਰ, ਜਿਵੇਂ ਭੂਆ ਦਾ ਪਿੰਡ ਕਹੀਦਾ ਹੁੰਦਾ, ਦੌਦ ਵਾਲੀ ਭੂਆ, ਇਉਂ ਹੀ ਬਲਗੂਲਗਾ ਇਉਂ ਲੱਗਦਾ ਜਿਵੇਂ ਨੇੜੇ ਬੈਠਾ ਹੋਵੇ। ਕੌਬਸਾਰਪੁਰ ਤੋਂ ਸਰਾੜ ਸਾਹਿਬ ਗੱਲਬਾਤ ਕਰਦੇ ਨੇ। ਮੰਦਾਵਣੀ ਦੀ ਅੱਜ 5ਵੀਂ ਕੜੀ ਹੈ, ਬਹਿ ਜਾ ਹੋਈ ਪਈ ਆ, ਸ਼ਹਿਬਰਾਂ ਲੱਗਦੀਆਂ ਤੇ ਜੀਓ ਆਇਆ ਕਹਿੰਦੇ ਆ। ਭਾਈ ਸਾਹਿਬ ਬਹੁਤ ਬਹੁਤ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਫਤਿਹ ਭਾਈ ਸਾਹਿਬ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਉਮੀਦ ਰੱਖਦੇ ਹਾਂ ਕਿ ਬਹੁਤ ਵਧੀਆ ਤੁਸੀਂ ਕੈਨੇਡਾ ਦੇ ਵਿੱਚ ਆਨੰਦਮਈ ਹੋਵੋਗੇ, ਔਰ ਸਾਰੇ ਸਾਡੇ ਸਰੋਤੇ ਜਿਹੜੇ ਸਾਨੂੰ ਸੁਣ ਰਹੇ ਨੇ ਉਹਨਾਂ ਨੂੰ ਵੀ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੰਦਾਵਣੀ ਪੜ੍ਹਦੇ ਜਦ ਮੈਂ ਤੁਹਾਡਾ ਪੜ੍ਹਿਆ, ਜਦ ਢਿੱਲੇ ਹੋਣ ਤੋਂ ਬਾਅਦ ਬੇਬਲ ਹੋਣ ਤੋਂ ਬਾਅਦ ਸੁੱਤੇ ਪਿਆ ਨੂੰ ਜਿੱਦਣ ਫੇਰ ਚਾਨਣ ਹੋਇਆ, ਅਸੀਂ ਸੌਂਦੇ ਆ ਤੇ ਸੌਂ ਕੇ ਫਿਰ ਕਦੇ ਪਿੰਡ ਗੇੜਾ ਦਿੰਦੇ ਆ, ਕਦੇ ਮੁੜੇ ਆਉਂਦੇ ਆ, ਕਦੇ ਕੋਠੇ ਤੋਂ ਡਿੱਗਣ ਲੱਗਦੇ ਆ, ਕੋਈ ਫੜ ਲੈਂਦਾ ਹੈ। ਇਹ ਜਿਹੜੀ ਅਵਸਥਾ ਹੈ ਸੌਣ ਦੀ ਜਾਂ ਡੀਪ ਡਰੀਮ ਦੀ ਤੇ ਗਾਹਾਂ ਫਿਰ ਡੂੰਘੀ ਨੀਂਦ 'ਚ ਸੌਣ ਦੀ, ਪਿਛਲੇ ਦਿਨੀ ਕੁਛ ਸਾਇੰਸਦਾਨ, ਕੁਛ ਪੜ੍ਹੇ ਲਿਖੇ ਕਹਿੰਦੇ ਸੀ ਬਈ ਜਦ ਤੁਸੀਂ ਅਰਧ ਨੀਂਦ ਦੇ ਵਿੱਚ ਹੁੰਦੇ ਹੋ ਬਹੁਤ ਕੁਛ ਚਿਤਵਦੇ ਹੋ, ਕਈ ਵਾਰ ਦਿਨ ਵਾਲੀਆਂ ਚੀਜ਼ਾਂ ਰਾਤ ਨੂੰ ਦੁਬਾਰਾ ਦੁਹਰਾ ਦਿੰਦੇ। ਇਹਦੇ ਬਾਰੇ ਅੱਜ ਮੈਂ ਤੁਹਾਡੀ ਕਿਤਾਬ ਦੇ ਹਿਸਾਬ ਦੇ ਨਾਲ ਇੱਥੋਂ ਅੱਗੇ ਚੱਲਣਾ ਚਾਹੁੰਦਾ ਕਿ ਇਹ ਅਵਸਥਾ ਕੀ ਹੈ ਜੀ? ਹਾਂਜੀ, ਇਹਦੇ ਬਾਰੇ ਨਾ ਵੈਸੇ ਸਾਡੇ ਭਾਰਤੀ ਦਰਸ਼ਨ ਦੇ ਵਿੱਚ, ਸਾਡੀ ਸੱਭਿਅਤਾ ਦੇ ਵਿੱਚ ਬਹੁਤ ਵੱਡੇ ਵੱਡੇ ਕੰਮ ਹੋਏ ਨੇ ਜੀ। ਸਾਇੰਸ ਹੈ ਜੇ 3 ਅਵਸਥਾ ਦੀ ਸਟੱਡੀ ਕਰ ਰਹੀ ਆ, ਤੇ ਇਹਦੀਆਂ ਅਵਸਥਾ ਵੀ ਆਪਾਂ ਗੱਲ ਕਰਾਂਗੇ। ਪਰ ਜਿਹੜੀ ਗੁਰਬਾਣੀ ਹੈ ਉਹ ਚੌਥੀ ਅਵਸਥਾ ਦੀ ਬਹੁਤ ਡੂੰਘੀ ਗੱਲ ਕਰ ਗਏ ਆ। ਹਾਲਾਂਕਿ ਇਹ ਵੀ ਉਪਨਿਸ਼ਦਾਂ ਦੇ ਵਿੱਚ ਵੀ ਚੌਥੀ ਅਵਸਥਾ ਦਾ ਜ਼ਿਕਰ ਹੈ। ਤੇ ਤੁਸੀਂ ਗੱਲ ਕੀਤੀ ਸੀ ਕਿ ਜਦੋਂ ਮੈਂ ਬਿਮਾਰ ਹੋਇਆ ਤੇ ਉਸ ਤੋਂ ਬਾਅਦ ਮਤਲਬ ਕਾਫੀ ਚਿੰਤਨ ਪਹਿਲਾਂ ਵੀ ਕਰ ਰਿਹਾ ਸੀ, ਪਰ ਉਸ ਤੋਂ ਬਾਅਦ ਥੋੜਾ ਜ਼ਿਆਦਾ ਡੂੰਘਾ ਹੋ ਗਿਆ ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਦੁੱਖ ਦਾਰੂ ਸੁੱਖ ਰੋਗ ਪਿਆ, ਤੇ ਸੁੱਖਾਂ ਦੇ ਵਿੱਚ ਸਾਨੂੰ ਸਮਝ ਨਹੀਂ ਆਉਂਦੀ। ਅਸੀਂ ਬਿਜ਼ੀ ਰਹਿੰਦੇ ਹਾਂ ਕਿ ਆਹ ਵੀ ਕਰ ਲਈਏ, ਉਹ ਵੀ ਕਰ ਲਈਏ, ਪਰ ਜਦੋਂ ਸਾਨੂੰ ਦੁੱਖ ਆਉਂਦਾ ਫਿਰ ਅਸੀਂ ਟਿਕ ਕੇ ਬਹਿੰਦੇ ਹਾਂ, ਫਿਰ ਅਸੀਂ ਚਿੰਤਨ ਕਰਦੇ ਹਾਂ। ਉਹ ਜਿਹੜੀ ਹਲਕੀ ਹਲਕੀ ਪੀੜ ਹੈ ਜਾਂ ਜ਼ਿਆਦਾ ਪੀੜ ਹੈ, ਉਹ ਸਾਨੂੰ ਸਾਡੇ ਏਕੇ ਕੋਲ, ਸਾਡੇ ਆਪਣੇ ਆਪ ਸੈਲਫ ਦੇ ਬਹੁਤ ਨੇੜੇ ਲੈ ਜਾਂਦੀ ਆ, ਤੇ ਉਹ ਦਵਾਈ ਵਾਂਗਰ ਕੰਮ ਕਰਦੀ ਹੈ ਇਸ ਸੁਰਤ ਦੇ ਲਈ। ਸੁਰਤ ਜਿਹੜੀ ਮੁੱਖ ਸੁਰਤ ਹੈ, ਵੱਡੀ ਸੁਰਤ ਹੈ, ਸਭ ਸੁਰਤੀ ਮਿਲ ਸੁਰਤ ਕਮਾਈ, ਉਹ ਵੱਡੀ ਸੁਰਤ ਦੇ ਸਾਨੂੰ ਸਾਡੀ ਸੁਰਤ ਨੂੰ ਉਹਦੇ ਲਾਗੇ ਲੈ ਜਾਂਦੀ ਹੈ। ਇਹ ਦਵਾਈ ਵਾਂਗਰ ਕੰਮ ਕਰਦੀ ਹੈ ਦੁੱਖ ਜਿਹੜੇ ਨੇ। ਤੇ ਜਿਹੜੀਆਂ ਆਮ ਅਸੀਂ ਵਿਚਰਦੇ ਹਾਂ ਨਾ, ਇੱਕ ਧਰਤੀ ਤੇ ਜੀਵ ਜਿਹੜਾ ਹੈ ਜਿਹਨੂੰ ਹਜੇ ਪੂਰੀ ਸੂਝੀ ਨਹੀਂ ਆਈ ਜੀ, ਅਸੀਂ 3 ਅਵਸਥਾਵਾਂ ਦੇ ਵਿੱਚ 24 ਘੰਟੇ ਬਿਤਾਉਂਦੇ ਹਾਂ, ਤੇ ਇਹ ਸਾਈਕਲ ਸਾਡਾ ਚੱਲਦਾ ਹੈ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਦੂਸਰੇ ਦਿਨ ਦਾ ਚੜ੍ਹਨ ਤੋਂ। ਇਹ ਰੱਬ ਨੇ ਕਾਲ ਬਣਾਇਆ ਹੋਇਆ। ਕਾਲ ਇਸ ਤਰ੍ਹਾਂ ਚੱਲਦਾ ਹੈ ਮਨੁੱਖ ਦੇ ਲਈ ਜੀ। ਵੈਸੇ ਤਾਂ ਹਰ ਜੀਵ ਹੈ ਜਿਹੜਾ ਛੋਟਾ ਵੱਡਾ, ਉਹਦਾ ਆਪਣਾ ਕਾਲ ਹੈ। ਹੁਣ ਬੈਕਟੀਰੀਆ ਦਾ ਕੁਝ ਘੰਟੇ ਹੋ ਸਕਦਾ ਹੈ, ਵਾਇਰਸ ਦਾ ਕੁਝ ਸੈਕਿੰਡ ਹੋ ਸਕਦਾ ਹੈ, ਪੰਛੀਆਂ ਲਈ ਹੋਰ ਕਾਲ ਹੋ ਸਕਦਾ ਹੈ, ਜਾਂ ਉਹਨਾਂ ਦੇ ਜੀਵਨ ਕਾਲ। ਪਰ ਜਿਹੜਾ ਮਨੁੱਖ ਦਾ ਉਹ 24 ਘੰਟੇ ਦਾ ਕਹਿ ਸਕਦੇ ਹਾਂ। ਔਰ ਇਸ 24 ਘੰਟੇ ਦੇ ਵਿੱਚ ਇਸ ਸਰੀਰ ਨੂੰ ਕਾਇਮ ਰੱਖਣਾ, ਇਸ ਨੂੰ ਵਰਤਣਾ, ਇਸ ਦੀ ਮੁੜ ਕੇ ਰਿਪੇਅਰ ਕਰਨੀ, ਇਹਦੇ ਵਿੱਚ 24 ਘੰਟੇ ਵਿੱਚ 3 ਅਵਸਥਾਵਾਂ ਆਉਂਦੀਆਂ ਜੀ। ਪਹਿਲਾਂ ਤਾਂ ਅਸੀਂ ਜਾਗਰਤ ਅਵਸਥਾ ਦੀ ਗੱਲ ਕਰਦੇ ਹਾਂ, ਜਿਹਨੂੰ ਕਿ ਅਵੇਕ ਸਟੇਟ ਵੀ ਕਹਿੰਦੇ ਆ, ਕਿ ਅਸੀਂ ਜਾਗ ਰਹੇ ਹਾਂ ਜੀ।
ਜਾਗ ਰਹੇ ਦਾ ਮਤਲਬ ਇਹ ਹੈ ਕਿ ਸਾਡੀਆਂ ਅੱਖਾਂ ਵੀ ਖੁੱਲੀਆਂ ਨੇ, ਸਾਡੀਆਂ 5 ਜਿਹੜੀਆਂ ਸੈਂਸਿਸ ਨੇ ਉਹ ਕੰਮ ਕਰ ਰਹੀਆਂ ਨੇ। ਅਸੀਂ ਤੁਰ ਵੀ ਸਕਦੇ ਹਾਂ, ਫਿਰ ਵੀ ਸਕਦੇ ਹਾਂ, ਇੱਥੋਂ ਉੱਥੇ ਵੀ ਜਾ ਸਕਦੇ ਹਾਂ, ਕਨਵਰਸੇਸ਼ਨ ਵੀ ਡੇਲੀ ਜੋ ਆਪਾਂ ਕਾਰਜ ਕਰਦੇ ਹਾਂ, ਆਪਣੀ ਜੌਬ ਤੇ ਜਾਂਦੇ ਹਾਂ। ਠੀਕ ਜੀ। ਹੁਣ ਵੀ ਅਸੀਂ ਆਪਸ 'ਚ ਜਿਹੜੀਆਂ ਗੱਲਾਂ ਕਰ ਰਹੇ ਹਾਂ ਜਾਗਰਤ ਅਵਸਥਾ 'ਚ ਕਰ ਰਹੇ ਹਾਂ। ਠੀਕ ਜੀ। ਸੋ ਇਹਦੇ ਵਿੱਚ ਜਿਹੜੇ ਉਪਨਿਸ਼ਦ ਇਹ ਕਹਿੰਦੇ ਨੇ, ਹੁਣ ਮੈਨੂੰ ਜ਼ਿਆਦਾ ਡਿਟੇਲ 'ਚ ਨਹੀਂ ਹੋ ਸਕਦਾ, ਮੈਂ ਥੋੜਾ ਬਹੁਤ ਆਫ ਨੰਬਰ ਵੀ ਹੋਵਾਂ, ਕਿ 21 ਗੁਣ ਜਿਹੜੇ ਨੇ ਸਰੀਰ ਦੇ ਵਿੱਚ ਉਹ ਪੂਰੀ ਤਰ੍ਹਾਂ ਕਾਰਜਸ਼ੀਲ ਹੁੰਦੇ ਨੇ, ਕੰਮ ਕਰ ਰਹੇ ਹੁੰਦੇ ਨੇ ਜਿਹੜੇ ਸੁਰਤ ਦੇ ਆ। ਜਿਵੇਂ ਹੁਣ ਅੱਖਾਂ ਨੇ, ਅੱਖਾਂ ਕੰਨ ਨੇ, 5 ਇੰਦਰੀਆਂ ਫਿਜ਼ੀਕਲ ਨੇ, ਇਹ ਖੁੱਲੀਆਂ ਹੁੰਦੀਆਂ ਨੇ, ਆਪਣੇ ਪਲਕਾਂ ਖੁੱਲੀਆਂ ਹੁੰਦੀਆਂ ਨੇ, ਕੰਨ ਖੋਲ ਕੇ ਸੁਣ ਰਹੇ ਹੁੰਦੇ ਨੇ। ਤੇ ਇਹਦੇ ਪਿੱਛੇ ਜਿਹੜੇ ਫਿਰ ਵਿੱਚ 5 ਸੈਂਸਰ ਨੇ ਉਹ ਵੀ ਪੂਰੀ ਤਰ੍ਹਾਂ ਐਕਟਿਵ ਹੁੰਦੇ ਨੇ। ਫਿਰ ਉਹਦੇ ਜਿਹੜੇ ਪ੍ਰੋਸੈਸਿੰਗ ਚੱਲ ਰਹੀ ਹੁੰਦੀ ਆ, ਉਹਨਾਂ ਜਿਹੜੀ ਇਨਪੁਟ ਆ ਰਹੀ ਹੁੰਦੀ ਆ, ਉਹ ਸਾਡੀ ਜਿਹੜੀ ਵਿਅਕਤੀ ਆ ਉਹ ਵੀ ਐਕਟਿਵ ਹੁੰਦੀ ਆ। ਤੇ ਇਹ 5 ਜਿਹੜੀਆਂ ਮਨ ਨੂੰ ਪ੍ਰਭਾਵ ਕਰਦੀਆਂ, ਮਨ ਜਿਹੜੀ ਉਹ ਤੋਂ ਬਾਅਦ ਫੀਲਿੰਗ ਲੈ ਰਿਹਾ ਹੁੰਦਾ ਆ ਜੀ, ਉਹ ਵੀ 5 ਐਕਟਿਵ ਹੁੰਦੀਆਂ। ਤੇ ਇਹ 20 ਹੋ ਗਏ। ਤੇ 21ਵਾਂ ਜਿਹੜਾ ਸੈਲਫ ਹੈ ਆਪਣਾ ਮੂਲ ਮਨ ਦਾ, ਉਹ ਵੀ ਇਹਨਾਂ ਨੂੰ ਵਾਚ ਰਿਹਾ ਹੁੰਦਾ ਤੇ ਉਹ ਵੀ ਪ੍ਰਭਾਵਿਤ ਹੋ ਰਿਹਾ ਹੁੰਦਾ। ਤੇ ਇਹਦੇ ਵਿੱਚ ਸਾਡੇ ਜਿਹੜੇ 21 ਹੁਣ ਇਹਦੇ ਬਾਰੇ ਮੈਂ ਡਿਟੇਲ 'ਚ ਫਿਰ ਆਪਾਂ ਕੱਢ ਸਕਦੇ ਹਾਂ, ਪਰ ਇਉਂ ਕਹਿੰਦੇ ਨੇ ਉਪਨਿਸ਼ਦ ਕਿ ਜਾਗਰਤ ਅਵਸਥਾ ਵਿੱਚ ਅਸੀਂ ਫੁੱਲੀ ਐਕਟਿਵ ਹੁੰਦੇ ਹਾਂ। ਸਾਡੀ ਜਿਹੜੀ ਊਰਜਾ ਉਹ ਬਾਹਰ ਨੂੰ ਜਾ ਰਹੀ ਹੁੰਦੀ ਆ, ਅੰਦਰੋਂ ਅਸੀਂ ਥੱਕ ਰਹੇ ਹੁੰਦੇ ਹਾਂ, ਥਕਾਨ ਵੱਲ ਨੂੰ ਚੱਲ ਰਹੇ ਹੁੰਦੇ ਹਾਂ। ਸਾਡੀ ਜਿਹੜੀ ਆਤਮਾ ਆ ਉਹ ਇਸ ਸੰਸਾਰ ਦੇ ਵਿੱਚ ਬਾਹਰ ਨੂੰ ਫੈਲ ਰਹੀ ਹੁੰਦੀ ਆ। ਇਹ ਹੈਗੀ ਜਾਗਰਤ, ਜਾਗਣ ਵਾਲੀ ਅਵਸਥਾ, ਅਵੇਕ। ਬੋਡੀ ਦੀ ਵੇਅਰ ਟੇਅਰ ਬਹੁਤ ਹੁੰਦੀ ਹੈ ਇਹਦੇ ਵਿੱਚ, ਠੀਕ, ਮਨ ਦੀ ਵੀ ਬਹੁਤ ਹੁੰਦੀ। ਇਹਦਾ ਕੋਈ ਸਮਾਂ ਘੰਟੇ ਨੇ ਇਹਦੇ ਕੋਈ? ਵੈਸੇ ਜੇ ਦੇਖਿਆ ਜਾਵੇ ਤਾਂ ਇਹ 6 ਤੋਂ ਲੈ ਕੇ 10 ਘੰਟੇ ਮੰਨਿਆ ਜਾਂਦਾ ਕਿ ਜਾਗਰਤ ਅਵਸਥਾ ਜਿਹੜੀ ਆ ਉਹ ਇੱਕ ਜਿਹੜਾ ਵਰਕਿੰਗ ਬੰਦਾ ਆ, ਕੰਮ ਕਰਨ ਵਾਲਾ, ਕਾਰਜ ਕਰਨ ਵਾਲਾ, ਤੇ 10 ਘੰਟੇ ਉਹਦੀ ਚਾਹੀਦੀ ਹੈ, ਮਤਲਬ ਵੇਖ। ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਆ ਜਾਂਦੀ ਹੈ ਜੀ ਸਵਪਨ ਅਵਸਥਾ, ਡ੍ਰੀਮ ਸਟੇਟ। ਅੱਛਾ ਜੀ। ਡ੍ਰੀਮ ਸਟੇਟ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਪੈਂਦਾ। ਇਹ 21 ਜਿਹੜੀਆਂ ਆਪਾਂ ਬਿਰਤੀਆਂ ਗਿਣੀਆਂ ਨੇ, ਇਹਨਾਂ ਦੇ ਵਿੱਚੋਂ 5 ਬੰਦ ਹੋ ਜਾਂਦੀਆਂ, ਯਾਨੀ ਕਿ ਜਿਹੜੀ ਸਾਡੀ ਫਿਜ਼ੀਕਲ ਬਾਹਰਲੀਆਂ ਨੇ, ਜਿਹੜੀ ਆਈਲਿਡ ਹੈ ਉਹ ਬੰਦ ਹੋ ਜਾਂਦੀ, ਅੱਖਾਂ ਮੀਚ ਹੋ ਜਾਂਦੀਆਂ, ਕੰਨ ਬੰਦ ਹੋ ਜਾਂਦੇ, ਬਾਹਰੋਂ ਇਨਪੁਟ ਨਹੀਂ ਆਉਂਦੀ ਫਿਰ ਉਹਦੇ ਵਿੱਚ। ਬਾਕੀ ਪਰ ਉਹ ਸਾਡਾ ਜਿਹੜੇ ਅੰਦਰਲੇ ਸੈਂਸਰ ਹੈ ਉਹ ਐਕਟਿਵ ਹੁੰਦੇ ਨੇ, ਉਹਦੀ ਜਿਹੜੀ ਪ੍ਰੋਸੈਸਿੰਗ ਐਕਟਿਵ ਹੁੰਦੀ ਹੈ, ਮਨ ਐਕਟਿਵ ਹੁੰਦਾ, ਸੈਲਫ ਐਕਟਿਵ ਹੁੰਦਾ, ਸੁਰਤ। ਤੇ ਦੂਸਰੀ ਜਿਹੜੀ ਇੰਟਰਸਟਿੰਗ ਗੱਲ ਇਹ ਹੈ ਵੀ ਇਹ ਜ਼ਰੂਰੀ ਨਹੀਂ ਵੀ ਇਹਨਾਂ 'ਚ ਟ੍ਰਾਂਜ਼ੀਸ਼ਨ ਵੀ ਹੁੰਦੀ ਆ, ਜਿਹੜੀ ਕਿ ਸੌਣ ਦੇ ਤਾਂ ਸਵਪਨ ਦੇ ਮਤਲਬ ਜਾਗਣ ਤੇ ਸੌਣ ਦੇ ਵਿੱਚ ਹੁੰਦੀ ਆ। ਇਹ ਤਕਰੀਬਨ ਸਵਪਨ ਅਵਸਥਾ ਵੀ ਕਹਿੰਦੇ ਵੀ 6 ਤੋਂ 8 ਘੰਟੇ ਚੱਲਦੀ ਆ, ਔਰ ਇਹ ਏਦਾਂ ਨਹੀਂ ਆਉਂਦੀ ਵੀ ਇਕੱਠੀ ਆਉਂਦੀ ਆ। ਅੱਛਾ ਜੀ। ਇਹ ਵੀ ਸਟੇਜਿਸ ਦੇ ਵਿੱਚ ਆਈ ਜਾਂਦੀ ਆ, ਇਨ ਆਊਟ ਹੋਈ ਜਾਂਦੀ ਆ ਡੀਪ ਸਲੀਪ ਦੇ ਨਾਲ। ਪਰ ਵੱਧ ਤੋਂ ਵੱਧ ਜਿਹੜੀ ਡੀਪ ਸਲੀਪ ਹੈ, ਬਾਅਦ ਚੋਂ ਗੱਲ ਕਰਦੇ ਹਾਂ, ਉਹ ਵੱਧ ਤੋਂ ਵੱਧ 2 ਜਾਂ 3 ਘੰਟੇ ਆਉਂਦੀ ਆ, ਜਿੱਦਾਂ ਕਿਸ ਨੇ ਹੁਣ ਗੱਲ ਸਟੱਡੀ ਕੀਤੀ ਹੈ ਇਹਦੇ ਬਾਰੇ। ਪਰ ਆਪਾਂ ਜੇ ਕੁੱਲ ਮਿਲਾ ਕੇ ਦੇਖ ਲਈਏ ਤਾਂ ਆਪਾਂ 3 ਹਿੱਸਿਆਂ 'ਚ ਹੀ ਵੰਡ ਸਕਦੇ ਹਾਂ। ਸੋ ਸੁਪਨ ਦੇ ਵਿੱਚ ਸਿੰਘ ਸਾਹਿਬ ਸਾਡਾ ਜਿਹੜਾ ਮਨ ਹੈ ਉਹ ਐਕਟਿਵ ਹੁੰਦਾ ਆ, ਸਾਡੀ ਜਿਹੜੀ ਪ੍ਰੋਸੈਸਿੰਗ ਹੈ ਐਕਟਿਵ ਹੁੰਦੀ ਆ, ਸਾਡੀ ਬੁੱਧੀ ਵੀ ਐਕਟਿਵ ਹੁੰਦੀ ਆ, ਤੇ ਉਹ ਬਾਹਰੋਂ ਇਮੇਜ ਜਿਹੜੀ ਆ ਰਹੀ ਹੈ, ਫੋਟੋਆਂ ਨਹੀਂ ਆ ਰਹੀਆਂ ਸਾਨੂੰ, ਪਰ ਉਹਦੇ 'ਚ ਇੰਨੀ ਕਪੈਸਿਟੀ ਹੁੰਦੀ ਹੈ ਕਿ ਉਹ ਅੰਦਰੋਂ ਇਮੇਜ ਬਣਾ ਕੇ ਸਾਡੀਆਂ ਅੱਖਾਂ 'ਚ ਪ੍ਰੋਜੈਕਟ ਕਰ ਲੈਂਦਾ ਆ। ਅੱਛਾ ਜੀ। ਇਹ ਵੀ ਸਾਡੇ ਮਤਲਬ ਮਨ ਦੀ ਅਵਸਥਾ ਹੈਗੀ ਆ, ਇਹਨੂੰ ਸਵਪਨ ਸਟੇਟ ਕਹਿੰਦੇ ਆ। ਅੱਛਾ ਜੀ। ਔਰ ਇਹ ਅਸੀਂ ਸੁਪਨਾ ਕਹਿੰਦੇ ਦਿਨ ਨੂੰ ਵੀ ਦੇਖ ਸਕਦੇ ਹਾਂ, ਅੱਖਾਂ ਬੰਦ ਕਰ ਲਓ ਤੇ ਸਰੀਰ ਸਥਿਰ ਹੋ ਜਾਂਦਾ, ਤੇ ਉਹ ਵੀ ਆਲਮੋਸਟ ਇੱਕ ਸਵਪਨ ਸਟੇਟ ਬਣ ਜਾਂਦੀ ਆ। ਉਹਦੇ 'ਚ ਆਪਣਾ ਪੂਰਾ ਕੰਟਰੋਲ ਅਸੀਂ ਕਰ ਸਕਦੇ ਹਾਂ ਉਸ ਸਵਪਨ ਨੂੰ। ਕਹਿੰਦੇ ਨਹੀਂ ਅਸੀਂ ਖਿਆਲ ਕਰ ਰਹੇ ਹਾਂ, ਅਸੀਂ ਇਮੈਜਿਨ ਕਰ ਰਹੇ ਹਾਂ, ਅਸੀਂ ਦਿਨੇ ਸੁਪਨਾ ਦੇਖ ਰਹੇ ਹਾਂ,
ਉਹਦਾ ਮਤਲਬ ਇਹ ਹੁੰਦਾ ਕਿ ਅਸੀਂ ਬੈਠੇ ਕਿਤੇ ਹੋਰ ਹਾਂ, ਅਸੀਂ ਸੋਚ ਕਿਤੇ ਹੋਰ ਬਾਰੇ ਰਹੇ ਹਾਂ, ਤੇ ਸਾਡੇ ਜਿਹੜੇ ਆਲੇ ਦੁਆਲੇ ਹੋ ਰਿਹਾ ਸੀ ਉਹ ਤੋਂ ਅਵੇਅਰ ਨਹੀਂ ਹੈਗੇ। ਉਹ ਵੀ ਇੱਕ ਸਵਪਨ ਸਟੇਟ ਦਾ ਹੀ ਹਿੱਸਾ ਆ। ਪਰ ਜਦੋਂ ਅਸੀਂ ਸੌਂਦੇ ਹਾਂ ਉਹਦੇ ਵਿੱਚ ਫਿਰ ਜਿਹੜੀਆਂ ਕਈ ਵਾਰੀ ਮੂਰਤਾਂ ਦਿਸਦੀਆਂ ਨੇ ਸਾਨੂੰ, ਸਿਚੁਏਸ਼ਨਸ ਬਣਦੀਆਂ ਨੇ ਜੀ, ਤਾਂ ਉਹ ਫਿਰ ਸਾਡੀ ਜਿਹੜੀ ਬੁੱਧੀ ਆ, ਸਾਡੀ ਮੱਤ ਹੈ, ਕਈ ਵਾਰੀ ਇੱਦਾਂ ਕਹਿੰਦੇ ਕਿ ਸਾਡੇ ਜਿਹੜੇ ਕਈ ਵਾਰੀ ਪਰਮਾਤਮਾ ਨੇ ਕਰਮ ਕਰਵਾਉਣੇ ਹੁੰਦੇ ਆ ਨਾ, ਸਾਡੇ ਕਰਮ ਮਾੜੇ ਹੁੰਦੇ ਆ, ਕਿਸੇ ਦਾ ਜੀ ਕੁਝ ਲੈਣਾ ਦੇਣਾ ਹੁੰਦਾ, ਤੇ ਕਈ ਵਾਰੀ ਉਹ ਸੁਪਨੇ ਦੇ ਵਿੱਚ ਵੀ ਪੂਰਾ ਕਰਵਾ ਲੈਂਦਾ ਆ, ਕਿਉਂਕਿ ਉਹ ਕਰਮ ਤਾਂ ਸਾਨੂੰ ਭੁਗਤਣੇ ਹੀ ਪੈਣੇ ਆ। ਠੀਕ ਹੈ ਜੀ। ਸੋ ਇਹ ਵੀ ਇੱਕ ਧਾਰਮਿਕ ਦੁਨੀਆ ਦੇ ਵਿੱਚ ਮਨੌਤ ਹੈਗੀ ਆ ਤੇ ਕਰਮ ਜਿਹੜੇ ਇੱਦਾਂ ਕਟੌਤੀ ਹੁੰਦੀ ਹੈ, ਜਿਹੜੇ ਮਾੜੇ ਕਰਮ ਕੀਤੇ ਉਹਨਾਂ ਦੀ ਇੱਦਾਂ ਪੂਰਤੀ ਹੋ ਜਾਂਦੀ ਹੈ। ਅੱਛਾ ਜੀ। ਸਿੰਘ ਸਾਹਿਬ, ਮੈਂ ਇੱਕ ਤੁਹਾਨੂੰ ਬਹੁਤ ਇੰਟਰਸਟਿੰਗ ਸਾਖੀ ਸੁਣਾਉਣਾ ਚਾਹੁੰਦਾ ਹਾਂ, ਜਿਹੜੀ ਅਧਿਆਤਮਵਾਦ ਦੇ ਵਿੱਚ ਬੜੀ ਪ੍ਰਮਾਣਿਤ ਹੈ ਤੇ ਪ੍ਰਚਲਿਤ ਹੈ, ਰਾਜਾ ਜਨਕ ਦੀ। ਅੱਛਾ ਜੀ। ਉਸ ਦਾ ਟਾਈਟਲ ਇਹ ਹੈ ਕਿ ਇਹ ਸੱਚ ਕਿ ਉਹ ਸੱਚ। ਅੱਛਾ ਜੀ। ਹੁਣ ਰਾਜਾ ਜਨਕ ਆਪਾਂ ਸਾਰੇ ਜਾਣਦੇ ਹਾਂ ਕਿ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਆਇਆ, ਬੜਾ ਧਰਮੀ ਰਾਜਾ ਹੋਇਆ, ਅਧਿਆਤਮ ਦੇ ਵਿੱਚ ਸੰਪੂਰਨ ਰਾਜਾ ਹੋਇਆ, ਤੇ ਉਹਨਾਂ ਦੇ ਗੁਰੂ ਸਨ ਅਸ਼ਟਵਕਰ। ਅੱਛਾ ਜੀ। ਵੈਸੇ ਤਾਂ ਬੜੇ ਉਹਨਾਂ ਦੇ ਬਾਰੇ, ਅਸ਼ਟਵਕਰ ਜੀ ਦੇ ਬਾਰੇ ਵੀ ਬੜੀਆਂ ਸਾਖੀਆਂ ਨੇ। ਤੇ ਰਾਜਾ ਜਨਕ ਸੌਂ ਰਿਹਾ ਹੁੰਦਾ ਤੇ ਇਹ ਸੌਣ ਤੇ ਉਹਦੇ ਸੁਪਨੇ ਦੀ ਗੱਲ ਆ ਰਹੀ ਹੈ ਤੇ ਲੜਾਈ ਲੱਗ ਜਾਂਦੀ ਆ, ਰਾਜ ਤੇ ਹਮਲਾ ਹੋ ਜਾਂਦਾ, ਫੌਜਾਂ ਤਿਆਰ ਨਹੀਂ ਹੁੰਦੀਆਂ, ਅਚਾਨਕ ਹਮਲਾ ਹੋਇਆ, ਬੜਾ ਭਿਆਨਕ ਹਮਲਾ ਸੀ। ਉਸ ਦੇ ਵਿੱਚ ਉਸ ਦੀਆਂ ਫੌਜਾਂ ਹਾਰ ਗਈਆਂ, ਰਾਜਾ ਖੁਦ ਬਹੁਤ ਜ਼ਖਮੀ ਹੋ ਗਿਆ, ਖੂਨ ਚੱਲ ਰਿਹਾ ਸੀ ਉਹਦੇ, ਉਹ ਹਾਲੋ ਬੇਹਾਲ ਇੱਧਰ ਉੱਧਰ ਘੁੰਮ ਰਿਹਾ ਸੀ ਆਪਣੀ ਰਾਜਧਾਨੀ ਦੇ ਬਾਹਰ ਹੀ ਜਿੱਥੇ ਹਮਲਾ ਹੋਇਆ ਜੀ, ਤੇ ਉਹ ਇਕੱਲਾ ਰਹਿ ਗਿਆ। ਦੁਸ਼ਮਣ ਨੇ ਕਬਜ਼ਾ ਕਰ ਲਿਆ ਉਸਦੇ ਰਾਜ ਦੇ ਉੱਤੇ। ਉਹ ਭੁੱਖਾ ਪਿਆਸਾ ਇੱਧਰ ਉੱਧਰ ਭਟਕ ਰਿਹਾ ਸੀ, ਤੇ ਉਹ ਜਿਹੜੀ ਵੀ ਪਿੰਡ ਦੇ ਵਿੱਚ ਗਿਆ ਜਾਂ ਜਿੱਥੇ ਵੀ ਏਰੀਏ ਸੀਗਾ, ਉੱਥੇ ਜਿਹੜੀ ਵੀ ਗਲੀ ਦੇ ਵਿੱਚ ਘਰ ਦੇ ਵਿੱਚ ਉਹ ਜਾਂਦਾ ਸੀ ਤਾਂ ਲੋਕੀ ਬਾਹਰ ਭੇੜ ਲੈਂਦੇ ਸੀ। ਤੇ ਉਹ ਬੜਾ ਵਿਆਕੁਲ ਹੋਇਆ, ਪਾਣੀ ਮੰਗ ਰਿਹਾ ਸੀ, ਉਹਨੂੰ ਕੋਈ ਪਾਣੀ ਨਹੀਂ ਸੀ ਦੇ ਰਿਹਾ। ਉੱਥੇ ਪਿੰਡ ਦੇ ਵਿੱਚ ਉਹ ਦੇਖਦਾ ਆ ਜਾਂਦਾ ਜਾਂਦਾ ਕਿ ਇੱਕ ਅਮੀਰ ਬੰਦਾ ਦਾਨ ਕਰ ਰਿਹਾ ਹੈ, ਅੰਨ ਦਾਣਾ ਸਾਰਾ ਕੁਝ ਦਾਨ ਕਰ ਰਿਹਾ ਹੈ, ਤੇ ਉਹ ਵੀ ਪੰਕਤੀ 'ਚ ਖੜ ਜਾਂਦਾ, ਲਾਈਨ 'ਚ ਖੜ ਜਾਂਦਾ, ਤੇ ਉਹ ਮੰਗਣ ਜਦ ਉਹਦੀ ਵਾਰੀ ਆਉਂਦੀ ਹੈ ਨਾ, ਉਹ ਸਾਰਾ ਕੁਝ ਮੁੱਕ ਜਾਂਦਾ ਹੈ, ਮੁੱਕਿਆ ਹੁੰਦਾ, ਤੇ ਉਹਨੂੰ ਮਿਲਦਾ ਨਹੀਂ ਕੁਛ ਵੀ। ਉਹ ਫੇਰ ਜਾਂਦਾ ਭਾਲਦਾ, ਤੇ ਉਹ ਇੱਕ ਬਾਰ ਖੜਕਾਉਂਦਾ, ਉੱਥੇ ਬੁੱਢੀ ਮਾਈ ਸੀ, ਤੇ ਉਹ ਦੇਖ ਲੈਂਦੀ ਹੈ ਤੇ ਰਾਜਾ ਆਇਆ ਆ। ਅੱਛਾ ਜੀ। ਤੇ ਉਹ ਕਹਿੰਦੀ ਵੀ ਮੇਰੇ ਕੋਲ ਬਣਿਆ ਤਾਂ ਹੈ ਨਹੀਂ, ਪਰ ਆ ਤੂੰ ਸਮਾਨ ਲੈ ਜਾ। ਤੇ ਉਹ ਸਮਾਨ ਲੈਂਦਾ ਆ, ਅੱਗ ਬਾਲਦਾ ਆ, ਤੇ ਉਹ ਤਿਆਰ ਕਰਦਾ ਦਲੀਆ ਵਗੈਰਾ ਜੋ ਵੀ ਉਹਨੂੰ ਦਿੱਤਾ ਹੁੰਦਾ ਬਣਾਉਣ ਨੂੰ। ਅੱਛਾ ਜੀ। ਭਾਂਡੇ ਦੇ ਵਿੱਚ, ਭਾਂਡਾ ਵੀ ਦਿੰਦੀ ਹੈ ਮਾਈ, ਤੇ ਉਹ ਸਾਰਾ ਕੁਝ ਰਿੱਝ ਕੇ ਬੜੀ ਰੀਝ ਨਾਲ, ਤੇ ਹੁਣ ਮੈਂ ਖਾਣਾ, ਆਪਣੀ ਤ੍ਰਿਪਤੀ ਕਰਨੀ ਹੈ, ਤੇ ਉਹ ਕੋਲਾ ਭਰ ਕੇ ਜਦੋਂ ਮੂੰਹ ਦੇ ਵਿੱਚ ਉਹ ਪਾਣ ਲੱਗਦਾ ਹੈ ਤਾਂ ਅਚਾਨਕ ਕਾਂ ਆਉਂਦਾ ਆ, ਤੇ ਉਹ ਕੋਲਾ ਜਿਹੜਾ ਆ ਉਹ ਚੁੰਝ ਮਾਰ ਕੇ ਉਹ ਡੇਗ ਦਿੰਦਾ ਹੈ, ਤੇ ਉਹ ਸਾਰਾ ਮਿੱਟੀ ਦੇ ਵਿੱਚ ਉਹ ਡਿੱਗ ਪੈਂਦਾ ਹੈ। ਹੁਣ ਇਹ ਜਿਹੜੀ ਮੈਂ ਤੁਹਾਨੂੰ ਕਹਾਣੀ ਸੁਣਾ ਰਿਹਾ, ਤੇ ਕਈ ਵਰਜਨ ਹੈ। ਕਈ ਕਹਿੰਦੇ ਆ ਕਿ ਦੋ ਸਾਨ ਭੁਸਰੇ ਉਹ ਰਾਜੇ ਵੱਲ ਨੂੰ ਆਏ, ਤੇ ਉਹ ਹਫੜਾ ਦਫੜੀ ਦੇ ਵਿੱਚ ਉਹਦਾ ਦਲੀਆ ਡੁੱਲ ਗਿਆ, ਤੇ ਜਦੋਂ ਉਹ ਡੁੱਲਦਾ ਆ ਤੇ ਉਹ ਇੰਨਾ ਕੁ ਪਰੇਸ਼ਾਨ ਹੁੰਦਾ, ਇੰਨਾ ਕੁ ਦੁਖੀ ਹੁੰਦਾ ਕਿ ਉਹ ਤਰਬੱਕ ਕੇ ਉੱਠ ਖੜਦਾ। ਜਦੋਂ ਉੱਠ ਕੇ ਦੇਖਦਾ ਆਲੇ ਦੁਆਲੇ ਮਹਿਲ, ਮਖਮਲੀ ਬਿਸਤਰੇ, ਨਾਲ ਉਹਦੇ ਰਾਣੀ ਆਰਾਮ ਕਰ ਰਹੀ ਹੈ, ਬਾਹਰ ਨੌਕਰ ਚਾਕਰ ਨੇ, ਸ਼ਾਂਤੀ ਆ ਪੂਰੀ, ਤੇ ਉਹ ਆਪਣੇ ਦੇਖਦਾ ਆਲੇ ਦੁਆਲੇ, ਤੇ ਉਹਦੇ ਕਿਤੇ ਵੀ ਖੂਨ ਨਹੀਂ ਚੱਲ ਰਿਹਾ ਹੁੰਦਾ, ਉਹ ਬੜਾ ਸੋਹਣਾ ਤੰਦਰੁਸਤ ਸਹੀ ਹੁੰਦਾ ਆ। ਪਰ
ਉਹ ਜਿਸ ਤਰ੍ਹਾਂ ਦੇ ਹਾਲਾਤ ਘਬਰਾਹਟ ਦੇ ਉਹਦੇ ਸੁਪਨੇ ਦੇ ਵਿੱਚ ਸੀ, ਉਹ ਉਸੇ ਤਰ੍ਹਾਂ ਹੀ ਘਬਰਾਇਆ ਹੁੰਦਾ। ਉਹਦੇ ਹਾਰਟ ਰੇਟ ਬੜੀ ਤੇਜ਼ ਚੱਲ ਰਹੀ ਹੁੰਦੀ ਹੈ ਤੇ ਪਸੀਨੋ ਪਸੀਨੀ ਹੋਇਆ ਹੁੰਦਾ ਜੀ। ਤੇ ਉਹਨੂੰ ਬੜੀ ਮੰਦਾਵਣੀ ਹੁੰਦੀ ਹੈ, ਇਹਨੂੰ ਮੰਦਾਵਣੀ ਕਹਿੰਦੇ ਆ, ਕਿ ਉਹਨੂੰ ਸਮਝ ਨਹੀਂ ਆਉਂਦੀ ਕਿ ਇਹ ਸੱਚ ਹੈ ਕਿ ਉਹ ਸੱਚ ਹੈ। ਪਹਿਲਾ ਸੱਚ। ਜੋ ਸੁਪਨੇ 'ਚ ਸੀਗਾ ਭਿਖਾਰੀ ਧੱਕੇ ਖਾ ਰਿਹਾ ਸੀ, ਜ਼ਖਮੀ ਸੀ, ਉਹ ਸੱਚ ਸੀਗਾ। ਉੱਥੇ ਵੀ ਉਹਨੂੰ ਪਸੀਨਾ ਆਇਆ ਹੋਇਆ ਸੀ। ਹੁਣ ਉਹ ਇੱਥੇ ਬੈਠਾ ਰਾਜਾ ਆ, ਬੜਾ ਸੋਹਣਾ ਤੰਦਰੁਸਤ ਹੈ, ਪਰ ਪਸੀਨਾ ਆਇਆ ਹੋਇਆ, ਇਹ ਸੱਚ ਹੈ। ਇਹ ਉਹਨੂੰ ਮੰਦਾਵਣੀ ਜਿਹੜੀ ਹੈ ਉਹਦੇ ਮਨ ਨੂੰ ਖਾਣ ਲੱਗ ਜਾਂਦੀ ਹੈ। ਤੇ ਜਦੋਂ ਉਹ ਉੱਠਦਾ ਨਾ ਤਰਬੱਕ ਕੇ ਇੱਧਰ ਉੱਧਰ ਦੇਖਦਾ, ਰਾਣੀ ਨੂੰ ਵੀ ਜਾਗ ਆ ਜਾਂਦੀ ਹੈ। ਤੇ ਉਹ ਆਪਣੀ ਰਾਣੀ ਨੂੰ ਪੁੱਛਦਾ ਹੈ ਕਿ ਉਹਨੂੰ ਸਾਰੀ ਕਹਾਣੀ ਦੱਸਦਾ ਕਿ ਇਹ ਸੱਚ ਕਿ ਉਹ ਸੱਚ। ਤਾਂ ਉਹ ਕਹਿੰਦੀ, ਰਾਜਨ ਤੁਸੀਂ ਸੌਂ ਜਾਓ, ਪਰੇਸ਼ਾਨ ਹੋ। ਇਹ ਸਵਾਲ ਦਾ ਜਵਾਬ, ਕਿਉਂਕਿ ਡਿਸਕਸ਼ਨ ਕਰਦੇ ਨੇ ਸਾਰੀ ਸਟੋਰੀ ਦੱਸਦੇ, ਇਹ ਤੁਸੀਂ ਇਸ ਤਰ੍ਹਾਂ ਕਰਿਓ ਕਿ ਕੱਲ ਨੂੰ ਨਾ ਜਿਹੜੇ ਦਰਬਾਰ ਦੇ ਵਿੱਚ ਸਾਡੇ ਜਿੰਨੇ ਵੀ ਬ੍ਰਾਹਮਣ ਨੇ, ਜਿੰਨੇ ਵੀ ਸੂਝਵਾਨ ਪੰਡਿਤ ਨੇ, ਇਹ ਸਵਾਲ ਉਹਨਾਂ ਨੂੰ ਕਰਨਾ ਆਪਾਂ। ਚਲੋ ਦੂਸਰੇ ਦਿਨ ਰਾਜਾ ਦਰਬਾਰ 'ਚ ਜਾਂਦਾ ਜੀ, ਉੱਥੇ ਸਵਾਲ ਕਰਦਾ ਆਪਣੇ ਸਭਾ ਨੂੰ, ਸਾਰੀ ਕਹਾਣੀ ਦੱਸਦਾ ਕਿ ਮੈਨੂੰ ਕੋਈ ਸਮਝਾ ਸਕਦਾ ਕਿ ਇਹ ਸੱਚ ਹੈ ਕਿ ਉਹ ਸੱਚ ਹੈ। ਵਾਹ। ਹੁਣ ਜਿੰਨੇ ਵੀ ਵਿਦਵਾਨ ਸੀਗੇ ਜਨਕ ਦੀ ਸਭਾ ਦੇ ਵਿੱਚ, ਉਹ ਉਹਨੂੰ ਕੋਈ ਵਧੀਆ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕਦੇ ਤੇ ਬੜੀਆਂ ਲੰਬੀਆਂ ਲੰਬੀਆਂ ਬਹਿਸਾਂ ਹੁੰਦੀਆਂ ਨੇ। ਤਾਂ ਇੰਨੀ ਦੇਰ ਨੂੰ ਅਸ਼ਟਾਵਕਰ ਜੀ, ਜੋ ਕਿ ਰਾਜਾ ਜਨਕ ਦੇ ਗੁਰੂ ਸੀ, ਉਹ ਸਭਾ ਦੇ ਵਿੱਚ ਆਉਂਦੇ ਨੇ ਤੇ ਉਹ ਸਵਾਲ ਉਹ ਉਹਨਾਂ ਨੂੰ ਕਰਦਾ ਹੈ। ਤੇ ਉਸ ਤੋਂ ਬਾਅਦ ਅਸ਼ਟਾਵਕਰ ਜੀ ਉਹਨੂੰ ਕਹਿੰਦੇ ਨੇ ਕਿ ਨਾ ਇਹ ਸੱਚ ਤੇ ਨਾ ਉਹ ਸੱਚ। ਅੱਛਾ। ਹਾਂਜੀ, ਕਹਿੰਦੇ ਜੋ ਹੁਣ ਸਭਾ 'ਚ ਬੈਠਾ ਆ, ਇਹ ਸਾਰਾ ਕੁਝ ਚੱਲ ਰਿਹਾ, ਇਹ ਵੀ ਸੱਚ ਨਹੀਂ ਹੈਗਾ। ਇਹ ਵੀ ਇੱਕ ਪ੍ਰੋਜੈਕਸ਼ਨ ਹੈ, ਇਹ ਵੀ ਇੱਕ ਫਿਲਮ ਦੀ ਪਰਦੇ ਤੇ ਸਕਰੀਨ ਤੇ ਪਰਦੇ ਤੇ ਚੱਲ ਰਿਹਾ ਹੈ, ਜੋ ਉਹ ਹੈ। ਪਰ ਜੋ ਸੁਪਨੇ ਦੇ ਵਿੱਚ ਸੀ ਉਹ ਵੀ ਸੱਚ ਨਹੀਂ। ਉਹ ਫਿਰ ਕਹਿੰਦਾ ਹੈ ਵੀ ਸੱਚ ਕੀ ਹੈ। ਤਾਂ ਰਾਜੇ ਜਨਕ ਨੂੰ ਉਹ ਪਹਿਲਾ ਪਾਠ ਉੱਥੋਂ ਪੜ੍ਹਾਉਂਦਾ ਆ ਕਿ ਸੁਪਨੇ ਦੇ ਵਿੱਚ ਤੇ ਹੁਣ ਜਾਗਰਤ ਅਵਸਥਾ ਦੇ ਵਿੱਚ ਇੱਕੋ ਚੀਜ਼ ਸੱਚ ਹੈ, ਉਹ ਹੈਗਾ ਤੇਰਾ ਆਪਣਾ ਆਪ, ਯੋਰ ਸੈਲਫ। ਤੂੰ ਪਾਤਰ ਹੈ, ਤੂੰ ਦੇਖ ਰਿਹਾ, ਤੂੰ ਵਿਟਨੈਸ ਕਰ ਰਿਹਾ, ਸੁਪਨਾ ਵੀ ਤੇ ਜਾਗਰਤ ਅਵਸਥਾ ਵਿੱਚ ਵੀ ਮਾਣ ਰਿਹਾ ਹੈ। ਇਹਦੇ ਵਿੱਚ ਜਿਹੜਾ ਤੇਰਾ ਤੂੰ ਹੈ ਉਹੀ ਸੱਚ ਹੈ, ਬਾਕੀ ਇਹ ਸਾਰਾ ਕੁਛ ਆਲਾ ਦੁਆਲਾ ਝੂਠ ਹੈ। ਉਸ ਰਾਜੇ ਨੂੰ ਫਿਰ ਸਮਝ ਆਉਂਦੀ ਹੈ ਤੇ ਉਸ ਤੋਂ ਬਾਅਦ ਫਿਰ ਉਹ ਜ਼ਿਆਦਾ ਡੀਪ ਡੂੰਘਾ ਅਧਿਆਤਮ ਵੱਲ ਜਾਂਦਾ। ਇਹ ਮੰਦਾਵਣੀ ਏਦਾਂ ਟੁੱਟਦੀ ਹੈ। ਸੋ ਗੁਰੂ ਸਾਹਿਬ ਵੀ ਸਾਨੂੰ ਗੁਰਬਾਣੀ ਦੇ ਵਿੱਚ ਸਾਰੇ ਇਹ ਕਹਿੰਦੇ ਨੇ ਕਿ ਜੋ ਆ ਚੱਲ ਰਿਹਾ ਇਹ ਸੱਚ ਨਹੀਂ ਹੈਗਾ ਆਮ ਬੰਦੇ ਵਾਸਤੇ। ਆਸਾ ਦੀ ਵਾਰ ਦੇ ਵਿੱਚ ਇੱਕ ਪੂਰਾ ਸ਼ਲੋਕ ਆਉਂਦਾ ਕਿ ਸੱਚ ਕੀ ਹੈ। ਉਹ ਕਹਿੰਦੇ ਨੇ ਵੀ ਸਭ ਕੁਝ ਵੈਸੇ ਸੱਚ ਹੈ ਜੇ ਪਰਮਾਤਮਾ ਨੂੰ ਅਸੀਂ ਜਾਣ ਲਈਏ, ਆਪਣਾ ਆਪ ਜਾਣ ਲਈਏ। ਪਰ ਜੇ ਅਸੀਂ ਨਹੀਂ ਜਾਣਦੇ ਆਪਣੇ ਆਪ ਨੂੰ ਤੇ ਸਭ ਝੂਠ ਹੈ। ਜੋ ਮਰ ਜੰਮੇ ਸੋ ਕੱਚ ਨਿਕਚ। ਜਿਹੜਾ ਮਰ ਕੇ ਮੁੜ ਕੇ ਜੰਮ ਪਿਆ, ਇਹਦਾ ਮਤਲਬ ਕੱਚਾ ਹੈ, ਹਜੇ ਉਹ ਸੱਚਾ ਨਹੀਂ ਹੈਗਾ। ਸੋ ਇਹ ਦੋ ਅਵਸਥਾ ਦੀ ਮੰਦਾਵਣੀ ਗੁਰੂ ਸਾਹਿਬ ਵੀ ਇੱਦਾਂ ਤੋੜਦੇ ਨੇ। ਸਾਡਾ ਜਿਹੜਾ ਭਾਰਤੀ ਦਰਸ਼ਨ ਉਹ ਵੀ ਇਸ ਤਰ੍ਹਾਂ ਤੋੜਦਾ ਹੈ। ਤੇ ਤੀਜੀ ਹੁਣ ਗੱਲ ਕਰਦੇ ਹਾਂ ਡੀਪ ਸਲੀਪ ਦੀ। ਅੱਛਾ ਜੀ। ਹੁਣ ਪਹਿਲੀਆਂ ਦੋ ਅਵਸਥਾ ਵਿੱਚ ਤਾਂ ਜਿਹੜਾ ਸਾਡਾ ਆਪਣਾ ਆਪ ਹੈ, ਮਾਈ ਸੈਲਫ ਔਰ ਯੋਰ ਸੈਲਫ, ਉਹੀ ਸੱਚ ਹੈ। ਅੱਛਾ ਜੀ। ਤੇ ਡੀਪ ਸਲੀਪ ਦੇ ਵਿੱਚ ਕੀ ਸੱਚ ਹੈ? ਡੀਪ ਸਲੀਪ ਦੇ ਵਿੱਚ ਜਿਹੜੇ ਆਪਾਂ 21 ਫੰਕਸ਼ਨਾਂ ਦੀ ਪਹਿਲਾਂ ਗੱਲ ਕੀਤੀ ਹੈ, ਉਹਨਾਂ ਦੇ ਵਿੱਚੋਂ ਸਿਰਫ ਮਨ ਅਤੇ ਆਪਣਾ ਆਪ ਐਕਟਿਵ ਹੁੰਦਾ ਹੈ। ਪਰ ਪ੍ਰੋਸੈਸਿੰਗ ਜਿਹੜੀ ਸਾਰੀ ਫਿਜ਼ੀਕਲ ਹੈ, ਬੁੱਧੀ ਹੈ, ਮਤ ਹੈ, ਇਹ ਸਾਰੀਆਂ ਸੌਂ ਜਾਂਦੀਆਂ। ਅੱਛਾ ਜੀ।
ਔਰ ਇਹ ਬਿਲਕੁਲ ਮਤਲਬ ਇੱਕ ਆਮ ਬੰਦਾ ਜਿਹੜਾ ਹਜੇ ਜੇ ਮੋਕਸ਼ ਨਹੀਂ ਪ੍ਰਾਪਤ ਕੀਤਾ ਜਾਂ ਜਿਹਨੂੰ ਮਿਹਰ ਨਹੀਂ ਹੋਈ ਪਰਮਾਤਮਾ ਦੀ ਨਾ, ਉਹ ਸਾਰਿਆਂ ਨੂੰ ਨੇੜੇ ਉਹਦੇ ਡੀਪ ਸਲੀਪ ਦੇ ਵਿੱਚ ਹੁੰਦਾ ਆ। ਤੇ ਡੀਪ ਸਲੀਪ ਦੇ ਵਿੱਚ ਕੋਈ ਸੁਪਨਾ ਨਹੀਂ ਆ ਰਿਹਾ ਹੁੰਦਾ, ਕੋਈ ਐਕਟੀਵਿਟੀ ਨਹੀਂ ਹੋ ਰਹੀ ਹੁੰਦੀ, ਤੇ ਬੋਡੀ ਜਿਹੜੀ ਆ ਉਹ ਦੂਸਰੇ ਪਾਸੇ ਤੋਂ ਜਿਹੜਾ ਸਾਡਾ ਮਨ ਹੈ ਉਹ એનર્ਜੀ ਲੈ ਕੇ ਬੋਡੀ ਦੀ ਫੁੱਲ ਰਿਪੇਅਰ ਚੱਲਦੀ ਹੁੰਦੀ। ਅੱਛਾ ਜੀ। ਇਹ ਤਕਰੀਬਨ ਇੱਕ ਗੋ ਦੇ ਵਿੱਚ ਕਹਿ ਲਓ ਕਿ ਇੱਕ ਪੈਰ ਇਹ ਬੋਡੀ ਡੀਪ ਸਲੀਪ ਦੇ ਵਿੱਚ ਰਹਿਣੀ ਚਾਹੀਦੀ ਹੈ। 3 ਘੰਟੇ ਡੀਪ ਸਲੀਪ ਆਉਣੀ ਚਾਹੀਦੀ ਆ, ਤਾਂ ਇੱਕ ਆਮ ਬੰਦਾ ਸਾਡੇ ਵਰਗਾ ਫੁੱਲੀ ਫੰਕਸ਼ਨਲ ਆਪਣੇ ਆਪ ਨੂੰ ਰੱਖ ਸਕਦਾ, ਬਿਮਾਰੀ ਤੋਂ ਰਹਿਤ ਰੱਖ ਸਕਦਾ ਹੈ। ਅੱਛਾ ਜੀ। ਜਦੋਂ ਸਾਡੀ ਨੀਂਦ ਟੁੱਟਦੀ ਹੈ ਨਾ, ਇਹ ਡੀਪ ਸਲੀਪ ਤੋੜਦੇ ਹਾਂ ਅਸੀਂ ਐਂਕਸ਼ੀਅਸ ਹੋਈ ਜਾਂਦੇ ਹਾਂ, ਐਂਗਜ਼ਾਇਟੀ ਹੋਈ ਜਾਂਦੀ ਹੈ ਸਾਨੂੰ, ਅਸੀਂ ਕਿਸੇ ਹੋਰ ਪਾਸੇ ਧਿਆਨ ਦੇਈ ਜਾਂਦੇ ਹਾਂ, ਤਾਂ ਸਾਡੀ ਡੀਪ ਸਲੀਪ ਨਹੀਂ ਆਉਂਦੀ। ਉਹਦੇ ਨਾਲ ਫਿਰ ਬਿਮਾਰੀਆਂ ਵਧਣ ਲੱਗਦੀਆਂ ਬੋਡੀ 'ਚ। ਅੱਛਾ। ਮਾਨਸਿਕ ਤੌਰ ਤੇ ਖਾਸ ਕਰ, ਤੇ ਬੋਡੀ ਦੀ ਵੀ ਰਿਪੇਅਰ ਨਹੀਂ ਹੁੰਦੀ, ਤੇ ਬੋਡੀ ਜਿਹੜੀ ਆ ਉਹ ਛੋਟੀ ਛੋਟੀ ਬਿਮਾਰੀਆਂ ਤੋਂ ਪ੍ਰਭਾਵਿਤ ਹੋਣ ਲੱਗ ਪੈਂਦੀ ਹੈ। ਤੇ ਕਿਉਂਕਿ ਜਿਹਨੂੰ ਡਾਰਕ ਮੈਟਰ ਕਹਿੰਦੇ ਆ ਅਸੀਂ, ਜਿਹੜੇ ਸਾਇੰਟਿਸਟ ਲੱਭ ਰਹੇ ਆ ਡਾਰਕ ਮੈਟਰ, ਡਾਰਕ ਐਨਰਜੀ, ਇਹ ਡਾਰਕ ਐਨਰਜੀ ਇਹੀ ਹੈ ਡੀਪ ਸਲੀਪ ਦੇ ਵਿੱਚ, ਜਿੱਥੇ ਕੁਝ ਵੀ ਨਹੀਂ ਚੱਲ ਰਿਹਾ ਔਰ ਉੱਥੋਂ ਡਾਰਕਨੈਸ ਦੇ ਵਿੱਚੋਂ ਹੀ ਬਹੁਤ ਅਸੀਮ ਪਾਵਰ ਜਿਹੜੀ ਆ ਬੋਡੀ 'ਚ ਨੂੰ ਆ ਰਹੀ ਆ, ਬੋਡੀ ਰਿਪੇਅਰ ਹੋ ਰਹੀ ਆ, ਬੋਡੀ ਦੇ ਕਈ ਹਾਰਮੋਨ ਜਿਹੜੇ ਆ ਡੀਪ ਸਲੀਪ ਦੇ ਵਿੱਚ ਰਿਲੀਜ਼ ਹੁੰਦੇ ਆ। ਹੁੰਦੇ ਹੀ ਨਹੀਂ ਵੈਸੇ। ਡੀਪ ਸਲੀਪ ਦਾ ਮਾਪਦੰਡ ਕੀ ਹੈ ਜੀ ਫਿਰ? ਹਾਂਜੀ, ਡੀਪ ਸਲੀਪ ਦਾ ਮਾਪਦੰਡ ਇਹ ਹੈ ਕਿ ਇਹਨੂੰ ਇਹੀ ਤਾਂ ਪਤਾ ਨਹੀਂ ਲੱਗਦਾ, ਕਿਉਂਕਿ ਉੱਥੇ ਟਾਈਮ ਤਾਂ ਸਾਲ ਹੈ। ਪਰ ਹਾਂਜੀ, ਜਦੋਂ ਬੰਦਾ ਸਵੇਰੇ ਥੋੜਾ ਹਲਕਾ ਮਹਿਸੂਸ ਕਰੇ ਆਪਣੇ ਆਪ ਨੂੰ, ਹਨਾ, ਤੇ ਲਾਈਟ ਮਹਿਸੂਸ ਕਰੇ, ਬੋਡੀ ਜਿਹੜੀ ਆ ਉਹ ਰਿਪੇਅਰ ਹੋਈ ਹੋਵੇ, ਏਦਾਂ ਲੱਗੇ ਵੀ ਥੋੜੇ ਤੁਹਾਡੇ ਅੰਗ ਪੈਰ ਸੌਣ ਵੇਲੇ ਦੁਖ ਰਹੇ ਨੇ, ਕਿਤੇ ਸੱਟ ਲੱਗੀ, ਤਾਂ ਉਹ ਤੁਹਾਨੂੰ ਲੱਗੇ ਵੀ ਰਾਤ ਕੱਲ ਨਾਲੋਂ ਬੈਟਰ ਹੈ ਮੈਂ ਥੋੜਾ ਜਿਹਾ, ਠੀਕ, ਤੇ ਇਹਦਾ ਮਤਲਬ ਤੁਹਾਨੂੰ ਰਾਤੀ ਨਾ 3-4 ਘੰਟੇ ਡੀਪ ਸਲੀਪ ਮਿਲੀ ਆ। ਤੇ ਇਹ ਵੈਸੇ ਜਿਹੜੀ ਡੀਪ ਸਲੀਪ ਹੈ ਇਹ 11 ਵਜੇ ਤੋਂ ਰਾਤ ਨੂੰ ਸ਼ੁਰੂ ਹੋ ਕੇ ਨਾ ਇਹ ਸਵੇਰੇ 5-6 ਵਜੇ ਤੱਕ ਹੀ ਆਉਂਦੀ ਆ, ਓਦਾਂ ਨਹੀਂ ਆਉਂਦੀ। ਸੋ ਉੱਥੇ ਵੀ ਜਿਹੜਾ ਸੈਲਫ ਹੈ, ਦੇਖੋ ਡੀਪ ਸਲੀਪ 'ਚ ਮਤਲਬ ਮੈਂ ਪਿਆ ਆ, ਬਿਲਕੁਲ ਡੀਪ ਸਲੀਪ 'ਚ ਪਿਆ, ਮੈਨੂੰ ਨਹੀਂ ਪਤਾ ਵੀ ਮੇਰੀ ਬੋਡੀ ਹੈਗੀ ਆ ਜਾਂ ਨਹੀਂ ਹੈਗੀ, ਪਰ ਮੈਂ ਤਾਂ ਹੈਗਾ ਆ। ਤੁਹਾਨੂੰ ਵੀ ਪਤਾ ਲੱਗ ਰਿਹਾ ਵੀ ਇਹਨੂੰ ਸਾਹ ਆ ਰਹੇ ਆ, ਇਹ ਹੈਗਾ ਆ, ਸੋ ਵਿਟਨੈਸ ਵੀ ਹੋ ਰਿਹਾ ਆ। ਸੋ ਉਹ ਤਿੰਨੇ ਅਵਸਥਾ ਦੇ ਵਿੱਚ ਜਿਹੜੀ ਆਤਮਾ ਆ ਸਾਡੀ ਅੰਦਰ, ਮੈਂ ਆ, ਉਹ ਟਰੂ ਆ ਜੀ। ਬਾਕੀ ਹੁਣ ਬੋਡੀ ਕਿੱਥੇ ਪਈ ਆ, ਜਾਂ ਮੈਨੂੰ ਕੀ ਸੁਪਨਾ ਆ ਰਿਹਾ, ਜਾਂ ਮੈਂ ਕਿੱਥੇ ਘੁੰਮ ਰਿਹਾ, ਇਹ ਜਿਹੜਾ ਆ ਇਹ ਝੂਠ ਹੈ, ਇਹ ਤਾਂ ਇੱਕ ਐਕਟੀਵਿਟੀ ਹੈ। ਅੱਛਾ, ਇੱਕ ਮਿੰਟ ਗੁਸਤਾਖੀ, ਸਵੇਰੇ ਹੀ ਨੀਂਦ ਆਉਂਦੀ ਹੈ, ਉਸ ਸਮੇਂ ਸਾਹਿਬ ਕਹਿੰਦੇ ਨੇ ਵੀ ਅੰਮ੍ਰਿਤ ਵੇਲਾ ਸੱਚ ਨਾਉ ਹੈ, ਵਡਿਆਈ ਵਿਚਾਰ ਦਾ ਸਮਾਂ ਹੈ, ਤੇ ਉਸੇ ਸਮੇਂ ਹੀ ਚੌਥੇ ਪੈਰ ਸੁਬਾਹ ਕਾ ਉਹੀ ਸਮਾਂ ਸਾਂਭਣ ਦਾ, ਉਸੇ ਸਮੇਂ ਪੁੱਠੇ ਹੋ ਗਿਰਦੇ ਆ ਜੀ, ਇਹ ਕੀ ਸੀਕੁਐਂਸ ਹੈ? ਹਾਂਜੀ, ਇਹ ਤਾਂ ਸੀਕੁਐਂਸ ਇਹ ਹੈ ਵੀ ਜੇ ਤਾਂ ਅਸੀਂ ਇਸ ਦੁਨੀਆ 'ਚ ਵਿਚਰਨਾ ਆ, ਕਾਰਜ ਕਰਨੇ ਆ, ਸਾਨੂੰ ਇਹ ਸੋਝੀ ਨਹੀਂ ਹੈਗੀ ਵੀ ਸਾਡੀ ਇੱਕ ਚੌਥੀ ਅਵਸਥਾ ਵੀ ਹੈਗੀ ਆ, ਫਿਰ ਤਾਂ ਇਹ ਕੁਦਰਤੀ ਤੌਰ ਤੇ ਸ੍ਰਿਸ਼ਟੀ ਨੂੰ ਚਲਾਉਣ ਵਾਸਤੇ ਇਸ ਤਰ੍ਹਾਂ ਬਣਾਇਆ ਗਿਆ ਹੈ। ਠੀਕ ਜੀ। ਪਰ ਜਿਸ ਬੰਦੇ ਨੂੰ, ਜਿਸ ਆਤਮਾ ਨੂੰ ਗੁਰੂ ਮਿਲਦਾ ਹੈ, ਅਸ਼ਟਾਵਕਰ ਵਰਗਾ ਜਾਂ ਸਾਡੇ ਗੁਰੂ ਸਾਹਿਬ ਵਰਗੇ, ਜਾਂ ਕੋਈ ਵੀ ਅਧਿਆਤਮਕ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਹਦੇ ਅੰਦਰ ਹੋ ਜਾਂਦਾ, ਉਹਨੂੰ ਸਮਝ ਆਉਂਦੀ ਹੈ, ਸੋਝੀ ਆਉਂਦੀ ਹੈ ਕਿ ਇੱਕ ਚੌਥੀ ਅਵਸਥਾ ਵੀ ਹੈਗੀ ਆ। ਅੱਛਾ ਜੀ। ਹਾਂਜੀ, ਉਹਦੇ ਬਾਰੇ ਹੁਣ ਆਪਾਂ ਗੱਲ ਕਰਾਂਗੇ 5-10 ਮਿੰਟ ਸਮਾਪਤੀ ਤੋਂ ਪਹਿਲਾਂ ਜੀ। ਹਾਂਜੀ, ਕਿ ਜਿਹੜੀ ਚੌਥੀ ਅਵਸਥਾ ਹੈ ਨਾ, ਉਹ ਜਿਹੜੀਆਂ 9 ਇੰਦਰੀਆਂ, ਸਾਡੇ 9 ਦੁਆਰ ਖੁੱਲੇ ਨੇ 3 ਅਵਸਥਾ ਦੇ ਵਿੱਚ। ਚੌਥੀ ਅਵਸਥਾ ਦੇ ਵਿੱਚ 9 ਸਰ ਸੁਭਰ 10ਵੇਂ ਪੂਰੇ, ਕਹਿੰਦੇ ਕਿ 9 ਜਿਹੜੇ ਸਾਡੇ ਦਰ ਹੈ ਇਹ ਊਣੇ ਹੈ, ਪਰ ਜਦੋਂ ਸਾਡਾ 10ਵਾਂ ਦੁਆਰ ਖੁੱਲਦਾ ਤਾਂ ਫਿਰ ਅਸੀਂ ਪੂਰੇ ਹੁੰਦੇ। ਤੈਂ ਅਨਹਦ ਸੁਣ ਵਜਾਵੇ ਤੂਰੇ, ਉੱਥੇ ਤੂਰ ਵੱਜਦਾ ਹੀ ਰਹਿੰਦਾ ਆ, ਸੁਣ ਹੋਈ ਹੁੰਦੀ ਆ ਚੌਥੀ ਅਵਸਥਾ।
ਉਹਦੀ ਨਿਸ਼ਾਨੀ ਇਹ ਹੈ ਕਿ ਜਦੋਂ ਅਸੀਂ ਜਾਗਦੇ ਹਾਂ ਸੁਪਨੇ 'ਚ ਤਾਂ ਸਾਡੇ ਮਨ ਦੇ ਵਿੱਚ ਖਿਆਲ ਆਉਂਦੇ ਰਹਿੰਦੇ ਆ, ਵਿਚਾਰ ਆਉਂਦੇ ਰਹਿੰਦੇ ਆ, ਥਾਟ ਪ੍ਰੋਸੈਸ ਚੱਲਦਾ ਰਹਿੰਦਾ। ਪਰ ਜਦੋਂ ਚੌਥੀ ਅਵਸਥਾ ਨੂੰ ਤੂਰੀ ਅਵਸਥਾ ਕਹਿੰਦੇ ਆ, ਵੀ ਜਦੋਂ ਉਹ ਚੌਥੀ ਅਵਸਥਾ 'ਚ ਬੰਦਾ ਭਗਤ ਟਿਕ ਜਾਂਦਾ, ਪਰਮਾਤਮਾ ਦੀ ਮਿਹਰ ਨਾਲ ਉਹਨੂੰ ਨਾਮ ਪ੍ਰਾਪਤ ਹੋ ਜਾਂਦਾ, ਦਰਸ਼ਨ ਹੋ ਜਾਂਦੇ, ਤਾਂ ਉਹਨੂੰ ਚੌਥੀ ਅਵਸਥਾ ਕਹਿੰਦੇ ਆ। ਤੇ ਉਹਦੇ ਵਿੱਚ ਜੋ ਆਲੇ ਦੁਆਲੇ ਵਾਪਰ ਰਿਹਾ ਉਹ ਚੱਲੇ ਜਾ ਰਿਹਾ ਹੈ। ਅੱਛਾ ਜੀ। ਪਰ ਉਹ ਪ੍ਰਭਾਵਿਤ ਨਹੀਂ ਹੁੰਦਾ ਉਸ ਤੋਂ, ਸਹਿਜ ਅਵਸਥਾ 'ਚ ਆ ਜਾਂਦਾ। ਤੇ ਉੱਥੇ ਨਾ ਉਹਦੇ ਸੁਰਤ ਦੇ ਵਿੱਚ ਇੱਕ ਤੂਰ ਵੱਜ ਜਾਂਦਾ, ਇੱਕ ਸਾਊਂਡ, ਸਲੈਲਸੀਅਲ ਸਾਊਂਡ ਜਿਹਨੂੰ ਕਹਿੰਦੇ ਨੇ। ਅੱਛਾ ਜੀ। ਉਹਨੂੰ ਤੂਰੀ ਅਵਸਥਾ ਕਹਿੰਦਾ। ਤੂਰ ਇੱਕ ਬਾਜੇ ਵਾਂਗਰ ਹੁੰਦਾ, ਜਿਹਨੂੰ ਆਪਾਂ ਧੁੱਤਰੂ ਵੀ ਕਹਿ ਦਿੰਦੇ ਆ, ਧੁੱਤਰੂ ਵੱਜ ਗਿਆ। ਤੇ ਜਿਹਨੂੰ ਫੌਜੀ ਵੀ ਵਜਾਉਂਦੇ ਨੇ, ਬਿਗਲ ਵਰਗਾ ਹੁੰਦਾ ਉਹ। ਬਿਲਕੁਲ ਠੀਕ। ਉਹ ਲਗਾਤਾਰ ਹਲਕਾ ਹਲਕਾ ਸੁਰਤ ਦੇ ਵਿੱਚ ਵੱਜਦਾ। ਫਿਰ ਤੇ ਕਹਿੰਦੇ ਨੇ ਕਿ ਸਾਚੇ ਰਾਚੇ ਦੇਖ ਹਜ਼ੂਰੇ, ਇਹ ਪਰਮਾਤਮਾ ਨੇ ਆਪ ਕੀਤੀ ਹੈ ਅਵਸਥਾ। ਘਟ ਘਟ ਸਾਚ ਰਿਹਾ ਭਰਪੂਰੇ, ਗੁਪਤੀ ਬਾਣੀ ਪ੍ਰਗਟ ਹੋਏ, ਨਾਨਕ ਪਰਖ ਲਏ ਸੱਚ ਹੋਏ। ਤੇ ਗੁਪਤ ਬਾਣੀ ਜਿਹੜੀ ਆ, ਅੰਦਰਲੀ ਤੂਰ ਅਵਸਥਾ ਵਾਲੀ ਜਿਹੜੀ ਆ, ਉਹ ਆਪ ਪ੍ਰਗਟ ਹੁੰਦੀ ਆ ਉਸ ਸਮੇਂ ਦੇ ਵਿੱਚ। ਹੁਣ ਇਹ ਜਿਹੜੀ ਅਵਸਥਾ ਆ ਆਪਾਂ ਕੀਤੀ ਵੀ 3 ਅਵਸਥਾ ਤਾਂ 8-8 ਘੰਟੇ, ਚਲੋ 24 ਘੰਟੇ, ਮਤਲਬ ਜਿੰਨੇ ਵੀ 24 ਘੰਟੇ ਹੋਏ, 8 ਦੀ 24 ਹੈ ਨਾ, ਜਾਂ ਅੱਗੇ ਪਿੱਛੇ। ਇਹ ਚੌਥੀ ਅਵਸਥਾ ਕਿੰਨਾ ਟਾਈਮ ਵੱਜਦੀ ਹੈ? ਅੱਛਾ ਜੀ। ਇਹ ਚੌਥੀ ਅਵਸਥਾ ਇਹ 24 ਘੰਟੇ ਵੱਜਦੀ ਹੈ ਜੀ, ਲਗਾਤਾਰ ਵੱਜੀ ਜਾਂਦੀ ਹੈ। ਸੋ ਜਿਹੜਾ ਚੌਥੀ ਅਵਸਥਾ 'ਚ ਪਹੁੰਚ ਗਿਆ, ਉਹਦੇ ਲਈ ਇਹ ਦੁਨੀਆ ਵੀ ਸੱਚ ਹੈ, ਉਹਦੇ ਲਈ ਇਹ ਸੁਪਨਾ ਵੀ ਸੱਚ ਹੈ, ਉਹਦੇ ਲਈ ਡੀਪ ਸਲੀਪ ਵੀ ਸੱਚ ਹੈ। ਕਿਉਂਕਿ ਤਿੰਨੇ ਅਵਸਥਾ ਦੇ ਵਿੱਚ ਉਹਨੇ ਜਾਣ ਲਿਆ ਕਿ ਉਹੀ ਉਹ ਹੈ, ਤੇ ਉਹ ਇੱਕ ਵਿਟਨੈਸ ਬਣ ਜਾਂਦਾ ਤਿੰਨਾਂ ਅਵਸਥਾ ਨੂੰ। ਉਹ ਤਿੰਨਾਂ ਅਵਸਥਾਵਾਂ ਨੂੰ ਚੱਲਦੀਆਂ ਦੇਖਦਾ ਹੈ। ਜਿਹੜਾ ਬੰਦਾ ਹਜੇ ਨੋਰਮਲ ਹੈ, ਉਹ ਉਹਦੇ ਵਿੱਚ ਗਹਿ ਗੱਚ ਹੋਇਆ ਪਿਆ, ਉਹ ਕੱਲੀ ਅਵਸਥਾ ਦੇ ਵਿੱਚ, ਤਾਂ ਹੀ ਉਹਦੀ ਵੇਅਰ ਟੇਅਰ ਹੋ ਰਹੀ ਆ, ਤਾਂ ਹੀ ਉਹ ਥੱਕ ਰਿਹਾ ਹੈ, ਤਾਂ ਹੀ ਉਹ ਦੁਖੀ ਹੋ ਰਿਹਾ ਹੈ, ਕਿਉਂਕਿ ਉਹ ਅਵਸਥਾ ਉਹਨਾਂ ਨੂੰ ਪ੍ਰਭਾਵਿਤ ਕਰ ਰਹੀਆਂ ਨੇ। ਪਰ ਜਿਹੜਾ ਅਵਸਥਾ ਚੌਥੀ ਅਵਸਥਾ, ਤੂਰੀ ਅਵਸਥਾ ਦੇ ਵਿੱਚ ਚਲੇ ਗਿਆ ਆ, ਉਹਨੂੰ ਇਹ ਅਵਸਥਾਵਾਂ ਨਹੀਂ ਪ੍ਰਭਾਵਿਤ ਕਰਦੀਆਂ। ਇਹਦੀ ਕਲਾਸਿਕ ਐਗਜ਼ਾਮਪਲ 5ਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਹੈ ਕਿ ਉਹ ਤੱਤੀ ਤਵੀ ਤੇ ਬੈਠੇ ਨੇ, ਅੱਗ ਬਲ ਰਹੀ ਹੈ, ਸਰੀਰ ਦੇ ਉੱਤੇ ਜਿਹੜੀ ਜਾਗਰਤ ਅਵਸਥਾ ਦੇ ਵਿੱਚ ਕਸ਼ਟ ਹੋ ਰਹੇ ਨੇ, ਪਰ ਉਹ ਗੁਰੂ ਸਾਹਿਬ ਨੂੰ ਪ੍ਰਭਾਵਿਤ ਨਹੀਂ ਕਰ ਰਹੇ, ਕਿਉਂਕਿ ਗੁਰੂ ਸਾਹਿਬ ਚੌਥੀ ਅਵਸਥਾ ਦੇ ਵਿੱਚ ਬਿਰਾਜਮਾਨ ਨੇ। ਉਹ ਵਿਟਨੈਸ ਕਰ ਰਹੇ ਨੇ। ਉਹਨਾਂ ਲਈ ਦੁੱਖ ਵੀ ਇੱਕ ਛੋਟਾ ਜਿਹਾ ਪੈਰਾਮੀਟਰ ਹੀ ਹੈ, ਉਹਦੇ ਚੋਂ ਵੀ ਤੇਰਾ ਭਾਣਾ ਮਿੱਠਾ ਲੱਗੇ, ਇਸ ਕਰਕੇ ਕਹਿ ਰਹੇ ਨੇ ਕਿਉਂਕਿ ਉਹ ਚੌਥੀ ਅਵਸਥਾ ਦੇ ਵਿੱਚੋਂ ਅਨੁਭਵ ਕਰ ਰਹੇ ਨੇ, ਉਹਨਾਂ ਵਿੱਚ ਲੀਨ ਹੋਏ ਪਏ ਨੇ, ਜਿੱਥੇ ਨਾ ਦੁੱਖ ਹੈ ਤੇ ਨਾ ਸੁੱਖ ਹੈ। ਤੇ ਤਾਂ ਹੀ ਜਦੋਂ ਉਹਨਾਂ ਨੂੰ ਸੁੱਖ ਮਿਲਦਾ ਤੇ ਉਹ ਬਹੁਤੇ ਜ਼ਿਆਦਾ ਪ੍ਰਭਾਵਿਤ ਨਹੀਂ ਹੁੰਦੇ ਉਹ ਲੋਕ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਨਾ ਉਹ ਸੱਚ ਤੇ ਨਾ ਇਹ ਸੱਚ ਹੈ। ਪਰ ਉਹਨਾਂ 'ਚ ਅਸੀਮ ਪਾਵਰ ਹੁੰਦੀ ਆ। ਉਹ ਰਿਪੇਅਰ ਅਵਸਥਾ ਤੋਂ ਵੀ ਉੱਤੇ ਕ੍ਰੀਏਟਿਵ ਅਵਸਥਾ ਦੇ ਵਿੱਚ ਪਹੁੰਚੇ ਹੁੰਦੇ ਨੇ। ਜਦੋਂ ਅਸੀਂ ਡੀਪ ਸਲੀਪ ਜਾਂਦੇ ਤਾਂ ਅਸੀਂ ਉੱਥੋਂ ਰਿਪੇਅਰ ਅਵਸਥਾ 'ਚ ਆ ਜਾਂਦੇ, ਬੋਡੀ ਦੀ ਰਿਪੇਅਰ ਹੋ ਰਹੀ ਹੁੰਦੀ ਆ। ਪਰ ਚੌਥੀ ਅਵਸਥਾ ਕ੍ਰੀਏਟਿਵ ਅਵਸਥਾ, ਕਰਤੇ ਵਾਲੀ ਅਵਸਥਾ, ਜਿਹਦੀ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ, ਸਿੰਗੂਲੈਰਿਟੀ ਵਾਲੀ। ਜੀ ਜੀ ਜੀ। ਹੁਣ ਇਹਦੇ ਵਿੱਚ ਜਿਹੜੀ ਆਨੰਦ ਸਾਹਿਬ ਦੀ ਬਾਣੀ ਹੈ ਨਾ ਜੀ, ਉਹ ਪੂਰੀ ਜਿਹੜੀ ਆ, ਉਹ ਤੂਰੀ ਅਵਸਥਾ ਦੇ ਵਿੱਚ ਜਦੋਂ ਪਹੁੰਚਦੇ ਹਾਂ ਆਪਾਂ, ਉਹ ਦੱਸਦੇ ਨੇ ਸਾਨੂੰ ਕਿ ਜਦੋਂ ਸ਼ਬਦ ਪ੍ਰਕਾਸ਼ ਹੁੰਦਾ ਸਾਡੇ ਅੰਦਰ ਤੇ ਸਾਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ, ਅੰਦਰ ਵਾਲੇ ਨਾਮ ਦੀ, ਉਦੋਂ ਦੀ ਉਹ ਬਾਣੀ, ਆਨੰਦ ਸੁਣੋ ਵਡਭਾਗਿਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਜਦੋਂ ਅਸੀਂ ਚੌਥੀ ਅਵਸਥਾ 'ਚ ਜਾਂਦੇ ਹਾਂ, ਨਾਮ ਦੀ ਪ੍ਰਾਪਤੀ ਹੁੰਦੀ ਹੈ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਉਸ ਨਾਮ ਨੂੰ ਸੁਣ ਕੇ, ਉਸ ਤੂਰ ਦੀ ਧੁਨੀ ਨੂੰ ਸੁਣ ਕੇ ਸਾਡੇ ਦੁੱਖ ਰੋਗ ਤੇ ਸੰਤਾਪ ਉਤਰ ਜਾਂਦੇ। ਦੁੱਖ ਹੁੰਦੇ ਨੇ ਜਿਹੜੇ ਫਿਜ਼ੀਕਲ ਦੁੱਖ, ਰੋਗ ਹੁੰਦੇ ਨੇ ਜਿਹੜੇ ਟਰਮੀਨਲ ਇਲਨੈਸਿਸ, ਸੰਤਾਪ ਹੁੰਦੇ ਨੇ ਜਿਹੜੇ ਮੈਂਟਲ ਸਾਨੂੰ ਪ੍ਰੋਬਲਮਸ ਆਉਂਦੀਆਂ। ਸੰਤ ਸਾਜਨ ਭਏ ਸਰ ਤੇ ਪੂਰੇ ਗੁਰ ਤੇ ਜਾਣੀ। ਹੁਣ ਇਹ ਅਵਸਥਾ ਜਿਹੜੀ ਆ ਗੁਰੂ ਨੇ ਗਾਈਡ ਕੀਤਾ ਤਾਂ ਅਸੀਂ ਇੱਥੇ ਤੱਕ ਪਹੁੰਚਦੇ ਹਾਂ, ਨਹੀਂ ਤਾਂ ਅਸੀਂ 3 ਅਵਸਥਾ 'ਚ ਰਹਿੰਦੇ ਹਾਂ। ਸੁਣਤੇ ਪੁਨੀਤ
ਕਹਤੇ ਪਵਿੱਤ ਸਤਿਗੁਰ ਰਹਿ ਭਰਪੂਰੇ। ਇਹ ਬਾਣੀ ਜਿਹੜੀ ਇਹ ਧੁਨਾ ਆ, ਇਹ ਨਾਮ ਹੈ, ਇਹਨੂੰ ਸੁਣਦੇ ਵੀ ਪਵਿੱਤਰ ਹੈ, ਕਹਿੰਦੇ ਵੀ ਪਵਿੱਤਰ ਹੈ। ਹਰ ਥਾਂ ਸਤਿਗੁਰ ਜਿਹੜਾ ਆ ਉਹ ਸਾਨੂੰ ਨਜ਼ਰ ਆਉਣ ਲੱਗ ਪੈਂਦਾ ਸੀ। ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ। ਇਹ ਜਿਹੜੇ ਬਿਨਾਂ ਹੱਦ ਤੋਂ ਕਿਤੇ ਤੂਰ ਵੱਜ ਰਿਹਾ ਨਾ, ਅਕਾਲ ਪੁਰਖ ਦੀ ਧੁਨੀ ਚੱਲ ਰਹੀ ਹੈ, ਇੱਕ ਮੇਨ ਧੁਨੀ ਚੱਲ ਰਹੀ ਹੈ। ਅਸੀਂ ਸਾਡੀ ਸੁਰਤ ਉਸ ਸੁਰਤ ਦੇ ਨਾਲ ਇੱਕਮਿਕ ਹੋ ਜਾਂਦੀ, ਸਿੰਕ ਹੋ ਜਾਂਦੀ ਹੈ, ਉਹਦੇ ਨਾਲ ਵੱਜਣ ਲੱਗ ਜਾਂਦੀ ਹੈ ਜੀ ਸਾਡੀ ਸੁਰਤ। ਤੇ ਉੱਥੇ ਅਸੀਂ ਫਿਰ ਜਿਹੜੀ ਸਾਡੀ ਸੁਰਤ, ਸਭ ਸੁਰਤੀ ਮਿਲ ਸੁਰਤ, ਸਾਡੀ ਸੁਰਤ ਫਿਰ ਉਹਦੇ ਨਾਲ ਵਾਈਬਰੇਟ ਕਰਦੀ ਹੈ ਤੇ ਉਹ ਤੂਰੀ ਅਵਸਥਾ, ਉਹਨੂੰ ਤੂਰੀ ਅਵਸਥਾ ਕਹਿੰਦੇ। ਉੱਥੇ ਲਗਾਤਾਰ ਤੂਰ ਵੱਜਦਾ ਰਹਿੰਦਾ, ਉਹ ਇਹਦੇ ਤੋਂ ਹੀ ਨਾਮ ਪਿਆ ਤੂਰੀ ਅਵਸਥਾ। ਹੁਣ ਇੱਕ ਤਾਂ ਹੋਰ ਵੀ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਕਿ ਵਪਾਰ ਗੋਬਿੰਦ ਨਾਏ, ਕਿ ਟਰੇਡ ਕੀ ਕਰਨਾ ਹੈ। ਅੱਛਾ ਜੀ, ਅਸੀਂ ਕਿਹੜਾ ਸੌਦਾ ਕਰੀਏ, ਕਿਹੜਾ ਕੰਮ ਕਰੀਏ ਇਸ ਦੁਨੀਆ ਦੇ ਵਿੱਚ। ਤੇ ਉਹ ਕਹਿੰਦੇ ਨੇ ਸਾਧ ਸੰਤ ਮਨਾਏ ਪ੍ਰਿਯ ਪਾਏ। ਤੇ ਅਸੀਂ ਕੋਈ ਇਹੋ ਜਿਹੇ ਸੱਜਣ ਢੂੰਡੀਏ, ਸਾਧ ਸੱਜਣ ਸੰਤ, ਉਹਨਾਂ ਨੂੰ ਮਨਾਈਏ ਤੇ ਆਪਣੇ ਪਰਮਾਤਮਾ ਦੇ ਕੋਲ ਪਹੁੰਚੀਏ। ਗੁਣ ਗਾਏ ਸਾਧ ਸੰਤ ਮਨਾਏ ਪ੍ਰਿਯ ਪਾਏ, ਗੁਣ ਗਾਏ ਪੰਚ ਨਾਦ ਧੂਰ ਪਜਾਏ। ਇਹ ਸੌਦਾ ਕਰੀਏ ਆਪਾਂ, ਉਸ ਤੂਰੀ ਅਵਸਥਾ ਦੇ ਵਿੱਚ ਜਾਈਏ ਜਿੱਥੇ ਨਾ ਸੌਣ ਹੈ, ਨਾ ਜਾਗਣ ਹੈ, ਨਾ ਮਰਨ ਹੈ, ਨਾ ਜਨਮ ਹੈ। ਉਹਦੇ ਨਾਲ ਚੌਥੀ ਅਵਸਥਾ ਦੇ ਵਿੱਚ ਹੁੰਦਾ। ਇਹ ਹੈਗੀਆਂ 4 states of consciousness, ਜਾਂ ਇਹਨੂੰ 3 states ਕਹਿੰਦੇ ਆ ਵੈਸਟਰਨ ਵਰਲਡ 'ਚ। ਚੌਥੀ ਦਾ ਉਹਨਾਂ ਨੂੰ ਪਤਾ ਨਹੀਂ। ਚੌਥੀ ਜਿਹੜੀ ਆ ਉਹ ਟੋਟਲੀ ਹੈਗੀ ਆ, ਜਿਸ ਦੀ ਸ਼ਾਦੀ ਸਾਡੇ ਵੇਦ ਪੁਰਾਣ ਉਪਨਿਸ਼ਦ ਗੁਰਬਾਣੀ ਭਰਦੀ ਆ। 4th state of mind, ਤੇ ਸਾਡਾ ਟਾਰਗੇਟ ਜਿਹੜਾ ਆ ਉਹ 4th state of mind ਨੂੰ ਅਚੀਵ ਕਰਨਾ ਆ, ਤੂਰੀ ਅਵਸਥਾ ਜੀ। ਇਹ ਸੀ ਅੱਜ ਦੀ ਮੰਦਾਵਣੀ। ਬਿਲਕੁਲ ਜੀ, ਰਸਤੇ ਦੀ ਉਹਦੀ ਹੁਣ ਆਪਾਂ ਫਿਰ ਗੱਲ ਕਰਾਂਗੇ। ਹੁਣ ਅਗਲਾ ਸਵਾਲ ਟੱਪਣ ਲੱਗਣਾ ਮੇਰੇ ਵੀ ਹੋ ਰਿਹਾ ਬਈ, ਉਹ ਸਾਨੂੰ ਇਹ ਆ ਬਈ ਭਾਈ ਸਾਹਿਬ, ਭਾਈ ਅਮਰਦੀਪ ਸਿੰਘ ਹੋਣੀ ਉਹ ਸਾਨੂੰ ਉਹ ਦੱਸਣ, ਤੇ ਅਸੀਂ ਕੀਤਾ ਕਰਾਇਆ ਹੀ ਵਧੀਆ ਲੱਗਦਾ ਸਾਨੂੰ ਵੀ ਤੁਸੀਂ ਉਹ ਦੱਸ ਦਿਓ, ਅਸੀਂ ਉਹ ਚੌਥਾ ਗੇਅਰ ਪਾ ਕੇ ਚੌਥੇ 'ਚ ਚਲੇ ਜਾਣਾ। ਸੋ ਸਿੰਘ ਸਾਹਿਬ ਜੀ ਦੇਖੋ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਮਤਲਬ ਸਾਨੂੰ ਪਤਾ ਤਾਂ ਹੋਣਾ ਚਾਹੀਦਾ ਨਾ ਕਿ ਚੌਥੀ ਅਵਸਥਾ ਵੀ ਹੈਗੀ। ਬਿਲਕੁਲ ਠੀਕ ਹੈ। ਹਾਂਜੀ, ਤੇ ਬਸ ਇਹੀ ਜਿਹੜੀ ਅਵੇਅਰਨੈਸ ਹੈ, ਜਦੋਂ ਸਾਨੂੰ ਪਤਾ ਲੱਗ ਗਿਆ ਤੇ ਹੌਲੀ ਹੌਲੀ ਅੰਦਰ ਖਿੱਚ ਪੈਣ ਲੱਗ ਜਾਏ। ਧੰਨਵਾਦ ਜੀ, ਬਹੁਤ ਬਹੁਤ। ਤੇ ਹੁਣ ਅਗਲੀ ਮੰਦਾਵਣੀ ਦੇ ਵਿੱਚ ਆਪਾਂ ਰਸਤੇ ਦੀ ਗੱਲ ਕਰਾਂਗੇ ਜੀ। ਬਿਲਕੁਲ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਅਮਰਦੀਪ ਸਿੰਘ ਉਹਨਾਂ ਨੇ ਗੱਲਾਂ ਤੁਸੀਂ ਇਹ ਵੇਖਿਓ, ਸੁਣਨ ਵਾਲੇ ਹੋ ਜਿਹੜੇ ਤੁਸੀਂ ਇਹਨਾਂ ਦੀ ਭਾਈ ਸਾਹਿਬ ਦੀ ਗੱਲਬਾਤ ਤੋਂ ਬਾਅਦ ਤੁਹਾਡੇ ਬਹੁਤ ਹੀ ਜਿਹੜੇ ਨੇ ਸੁਨੇਹੇ ਨੇ ਕਿ ਯਾਰ ਟਿਕਾ ਬਹੁਤ ਆਉਂਦਾ। ਹੁਣ ਗੱਲ ਇਹ ਹੈ ਵੀ ਇਹ ਖੁਦ ਕਮਾਉਣ ਦੀਆਂ ਗੱਲਾਂ। ਕਿਤਾਬ ਉਹਨਾਂ ਦੀ ਜ਼ਰੂਰ ਪੜ੍ਹਿਓ, ਮੰਦਾਵਣੀ ਲੈ ਕੇ। ਉਹਨਾਂ ਨੂੰ ਤੁਸੀਂ ਹਰਮਨ ਰੇਡੀਓ ਦੇ ਡਾਇਰੈਕਟਰ ਨੇ, ਹਰਮਨ ਰੇਡੀਓ ਤੋਂ ਵੀ ਤੁਸੀਂ ਲੱਭ ਸਕਦੇ ਹੋ। ਅਤੇ ਹਰਮਨ ਰੇਡੀਓ ਉਹਨਾਂ ਨੇ ਸ਼ੁਰੂ ਕੀਤਾ ਸੀ, ਪਹਿਲਾ ਆਸਟ੍ਰੇਲੀਆ ਦਾ ਰੇਡੀਓ ਭਾਈ ਸਾਹਿਬ ਨੇ ਸ਼ੁਰੂ ਕੀਤਾ। ਅਤੇ ਇਹ ਦੇਖ ਲਓ ਬਈ, ਸ਼ੇਰੇ ਪੰਜਾਬ ਦੀ ਸਾਂਝ ਜਦ ਦੇ ਪ੍ਰੋਗਰਾਮ ਆਪਾਂ ਸ਼ੁਰੂ ਕਰਦੇ ਹਾਂ ਆਸਟ੍ਰੇਲੀਆ ਦੇ ਜਦ ਦੇ ਬਣਿਆ, ਉਹ ਸਾਂਝ ਨੇ ਅੱਜ ਭਾਈ ਸਾਹਿਬ ਭਾਈ ਅਮਰਦੀਪ ਸਿੰਘ ਹੋਣਾ ਨੂੰ ਮਿਲਾਇਆ ਆਪਣੀ। ਜੇ ਸਾਂਝ ਨਾ ਹੁੰਦੀ ਤਾਂ ਕੀ ਪਤਾ ਲੱਗਣਾ ਸੀ ਆਪਣੀ। ਸੋ ਵੱਡਾ ਮਾਣ ਸਰੋਤਿਆਂ ਨੂੰ ਜਾਂਦਾ ਜਿਹੜੇ ਸੁਣਨ ਲੱਗੇ ਉੱਥੇ। ਸਰਦਾਰ ਜਸਵੀਰ ਸਿੰਘ ਜੀ, ਲਾਈਨ ਨੰਬਰ 1। ਧੰਨਵਾਦ ਸਰਦਾਰ ਜੀ। ਜਿਹੜੀ ਨਾ ਤੁਸੀਂ, ਮੈਂ ਸਵਾਲ ਵੀ ਭੇਜਿਆ ਸੀ ਤੁਹਾਨੂੰ, ਸ਼ਾਇਦ ਚਲੋ ਫਿਰ ਕਰ ਲਾਂਗੇ। ਉਹ ਅਗਲੀ ਵਾਰ ਕਰਨਾ ਚਾਹੁੰਦੇ ਆ ਜੀ ਉਹ। ਅੱਛਾ, ਨਹੀਂ ਚਲੋ, ਮੈਂ ਇਹ ਮਹਿਸੂਸ ਕਰਦਾ ਸੀ ਵੀ ਜਿਹੜੀ ਗੱਲ ਇਹ ਕਰਦੇ ਨੇ, ਇਹਦੇ ਵਿੱਚ ਜਿਹੜੀਆਂ ਪਰਿਸਥਿਤੀਆਂ ਮਨੁੱਖ ਦੇ ਜੀਵਨ 'ਚ ਪੈਦਾ ਹੁੰਦੀਆਂ ਨੇ, ਪਹਿਲੀ ਗੱਲ ਤਾਂ ਉਹਨਾਂ ਪਰਿਸਥਿਤੀਆਂ ਦੀ ਪਹਿਚਾਣ ਜਿਹੜੀ ਆ ਨਾ, ਉਹਦੀ ਬੜੀ ਵੱਡੀ ਮੁਸ਼ਕਿਲ ਆ ਵੀ ਇਹ ਜੋ ਕੁਛ ਹੋ ਰਿਹਾ ਇਹ ਹੈ ਕੀ। ਪਹਿਲੀ ਗੱਲ, ਹੁੰਦਾ ਤਾਂ ਸਾਰਿਆਂ ਨਾਲ ਹੀ ਹੈ। ਦੂਸਰੀ ਜਿਹੜੀ ਵੱਡੀ ਸਮੱਸਿਆ ਮੈਂ ਵੀ ਫੇਸ ਕੀਤੀ ਆ ਕਿ ਉਸ ਸਿਸਟਮ ਨੂੰ ਜਾਣ ਕੇ ਤੁਸੀਂ ਉਹਦੇ ਨਾਲ ਤੁਰਨਾ ਕਿਵੇਂ ਆ, ਇਹ ਬਹੁਤ ਵੱਡੀ ਉਲਝਣ ਹੈ।
ਮਨੁੱਖ ਉਹਦੇ ਨਾਲ ਤੁਰਨ ਦੇ ਵਿੱਚ ਨਾਕਾਮਯਾਬ ਬਹੁਤ ਗਿਣਤੀ 'ਚ ਅਸੀਂ ਇਸੇ ਕਰਕੇ ਮਹਾਰਾਜ ਨੇ ਕਿਹਾ ਵੀ ਇਹ ਜਿਹੜੇ ਵਿਰਲਿਆਂ 'ਚੋਂ ਵਿਰਲੇ ਹੁੰਦੇ ਆ, ਇਹ ਚੀਜ਼ ਜਿਹੜੀ ਹੈ ਵਿਰਲਿਆਂ 'ਚੋਂ ਵਿਰਲਿਆਂ ਦੇ ਹਿੱਸੇ ਆਉਂਦੀ ਆ। ਉਹਦਾ ਕਾਰਨ ਵੀ ਇਹੀ ਹੈ। ਜਿਵੇਂ ਹੁਣ ਅਸੀਂ ਆਮ ਜੀਵਨ 'ਚ ਤੁਰਦੇ ਫਿਰਦੇ ਕਈ ਵਾਰੀ ਕੰਮ ਕਰਦੇ ਆ ਨਾ, ਅਸੀਂ ਮੰਨ ਲਓ ਸਕੂਲੋਂ ਉਦਾਹਰਨ ਜੇ ਮੈਂ ਦੇਵਾਂ, ਸਕੂਲੋਂ ਅਸੀਂ ਤੁਰੇ ਆਉਂਦੇ ਹਾਂ, ਘਰ ਨੂੰ 2-3 ਬੰਦੇ ਬੱਚੇ ਅਸੀਂ ਇਕੱਠੇ ਆ, ਆਪ ਦੇ ਦਰਾਂ ਦੇ ਮੂਹਰੇ ਨਿਕਲ ਕੇ ਗਾਹਾਂ ਚਲੇ ਜਾਂਦੇ ਆ। ਉਹ ਗਾਂਹ ਜਾ ਕੇ ਫਿਰ ਆਉਂਦਾ, ਯਾਰ ਮੇਰਾ ਤਾਂ ਘਰ ਪਿੱਛੇ ਰਹਿ ਗਿਆ। ਹਾਲਾਂਕਿ ਉਹ ਅੱਖਾਂ ਵੇਖ ਰਹੀਆਂ ਹੁੰਦੀਆਂ, ਰਸਤੇ ਦਾ ਵੀ ਪਤਾ ਹੁੰਦਾ, ਪਰ ਅਸੀਂ ਆਪਣਾ ਦਰਵਾਜ਼ਾ ਟੱਪ ਜਾਂਦੇ ਆ। ਗਾਹਾਂ ਜਾ ਕੇ ਸਾਨੂੰ ਪਤਾ ਲੱਗਦਾ। ਉਹ ਜਿਹੜੀ ਕੇਂਦਰਤਾ ਹੈਗੀ ਆ, ਉਹ ਅਵਸਥਕ ਤੌਰ ਦੇ ਉੱਤੇ ਮਨੁੱਖ ਦੇ ਜੀਵਨ ਵਿੱਚ ਮਹਿਸੂਸ ਤਾਂ ਹੁੰਦੀ ਆ, ਲੇਕਿਨ ਉਹ ਪਕੜ ਦੇ ਵਿੱਚ ਨਹੀਂ ਆਉਂਦੀ। ਜਦੋਂ ਪਕੜ ਦੀ ਗੱਲ ਜਿਹੜੀਆਂ ਗੱਲਾਂ ਦੱਸਦੇ ਨੇ ਇਹ ਬਿਲਕੁਲ ਦਰੁਸਤ ਨੇ। ਇਹਨਾਂ ਨੇ ਮੁੱਢਲੀ ਜਾਣਕਾਰੀ ਜਿਹੜੀ ਦੇ ਰਹੇ ਨੇ, ਕਮਾਲ ਹੈ। ਜਦੋਂ ਤੁਸੀਂ ਉਸ ਨੂੰ ਧਿਆਨ ਦੇ ਨਾਲ ਸੁਣਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ, ਉਹਦੇ ਵਿੱਚੋਂ ਤੁਸੀਂ ਉਸ ਕੇਂਦਰਤਾ ਦੇ ਵਿੱਚ ਉਹਦੇ ਨਾਲ ਨਾਲ ਫਿਰ ਤੁਰਨ ਦਾ ਤੁਹਾਡਾ ਜਿਹੜਾ ਆਪਣਾ ਜਿਹੜਾ ਸਫ਼ਰ ਆ ਨਾ, ਉਹ ਸ਼ੁਰੂ ਹੋ ਜਾਂਦਾ। ਉਹ ਸਫ਼ਰ ਬੰਦਾ ਤੁਰਦਾ ਤਾਂ ਰਹਿੰਦਾ, ਪਰ ਤੁਰਦੇ ਤੁਰਦੇ ਜਦੋਂ ਸਾਨੂੰ ਇਹ ਲੱਗਦਾ ਵੀ ਹੁਣ ਮੈਂ ਉਂਗਲੀ ਫੜ ਕੇ ਜਾ ਰਿਹਾ ਸੀ ਤੇ ਹੁਣ ਮੈਂ ਇਕੱਲਿਆਂ ਤੁਰਨਾ, ਉਹ ਜਿਹੜੀ ਇਕੱਲਿਆਂ ਵਾਲੀ ਸਮੱਸਿਆ, ਉਹ ਬੰਦੇ ਨੂੰ ਫੇਸ ਕਰਨ ਦੀ ਜਾਂਚ ਤੇ ਉਸ ਦੀ ਅਹਿਸਾਸ ਤੇ ਉਸ ਦੇ ਨਾਲ ਫਿਰ ਲਗਾਤਾਰ ਉਸ ਦੇ ਵਿੱਚ ਰਹਿਣਾ, ਇਹ ਬਹੁਤ ਵੱਡੀ ਮੁਸ਼ੱਕਤ ਜਾਂ ਇਹ ਕਹੋ ਵੀ ਕੇਂਦਰਿਤ ਕਰਨ ਦੀ ਗੱਲ ਆ। ਧਿਆਨ ਬੇਸਿਕਲੀ ਇਹਨਾਂ ਸਾਰੀਆਂ ਪ੍ਰਕਿਰਿਆਵਾਂ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜਿਹੜਾ ਉਹ ਧਿਆਨ ਦਾ ਹੈ, ਤੇ ਧਿਆਨ ਨੂੰ ਕੇਂਦਰਿਤ ਕਰਨਾ। ਹੁਣ ਦੇਖੋ ਅਸੀਂ ਧਰਮ ਦੇ ਨਾਂ ਤੇ ਗੱਲਾਂ ਕਰਦੇ ਹਾਂ ਜਾਂ ਕੰਮ ਕਰਦੇ ਹਾਂ, ਤੁਸੀਂ ਰੇਡੀਓ ਚਲਾਉਂਦੇ ਹੋ, ਅਸੀਂ ਡਰਾਈਵਿੰਗ ਕਰਦੇ ਹਾਂ, ਕਈ ਚੀਜ਼ਾਂ ਅਸੀਂ ਇੱਦਾਂ ਦੀਆਂ ਕਰ ਜਾਂਦੇ ਹਾਂ ਜਿਹੜੀਆਂ ਵਿਖਦੀਆਂ ਤਾਂ ਹੁੰਦੀਆਂ ਨੇ, ਪਰ ਉਹ ਜਦੋਂ ਕਰਨ ਦੀ ਵਾਰੀ ਹੁੰਦੀ ਆ ਉਹਦੇ ਤੋਂ ਅਸੀਂ ਲਾਂਭੇ ਹੋ ਜਾਂਦੇ ਹਾਂ। ਉੱਥੇ ਫਿਰ ਜਿਹੜਾ ਕੰਮ ਆ ਉਹ ਧਿਆਨ ਦੀ ਸਮੱਸਿਆ ਦੇ ਵਿੱਚ ਆ ਜਾਂਦਾ। ਮੈਨੂੰ ਤਾਂ ਇਉਂ ਮਹਿਸੂਸ ਹੁੰਦਾ। ਬਾਕੀ ਬੜੀਆਂ ਨਵਾਂ ਪ੍ਰੈਕਟੀਕਲ ਹੋਣ ਦਾ ਤੇ ਉਹਨੂੰ ਕੇਂਦਰਿਤ ਕਰਨ ਦਾ ਅਹਿਸਾਸ, ਪਿਛਲੀ ਵਾਰੀ ਜਦੋਂ ਇਹਨਾਂ ਨੇ ਗੱਲ ਕੀਤੀ ਸੀ, ਉਹ ਕੇਂਦਰਿਤ ਹੋਣ ਦੀ ਜਦੋਂ ਪ੍ਰਕਿਰਿਆ ਰਾਤ ਨੂੰ ਜਾਂ ਸਵੇਰੇ ਮਹਿਸੂਸ ਹੁੰਦੀ ਆ, ਉਹ ਹੁਣ ਜਦੋਂ ਅਸੀਂ ਉੱਠਦੇ ਹਾਂ, ਸਵੇਰੇ ਆਪਾਂ ਉੱਠਦੇ ਹਾਂ, ਜਾਗਦੇ ਹਾਂ, ਪਹਿਲਾਂ ਉਹਦਾ ਅਹਿਸਾਸ ਨਹੀਂ ਸੀ ਹੁੰਦਾ ਵੀ ਉੱਠਣ ਤੋਂ ਬਾਅਦ ਇਹ ਸਰੀਰਕ ਕਿਰਿਆ ਕਿਉਂ ਹੋ ਰਹੀ ਹੈ। ਹੁਣ ਇਉਂ ਲੱਗਣ ਲੱਗ ਜਾਂਦਾ ਵੀ ਇਹਦੇ ਇਹ ਚੀਜ਼ ਕੌਣ ਨੇ। ਬਹੁਤ ਮਿਹਰਬਾਨੀ ਸਰਦਾਰ ਜੀ, ਲੰਬਾ ਨਹੀਂ ਮੈਂ ਜਾਂਦਾ, ਪਰ ਇਹਦੇ ਵਿੱਚ ਮਨੁੱਖ ਨੂੰ ਜੀਵਨ ਜਿਉਣ ਦਾ ਜਿਹੜਾ ਆਨੰਦ ਹੈ ਨਾ, ਉਹ ਆਉਣਾ ਸ਼ੁਰੂ। ਬਿਲਕੁਲ ਜੀਵਨ ਦਾ ਕਾਰਨ ਜਿਹੜਾ ਉਹ ਆਨੰਦ ਹੈ, ਤੇ ਆਨੰਦ ਦੀ ਪ੍ਰਾਪਤੀ ਨੂੰ ਅਸੀਂ ਕਿਹੜੇ ਕਿਹੜੇ ਸਾਧਨਾਂ 'ਚ ਗਿਣਨਾ, ਇਹ ਵੱਡੀ ਸਮੱਸਿਆ ਹੈਗੀ ਹੈ। ਜਿਹੜਾ ਸਹੀ ਤਰੀਕੇ ਨਾਲ ਲੈਂਦਾ ਉਹਨੂੰ ਇਹਦੀ ਸਮਝ ਆ ਜਾਂਦੀ ਹੈ। ਜਿਹਨੂੰ ਨਹੀਂ ਕੋਸ਼ਿਸ਼ ਮਨੁੱਖ ਨਹੀਂ ਕਰਦਾ, ਉਹਦੀ ਫਿਰ ਸਮਝ ਘੱਟ ਆਉਂਦੀ ਆ। ਬਹੁਤ ਧੰਨਵਾਦ ਤੁਹਾਡਾ ਸਰਦਾਰ, ਉਹਨਾਂ ਦਾ ਵੀ ਧੰਨਵਾਦ ਜਿਹੜੇ ਆਪਣੀਆਂ ਉਲਝਣਾਂ ਨੂੰ ਸੋਚ ਕੇ ਸਾਡੇ ਨਾਲ ਸਾਂਝਾ ਕਰਦੇ ਨੇ। ਮਿਹਰਬਾਨੀ ਸਰਦਾਰ। ਧੰਨਵਾਦ ਜੀ, ਬਹੁਤ।